सत श्रीकाल मैं हसपाल जाली हमेशा की तरह थोड़ा स्वागत एवरी ट्यूजडे 11 ਤੋਂ 12 डॉक्टर राज बेंस के नाल शो बड़े लोग जुड़ते हैं ਅਸੀਂ ਪਤਾ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੈਨੂੰ ਪਤਾ ਨਹੀਂ ਕਿਹੜੇ ਮੁੱਦੇ ਤੇ ਗੱਲ ਕਰਨੀ ਹੈ ਕਿ ਦਫਾ ਡਾਕਟਰ ਜੀ ਲਾਸਟ ਮਿੰਟ ਹੀ ਡਿਸਾਈਡ ਕਰਦੇ ਨੇ ਔਰ ਵੱਡੀ ਗੱਲ ਹੈ ਜਦੋਂ ਮੁੱਦੇ ਤੇ ਗੱਲ ਕਰਦੇ ਨੇ ਮੈਂ ਸਵਾਲ ਵਗੈਰਾ ਪੁੱਛਦਾ ਹਮੇਸ਼ਾ ਜਵਾਬ ਦਿੰਦੇ ਨੇ ਤੇ ਕਿਸੇ ਵੀ ਤਰ੍ਹਾਂ ਮੈਂ ਹਮੇਸ਼ਾ ਇਹ ਵੀ ਕਹਿੰਦਾ ਹੁੰਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਿਸੇ ਬਿਮਾਰੀ ਦੀ ਗੱਲ ਕਰਨੀ ਹੈ ਨਾ ਪਲੀਜ਼ ਸਾਨੂੰ ਪਹਿਲਾਂ ਮੈਸੇਜ ਭੇਜਿਆ ਕਰੋ ਤੁਸੀਂ ਕਾਲ ਚੱਲਣ ਸਾਡੇ ਕਾਲ ਸੈਂਟਰ ਨੂੰ ਰਿੰਗ ਕਰਕੇ ਕਹਿ ਦਿਓ ਕਿ ਨੈਕਸਟ ਵੀਕ ਮੈਂ ਇਹਦੇ ਉੱਪਰ ਗੱਲ ਕਰਨੀ ਚਾਹੁੰਦਾ ਜਿੱਦਾਂ ਕਿ ਅੱਜ ਵੀ ਮੈਨੂੰ ਮੈਸੇਜ ਆਇਆ ਮੈਂ ਡਾਕਟਰ ਜੀ ਦਾ ਸਵਾਗਤ ਕਰਕੇ ਮੈਂ ਉਹਦਾ ਵੀ ਸਵਾਲ ਪੁੱਛਾਂਗਾ आई होप जिन्होंने मैं भेजा सी कि तुसी अज टीवी देखते होंगे भाजी वाजी का खालसा वाजी की फतेह वाहिगुरू जी का खालसा वाहिगुरू जी की फतेह जी भाजी थके लगते हैं थोड़े मैं भी थोड़ा डायग्नोज कर लेना थोड़ा हाँ जी अज मैं थकिया ते अज थोड़ी मैं अच्छा डायग्नोज कर लिया ना हाँ जी सही गल है तुहाडी तुसी बड़े एक्सपीरियंस होई जांदे हुण नहीं पता एक गल वड्डी गल हैगी यू नो इन्नी दूरों आना 60-70 माइल का डिस्टेंस करके सफर करके कई दफ़ा बंदा मसा ही टाइम से पहुंचता जान के सीधा शो करना इट्स नॉट इजी हाँ जी इट्स नॉट इजी दैट्स राइट ते थैंक यू भाजी थोड़ा बहुत सैक्रिफाइस कर कल भी बहुत बिजी रहे है ना पेशेंट सारा दिन बिल्कुल देखे बिल्कुल बिल्कुल ते अज फिर कुछ रास्ते विच भी एक्सीडेंट होया सी अच्छा रस्ते से ਤਾਂ एक्सीडेंट ਫਿਰ ਥੋੜੀ ਜਿਹਾ ਉੱਥੇ ਸਟ੍ਰੈਸ ਹੋ ਜਾਂਦੀ ਪਈ ਜੀ ਟਾਈਮ ਸਿਰ ਪਹੁੰਚਣਾ ਵੀ ਹੈਗਾ ਜੇ ਡਾਕਟਰ ਨੂੰ ਸਟ੍ਰੈਸ ਹੋਣ ਲੱਗੇ ਤੇ ਸਾਡਾ ਕੀ ਹਿਸਾਬ ਹੋਏਗਾ ਫਿਰ ਹਾਂਜੀ ਸਟ੍ਰੈਸ ਅੱਜ ਕੱਲ੍ਹ ਅਵੋਇਡ ਕਰ ਹੀ ਨਹੀਂ ਸਕਦੇ ਆਪਾਂ ਹਨਾ ਬਿਲਕੁਲ, ਅੱਜ ਕੱਲ੍ਹ ਜ਼ਿੰਦਗੀ ਇਦਾਂ ਦੀ ਸਟ੍ਰੈਸਫੁਲ ਬਣ ਚੁੱਕੀ ਆ ਡਾਕਟਰ ਜੀ ਪਹਿਲਾਂ ਆਪਾਂ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਜਿੱਦਾਂ ਮੈਂ ਹੁਣੀ ਕਹਿ ਕੇ ਹਟਿਆ ਸੀ ਜਦੋਂ ਸ਼ੋਅ ਅਸੀਂ ਸ਼ੁਰੂਆਤ ਕੀਤੀ ਹੈ ਕਿਸੇ ਬੰਦੇ ਨੇ ਪੁੱਛਿਆ ਸੀਗਾ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਮੈਨੂੰ ਨਹੀਂ ਪਤਾ ਚਾਹੁੰਦੇ ਕਿ ਨਹੀਂ ਚਾਹੁੰਦੇ ਫੈਟੀ ਲਿਵਰ ਹਾਂਜੀ ਇਹ ਕੀ ਹੁੰਦਾ ਔਰ ਕਾਤੇ ਹੁੰਦਾ ਹੈ ਸੋ ਫੈਟੀ ਲਿਵਰ ਦਾ ਡਿਸਕ੍ਰਿਪਸ਼ਨ ਇਹੀ ਹੈ ਜਿੱਦਾਂ ਭਈ ਆਪਾਂ ਨਾਂ ਲੈਂਦੇ ਫੈਟੀ ਲਿਵਰ ਵੀ ਲਿਵਰ ਜਿਹੜਾ ਹੈਗਾ ਆ ਉਹ ਥੋੜ੍ਹਾ ਜਿਹਾ ਫੈਟ ਜ਼ਿਆਦਾ ਜਮ੍ਹਾਂ ਹੋ ਜਾਂਦਾ ਉੱਥੇ ਤਾਂ ਉਹਦੀ ਅਪੀਅਰੈਂਸ ਜਿਹੜੀ ਬਦਲ ਜਾਂਦੀ ਆ ਅਤੇ ਇਹ ਗਿਣਿਆ ਜਾਂਦਾ ਹੈਗਾ ਵੀ ਥੋੜ੍ਹਾ ਜਿਹਾ ਕੋਈ ਪ੍ਰੋਬਲਮ ਆ ਰਿਹਾ ਫੈਟ ਲਿਵਰ ਦੇ ਵਿੱਚ ਅਤੇ ਥੋੜ੍ਹਾ ਜਿਹਾ ਡੀਜਨਰੇਸ਼ਨ ਵੀ ਹੋ ਸਕਦਾ ਅਤੇ ਇਹਦੀ ਵਜ੍ਹਾ ਇਹੀ ਆ ਵੀ ਤੁਹਾਡੀ ਮੇਨਲੀ ਤਾਂ ਇਹੀ ਹੁੰਦੀ ਵੀ ਡਾਇਟ ਜਿਹੜੀ ਹੈ ਸ਼ੂਗਰ ਜ਼ਿਆਦਾ ਡਾਇਟ ਵਿੱਚ ਹੋਣ ਨਾਲ ਅਤੇ ਉੱਥੇ ਫਿਰ ਫੈਟ ਜਮ੍ਹਾਂ ਹੋਣ ਲੱਗ ਪੈਂਦਾ ਬੋਡੀ ਵਿੱਚ ਅਤੇ ਖਾਸ ਕਰਕੇ ਲਿਵਰ ਦੇ ਵਿੱਚ ਫੈਟ ਜ਼ਿਆਦਾ ਇਹ ਫੈਟੀ ਚੀਜ਼ਾਂ ਖਾਣ ਨਾਲ ਹੁੰਦਾ ਹਾਂਜੀ ਸੋ ਡਾਇਟ ਨਾਲ ਵੀ ਇਫੈਕਟ ਪੈਂਦਾ ਹੈ ਜਾਂ ਕਿ ਉੱਦਾਂ ਵੀ ਹੁੰਦਾ ਹੈ ਇਹਦਾ ਕੋਈ ਇੰਡੀਕੇਸ਼ਨ ਪਈ ਸਮਥਿੰਗ ਇਜ਼ ਨੋਟ ਰਾਈਟ ਹਾਂਜੀ ਅਤੇ ਜਿਹੜਾ ਲਿਵਰ ਆ ਉਹਦਾ ਅਪੀਅਰੈਂਸ ਜਿਹੜਾ ਬਦਲੀ ਜਾਂਦਾ ਹੈ ਅਤੇ ਉਹਦਾ ਫਿਰ ਫੰਕਸ਼ਨ ਵੀ ਬਦਲ ਜਾਂਦਾ ਲਿਵਰ ਦਾ ਜਿਹੜਾ ਨੋਰਮਲ ਫੰਕਸ਼ਨ ਆ ਉਹ ਤੋਂ ਥੋੜ੍ਹਾ ਜਿਹਾ ਕੰਮ ਹੋ ਜਾਂਦਾ ਆ ਅਤੇ ਉਹ ਡਾਇਗਨੋਸ ਕਰਦੇ ਉਹਦਾ ਲਿਵਰ ਐਨਜ਼ਾਈਮਸ ਜਿਹੜੇ ਬਲੱਡ ਟੈਸਟ ਲੈ ਕੇ ਕਰਦੇ ਆ ਉੱਥੋਂ ਪਤਾ ਲੱਗ ਜਾਂਦਾ ਪਈ ਇਹਦੇ ਵਿੱਚ ਥੋੜ੍ਹੇ ਬਹੁਤਾ ਕੋਈ ਪ੍ਰੋਬਲਮ ਆ ਰਿਹਾ ਹੁਣ ਪਰ ਸਿੰਪਟਮਸ ਕੀ ਹੈ ਬੰਦੇ ਨੂੰ ਕੀ ਵਾਚ ਕਰਨਾ ਚਾਹੀਦਾ ਨਹੀਂ ਸਿੰਪਟਮਸ ਕੋਈ ਖਾਸ ਨਹੀਂ ਆਉਂਦੇ ਹੈਗੇ ਉਹ ਤਾਂ ਜਦੋਂ ਚੈੱਕ ਕਰਦੇ ਤਾਂ ਹੀ ਪਤਾ ਲੱਗਦਾ ਇਹਦਾ ਅੱਛਾ ਰਾਈਟ ਯਾ ਅਰਲੀ ਸਟੇਜਸ ਹੁੰਦੇ ਉਹਦੇ ਚ ਸੋਜ ਨਹੀਂ ਪੈਂਦੀ ਫੈਟੀ ਮੀਨਸ ਕਿ ਉਹਦੇ ਚ ਫੈਟ ਭਰਿਆ ਬਸ ਫੈਟ ਜ਼ਿਆਦਾ ਜਮ੍ਹਾਂ ਹੋਇਆ ਉਹਦਾ ਅਪੀਅਰੈਂਸ ਜਿਹੜੀ ਹੈ ਇੰਸਟੈਡ ਆਫ ਬੀਇੰਗ ਜਿੱਦਾਂ ਪੇ ਪ੍ਰੋਟੀਨ ਦੀ ਹੁੰਦੀ ਹੈ ਅਪੀਅਰੈਂਸ ਉਹਦੇ ਥਾਂ ਥੋੜ੍ਹੀ ਜਿਹੀ ਕਿੱਦਾਂ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਪਈ ਇਹ ਸੌਫਟ ਜਿਹਾ ਜ਼ਿਆਦਾ ਹੋ ਜਾਂਦਾ ਹੈ ਇਲਾਜ ਹੈ ਹਾਂਜੀ ਇਲਾਜਮੈਂਟ ਵੀ ਹੋ ਸਕਦਾ ਹੈ ਬਟ ਉਹਦਾ ਅਪੀਅਰੈਂਸ ਜਿੱਦਾਂ ਉਹਦਾ ਡਿਸਕ੍ਰਿਪਸ਼ਨ ਆ ਉਹਦਾ ਹੀ ਦਿੰਦੇ ਫੈਟੀ ਲਿਵਰ ਬਣ ਗਿਆ ਹੁਣ ਦੈਟਸ ਆਲ ਉਹਦਾ ਇਹ ਖਤਰਨਾਕ ਹੋ ਸਕਦਾ in the long term yes in the long term ਹਾਂਜੀ that's right yeah so basically ਕੁਛ ਐਦਾਂ ਦਾ ਹੋਵੇ ਤੇ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਨਾ ਚੈੱਕ ਕਰਾਉਣਾ ਚਾਹੀਦਾ ਤੇ ਉਹਦਾ ਇਲਾਜ ਕਰਾਉਣਾ ਚਾਹੀਦਾ that's right ਤੇ ਐਲੋਪੈਥੀ ਵਿੱਚ ਖਾਸ ਇਹਦਾ ਕੋਈ ਇਲਾਜ ਨਹੀਂ ਹੈਗਾ ਹੋਮਿਓਪੈਥੀ ਵਿੱਚ ਹੈਗਾ ਆ ਹੋਮਿਓਪੈਥੀ ਹਾਂਜੀ ਕਈ ਹੈਗੀਆਂ ਦਵਾਈਆਂ ਜਿਹੜੀਆਂ ਲਿਵਰ ਤੇ ਬਹੁਤ ਵਧੀਆ ਕੰਮ ਕਰਦੀਆਂ ਤੇ ਉਹਨੂੰ ਲਿਵਰ ਨੂੰ ਕਲੀਨ ਅਪ ਕਰ ਦਿੰਦੀਆਂ ਤੇ ਫੰਕਸ਼ਨ ਰਿਸਟੋਰ ਕਰ ਦਿੰਦੀਆਂ ਪਰ ਡਾਇਟ ਵੀ ਕਾਫੀ ਇੰਪੋਰਟੈਂਟ ਹੈ ਭਾਜੀ ਐਮ ਆਈ ਰਾਈਟ ਟੂ ਸੇ ਜਿਹੜਾ ਆਪਣਾ ਮੈਨੂੰ ਕਰੈਕਟ ਕਰਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਅਗਰ ਤੇ ਐਮਰਜੈਂਸੀ ਤੁਹਾਨੂੰ ਟ੍ਰੀਟਮੈਂਟ ਚਾਹੀਦੀ ਹੈ ਤਾਂ ਹੋਮਿਓਪੈਥੀ ਨਹੀਂ ਕੰਮ ਆਏਗੀ ਤੁਹਾਨੂੰ ਹਸਪੀਟਲ ਨੂੰ ਜਾ ਕੇ ਜੀਪੀ ਨੂੰ ਕੰਟੈਕਟ ਕਰਕੇ ਕਰਨਾ ਪਏਗਾ ਜਿਹੜੀ ਸਲੋ ਤੇ ਲੌਂਗ ਟਰਮ ਹੁੰਦੀ ਆ ਉਹ ਹੋਮਿਓਪੈਥੀ ਦੇ ਥਰੂ ਹੁੰਦੀ ਹੈ ਦੈਟਸ ਡਿਪੈਂਡ ਕਰਦਾ ਪਏ ਕਿਦਾਂ ਡਿਪੈਂਡ ਕਰਦਾ ਨਾ ਹਾਂ ਐਮਰਜੈਂਸੀ ਆ ਹਾਂ ਜੇ ਕੋਈ ਬਹੁਤ ਸੀਰੀਅਸ ਕੰਮ ਆ ਉਹ ਤਾਂ ਹੈਗਾ ਪਏ ਐਕਸੀਡੈਂਟ ਐਮਰਜੈਂਸੀ ਡਿਪਾਰਟਮੈਂਟ ਨੂੰ ਤੁਸੀਂ ਜਲਦੀ ਜਾਓ ਪਰ ਜੇ ਤੁਹਾਨੂੰ ਉੱਦਾਂ ਹੀ ਹੈਗਾ ਵੀ ਜਾਣ ਕੇ ਕੋਈ ਤੁਹਾਨੂੰ ਖਾਣਾ ਨਹੀਂ ਪਚਿਆ ਤੁਹਾਡਾ ਢਿੱਡ ਦੁਖਦਾ ਆ ਦੈਟਸ ਨਾਟ ਰੀਅਲੀ ਐਨ ਐਮਰਜੈਂਸੀ ਐਜ਼ ਸੱਚ ਹੈ ਨਾ ਪਰ ਫਿਰ ਵੀ ਤੁਹਾਨੂੰ ਕੁਇਕ ਉਹਦਾ ਇਫੈਕਟ ਚਾਹੀਦਾ ਹੈ ਉੱਥੇ ਹੋਮਿਓਪੈਥੀ ਕੁਇਕ ਕਰਦੀ ਹੈ ਕੰਮ ਦੈਟਸ ਨੋ ਡਾਊਟ ਹਾਂਜੀ ਸੋ ਇੱਦਾਂ ਇੱਕ ਆਪਣੇ ਕੋਲ ਫੋਨ ਆਇਆ ਸੀ ਅਤੇ ਉਹ ਹੋਲੀਡੇ ਗਏ ਸੀ ਉਹਨਾਂ ਨੇ ਉੱਥੇ ਕੋਈ ਅਨਯੂਜੂਅਲ ਫੂਡ ਖਾ ਲਿਆ ਅਤੇ ਉਹਨਾਂ ਪੇਟ ਦੁਖਣ ਲੱਗ ਪਿਆ ਅਤੇ ਸੋ ਉਹਨਾਂ ਦਾ ਫੋਨ ਆਇਆ ਮੈਂ ਕਿਹਾ ਵੀ ਤੁਸੀਂ ਇਹ ਦਵਾਈ ਲੈ ਕੇ ਖਾ ਲਓ ਹੋਮਿਓਪੈਥਿਕ ਦਵਾਈ ਤੇ ਉਹਦੇ ਨਾਲ ਫਟਾਫਟ ਉਹਨਾਂ ਦਾ ਆਰਾਮ ਆ ਗਿਆ ਹਾਂਜੀ ਇਹ ਇੱਦਾਂ ਦੀ ਚੀਜ਼ ਹੈਲਪ ਹੋ ਜਾਂਦੀ ਹੈ ਨਾ ਦੈਟਸ ਰਾਈਟ ਜਿੱਦਾਂ ਆਪਾਂ ਦੱਸਿਆ ਸੀ ਵੀ ਇੱਕ ਵਾਰੀ ਕਿਸੇ ਨੂੰ ਬੈਕ ਪ੍ਰੋਬਲਮ ਪੈ ਗਿਆ ਸੀ ਜਾਂ ਇੱਕ BBC ਉਹਨਾਂ ਦਾ ਗਿੱਟੇ ਵਿੱਚ ਪ੍ਰੋਬਲਮ ਪੈ ਗਿਆ ਅਤੇ ਉਹ ਮਸਲ ਪੁੱਲ ਹੋ ਜਾਂਦਾ ਕਈ ਵਾਰੀ
ਤੇ ਉੱਥੇ ਆਪਾਂ ਦਵਾਈ ਦਿੱਤੀ ਹੈ ਤੇ ਫਟਾਫਟ ਆਰਾਮ ਵੀ ਆ ਜਾਂਦਾ ਹੈ। ਹਾਂਜੀ, ਪਰ ਜੇ ਕੋਈ ਬੜੀ ਸੀਰੀਅਸ ਚੀਜ਼ ਹੈ ਜਿੱਦਾਂ ਹਾਰਟ ਅਟੈਕ ਹੋਇਆ ਜਾਂ ਕੁਛ ਇੱਦਾਂ ਤਾਂ ਉਹ ਤਾਂ ਤੁਹਾਨੂੰ ਉੱਥੇ ਹਸਪੀਟਲ ਪਹੁੰਚਣਾ ਜਲਦੀ ਚਾਹੀਦਾ ਹੈ। ਠੀਕ ਹੈ। ਕਈ ਲੋਕ ਮੇਰੇ ਯਾਰ ਦੋਸਤ ਬੜੇ ਰਿੰਗ ਕਰਦੇ ਨੇ, ਬਾਕੀ ਕੋਈ ਜਿਹੜੇ ਵਿਊਅਰਸ ਹੈਗੇ ਉਹ ਵੀ ਮੇਰੇ ਸਾਰੇ ਤੁਸੀਂ ਯਾਰ ਦੋਸਤ ਹੀ ਹੈਗੇ ਹੋ, ਤੇ ਮੈਨੂੰ ਰਿੰਗ ਕਰ ਲੈਂਦੇ। ਪਤਾ ਤੁਸੀਂ ਮੈਂ ਡਾਕਟਰ ਜੀ ਨੂੰ ਮੈਂ ਦੱਸਿਆ ਸੀਗਾ, ਉਹ ਜਿਹੜੀ ਡਾਕਟਰ ਨੇ ਦਵਾਈ ਦਿੱਤੀ ਸੀ ਟਿਨੀਟਸ ਜਿਹੜੀ ਕੰਨਾਂ 'ਚ ਆਵਾਜ਼ ਜਾਂਦੀ ਹੈ, ਉਹ ਬੰਦੇ ਨੂੰ 80% ਦਾ ਫਰਕ ਹੈਗਾ ਹੁਣ। ਹਾਂਜੀ ਹਾਂਜੀ ਅੱਛਾ, ਉਹ ਆਵਾਜ਼ ਉਹ ਮੈਂ ਫੀਡਬੈਕ ਦੇਵਾਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹਦਾ ਇਲਾਜ ਹੈ ਨਹੀਂ ਐਟ ਦ ਮੋਮੈਂਟ ਕਿਸੇ ਵੀ ਤਰ੍ਹਾਂ ਦਾ, ਲੇਕਿਨ ਹੋਮਿਓਪੈਥ ਥੋੜੀ ਡਾਕਟਰ ਨੇ ਰਿਸਰਚ ਕਰਕੇ ਕੋਈ ਨਵੀਂ ਦਵਾ ਕੱਢੀ ਹੈ, ਕੋਸ਼ਿਸ਼ ਹੋ ਰਹੀ ਹੈ, ਤੇ ਮੈਂ ਉਹਦੇ ਤੁਹਾਨੂੰ ਫੀਡਬੈਕ ਦੇ ਰਿਹਾ। ਤੇ ਉਹਦੀ ਆਵਾਜ਼ ਨਾ ਬੇਸ਼ੱਕ ਦੀ ਹੁਣ ਹੈਗੀ ਹੈ ਵਿੱਚ ਲੇਕਿਨ ਮੱਧਮ ਬਹੁਤ ਹੈਗੀ ਹੈ। ਉਹ ਜਿਹੜੀ ਪੀਅਰਸਿੰਗ ਸੀਗੀ ਨਾ ਸਾਊਂਡ ਉਹ ਨਹੀਂ ਹੈ। ਹਾਂਜੀ, ਇਸੇ ਤਰ੍ਹਾਂ ਦੱਸਦੇ ਪੇਸ਼ੈਂਟ ਜਿਨ੍ਹਾਂ ਨੂੰ ਇਹ ਫਰਕ ਪਈ ਜਾਂਦਾ ਵੀ ਉਹ ਜਿਹੜੀ ਜ਼ਿਆਦਾ ਆਵਾਜ਼ ਆਉਂਦੀ ਸੀ ਉਹ ਪਹਿਲਾਂ ਘੱਟ ਹੋ ਜਾਂਦੀ ਆਵਾਜ਼, ਤੇ ਹੌਲੀ ਹੌਲੀ ਫਿਰ ਵਿੱਚ ਗੈਪ ਵੀ ਪੈਣ ਲੱਗ ਪੈਂਦਾ ਜਿੱਥੇ ਬਿਲਕੁਲ ਗੈਪ ਵੀ ਪਿਆ ਹੈਗਾ, ਗੈਪ ਵੀ ਪਿਆ। ਹਾਂਜੀ, ਇਨਫੈਕਟ ਜਦੋਂ ਸਵੇਰ ਉਹ ਉੱਠਦਾ ਨਾ ਬੈੱਡ ਤੋਂ, ਮੈਂ ਸਾਰਾ ਉਹਨੂੰ ਅੱਛੀ ਤਰ੍ਹਾਂ ਪੁੱਛਿਆ, ਉਦੋਂ ਬਿਲਕੁਲ ਇੱਕ ਤਰ੍ਹਾਂ ਦੀ ਤੁਸੀਂ ਸੋਚੋ ਕਿ ਬੰਦ ਹੀ ਹੁੰਦੀ ਹੈ, ਬਹੁਤ ਮੱਧਮ ਹੁੰਦੀ ਹੈ, ਡਿਸਟਰਬ ਨਹੀਂ ਕਰਦੀ। ਹਾਂਜੀ, ਦੈਟਸ ਰਾਈਟ। ਸੋ ਇਹ ਆਪਾਂ ਇੱਦਾਂ ਨਹੀਂ ਕਹਿੰਦੇ ਹੈ ਕਿ ਹਰੇਕ ਹੀ ਪੇਸ਼ੈਂਟ ਠੀਕ ਹੋ ਜਾਊਗਾ, ਪਰ ਮੈਜੋਰਿਟੀ ਅਸੀਂ ਦੇਖਿਆ ਵੀ ਠੀਕ ਹੋ ਰਹੇ ਇਸ ਪ੍ਰੋਬਲਮ ਤੋਂ। ਤੇ ਬਾਕੀ ਦੇ ਜਿਹੜੀ ਹੈਲਥ ਪ੍ਰੋਬਲਮ ਹੈ ਅਸੀਂ ਇੱਦਾਂ ਕਦੇ ਨਹੀਂ ਕਹੀਦਾ ਹੈ ਕਿ ਹਰੇਕ ਹੀ ਪੇਸ਼ੈਂਟ ਠੀਕ ਹੋ ਜਾਊਗਾ। ਹਾਂਜੀ, ਕਿ ਵਿਚਾਲੇ ਕਈ ਹੈਗੇ ਪੇਸ਼ੈਂਟ ਜਿਹੜੇ ਨਹੀਂ ਵੀ ਠੀਕ ਹੁੰਦੇ ਹੈਗੇ, ਤੇ ਪਰ ਇੱਦਾਂ ਵੀ ਹੈਗਾ ਵੀ ਜਿਨ੍ਹਾਂ ਦੀ ਬਿਮਾਰੀਆਂ ਬਹੁਤ ਚਿਰਾਂ ਤੋਂ ਆ ਉਹਨਾਂ ਨੂੰ ਟਾਈਮ ਵੀ ਲੱਗਦਾ ਠੀਕ ਹੋਣ ਨੂੰ। ਇਸ ਬੰਦੇ ਨੂੰ ਤਕਰੀਬਨ 2.5 ਮਹੀਨੇ ਹੋ ਗਏ ਦਵਾ ਖਾਂਦੇ ਨੂੰ, 2.5 ਮਹੀਨੇ ਲੱਗਦਾ, ਤੇ ਪੇਸ਼ੈਂਟ ਹੈ ਖਾ ਰਿਹਾ, ਚਲੋ ਠੀਕ ਹੈ, ਰੱਬ ਮਿਹਰ ਕਰੇਗਾ, ਅੱਛਾ ਹੋਏਗਾ। ਔਰ ਦੂਸਰੀ ਗੁੱਡ ਨਿਊਜ਼ ਡਾਕਟਰ ਜੀ, ਤੁਹਾਨੂੰ ਪਤਾ ਆਪਾਂ ਕਾਫੀ ਦੇਰ ਹੋ ਗਈ ਹੈ ਜਿਹਦਾ ਨਾਂ ਕਾਲਾ ਹੁੰਦਾ ਸੀ ਥੋੜਾ ਜਿਹਾ, ਤੇ ਤੁਸੀਂ ਕਿਹਾ ਸੀ ਉਹਨੂੰ ਉਹਦੇ 'ਚ ਮਾਊਥ ਵਾਸ਼ ਵਿੱਚ ਦੇ ਵਿੱਚ ਉਹਨੂੰ ਨਾ ਤੁਸੀਂ ਡਿਪ ਕਰਿਆ ਕਰੋ 3-4 ਦਫਾ ਦਿਨ 'ਚ। ਭਾਜੀ ਉਹ ਬਿਲਕੁਲ ਚਲੇ ਗਏ। ਵਾਹ, ਫੈਂਟੈਸਟਿਕ, ਟੋਟਲੀ ਫੈਂਟੈਸਟਿਕ। ਉਹ ਜਦੋਂ ਮੈਂ ਦੱਸਦਾ ਸੀ ਕਿ ਜਦੋਂ ਉਹਨੂੰ ਨਾ ਉਹਦੇ ਨੇਲ ਜਦੋਂ ਵੱਧਦੇ ਘਟਦਾ ਸੀ ਨਾ, ਉਹ ਜਿਹੜਾ ਬਲੈਕ ਪੋਰਸ਼ਨ ਦਾ ਇੱਕ ਲਾਈਨ ਸੀਗੀ ਉਹ, ਤੇ ਉਹ ਆਈ ਜਾਂਦੀ ਸੀਗੀ, ਉਹਨੂੰ ਲੱਗਿਆ ਮੈਂ ਕੱਟੀ ਜਾਂਦਾ ਖਤਮ ਹੋ ਜਾਏਗੀ, ਉਹ ਖਤਮ ਨਹੀਂ ਸੀ ਹੁੰਦੀ। ਇਹਦੇ ਨਾਲ ਉਹਨੂੰ ਫਰਕ ਪੈ ਗਿਆ, ਉਹਦੇ ਨਾਲ ਫਰਕ ਪੈ ਗਿਆ। ਸੋ ਸਿੰਪਲ ਜਿਹੀ ਚੀਜ਼ ਹੈ, ਕਈ ਵਾਰੀ ਇਦਾਂ ਦੀ ਬੰਦਾ ਸੋਚ ਨਹੀਂ ਸਕਦਾ, ਵੈਸੇ ਸੋਚ ਨਹੀਂ ਕਦੇ ਸਕਦਾ ਵੀ ਮਾਊਥ ਵਾਸ਼ ਨਾਲ ਕਿੱਦਾਂ ਠੀਕ ਹੋ ਜਾਊਗਾ, ਬਟ ਇਦਾਂ ਐਕਸਪੀਰੀਅੰਸ ਤੋਂ ਪਤਾ ਲੱਗਦਾ। ਹਾਂਜੀ, ਇਹ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਹਕੀਕਤ ਹੈਗੀ, ਬਿਕੋਜ਼ ਮੇਰੇ ਖਾਸ ਬੰਦੇ ਜਿਹੜੇ ਮੈਨੂੰ ਫੀਡਬੈਕ ਦਿੰਦੇ ਨੇ, ਅਗਰ ਜੇ ਮੈਂ ਡਾਕਟਰ ਨੂੰ ਇੰਟਰੋਡਿਊਸ ਕਰਾਇਆ ਫਿਰ ਮੈਂ ਉਹਨਾਂ ਨਾਲ ਚੈੱਕ ਵੀ ਕਰ ਦਿੰਦਾ ਭਾਜੀ ਕੋਈ ਫਰਕ ਪਿਆ ਨਹੀਂ ਪਿਆ। ਵੱਡੀ ਗੱਲ ਹੈਗੀ ਹੈ ਕਈ ਦਫਾ ਹੋਮਿਓਪੈਥ ਦੇ ਵਿੱਚ ਪੇਸ਼ੈਂਸ ਚਾਹੀਦੀ ਹੁੰਦੀ ਹੈ, ਪੇਸ਼ੈਂਸ ਚਾਹੀਦੀ, ਦੈਟਸ ਰਾਈਟ। ਹੁਣ 10-15 ਸਾਲ ਦੀ ਬਿਮਾਰੀ ਹੋਵੇ ਤੇ ਜੇ ਤੁਸੀਂ ਕਹਿੰਦੇ ਪਏ 2-3 ਹਫ਼ਤੇ ਵਿੱਚ ਠੀਕ ਹੋ ਜਾਵੇ, ਦੈਟਸ ਨਾਟ ਪੋਸੀਬਲ। ਹਾਂਜੀ, ਤਾਂ ਹੌਲੀ ਹੌਲੀ ਫਰਕ ਪੈਂਦਾ ਹੁੰਦਾ ਹੈ। ਸੋ ਇਹੀ ਆਪੇ ਜਿਹੜੇ ਚਿਰਾਂ ਦੀਆਂ ਬਿਮਾਰੀਆਂ ਹੈ, ਲੋਕਾਂ ਨੂੰ ਥੋੜ੍ਹਾ ਜਿਹਾ ਪੇਸ਼ੈਂਟ ਹੋਣਾ ਪੈਂਦਾ ਹੈ, ਸਬਰ ਥੋੜ੍ਹਾ ਜਿਹਾ ਕਰਨਾ ਪੈਂਦਾ, ਵੀ ਹੌਲੀ ਹੌਲੀ ਫਰਕ ਪੈਂਦਾ ਹੈ। ਤੇ ਇਦਾਂ ਨਾ ਕਿਹਾ ਕਰਨ, ਦੇਖੋ ਜੀ 2 ਵੀਕਾਂ ਹੋ ਗਈਆਂ ਦਵਾਈ ਖਾਂਦੇ ਨੂੰ, ਮੈਨੂੰ ਕੋਈ ਫਰਕ ਹੀ ਨਹੀਂ ਪਿਆ ਹੈਗਾ। ਹਾਲਾਂਕਿ ਮੇ ਬੀ 5-10 ਸਾਲ ਪਹਿਲਾਂ ਉਹ ਜੀਪੀ ਕੋਲੋਂ ਇਲਾਜ ਕਰਾਉਂਦੇ ਰਹੇ ਨੇ। ਦੈਟਸ ਰਾਈਟ, ਜੀਪੀ ਤੋਂ 10-15 ਸਾਲ ਵਿੱਚ ਕੁਝ ਨਹੀਂ ਹੋਇਆ, ਤੇ ਉਹ ਹੁਣ ਐਕਸਪੈਕਟ ਕਰਦੇ ਅਸੀਂ ਵੀ 2 ਵੀਕਾਂ 'ਚ ਉਹਨਾਂ ਨੂੰ ਠੀਕ ਕਰ ਦਈਏ। ਹਾਂਜੀ, ਤਾਂ ਉਹ ਫਰਕ ਹੈਗਾ ਇੱਦਾਂ ਪਈ। ਦੇਖੋ ਅਸੀਂ ਪ੍ਰਾਈਵੇਟ ਟਰੀਟਮੈਂਟ ਕਰਦੇ ਹਾਂ ਤੇ NHS ਤੇ ਫ੍ਰੀ ਹੁੰਦੀ ਹੈ, ਤੇ ਇਹਦਾ ਵੀ ਫਰਕ ਕਾਫੀ ਪੈ ਜਾਂਦਾ। ਫਿਰ ਲੋਕਾਂ ਦੇ ਮਨ ਵਿੱਚ ਹੁੰਦਾ ਵੀ ਅਸੀਂ ਪੇਮੈਂਟ ਕਰ ਰਹੇ ਹਾਂ, ਜਲਦੀ ਫਰਕ ਪੈਣਾ ਚਾਹੀਦਾ ਹੈ। ਹਾਂਜੀ, ਬਟ ਇਹ ਤਾਂ ਹੁਣ ਦੇਖੋ ਜੀ ਜਿੱਦਾਂ ਕੁਦਰਤ ਹੈਗੀ ਆ ਉੱਦਾਂ ਹੀ ਆ, ਤੇ ਦਵਾਈ ਨੂੰ ਟਾਈਮ ਤਾਂ ਲੱਗਦਾ ਹੀ ਆ। ਡਾਕਟਰ ਜੀ ਇੱਕ ਹੋਰ ਗੱਲ ਹੈਗੀ ਹੈ ਕਿ ਇਹਦੇ ਟੂ ਜਦੋਂ ਤੁਸੀਂ ਲੈਫਸਟਰ ਹੈਲਥ 'ਤੇ ਆਪਣੀ ਟਰੀਟਮੈਂਟ ਕਰਦੇ ਹੋ, ਕੋਈ ਮੈਡੀਕੇਸ਼ਨ ਆਉਂਦੀ ਹੈ, ਉਹ ਕਦੀ ਵੀ ਤੁਹਾਨੂੰ ਐਕਸਪੈਂਸਿਵ ਦਵਾ ਨਹੀਂ ਦਿੰਦੇ। ਦੇ ਟਰਾਈ ਔਨ ਸਮਾਲਰ ਸਕੇਲ ਦੇ ਉੱਪਰ ਜਿਹੜੀਆਂ ਹੁੰਦੀਆਂ ਨੇ ਸਸਤੀਆਂ ਉਹਦੇ 'ਤੇ ਦਿੰਦੇ ਨੇ। ਹਾਂਜੀ, ਕੋਸ਼ਿਸ਼ ਤਾਂ ਇਹੀ ਹੁੰਦੀ ਵੀ NHS ਦੀ ਸੇਵਿੰਗ ਹੋ ਜਾਵੇ। ਤੇ ਹੁਣ ਤੁਹਾਨੂੰ ਪਤਾ ਵੀ ਪਹਿਲਾਂ ਬ੍ਰਾਂਡਡ ਮੈਡੀਸਿਨਸ ਜ਼ਿਆਦਾ ਹੁੰਦੀਆਂ ਸੀਗੀਆਂ, ਬਿਲਕੁਲ, ਤੇ ਉਹ ਹੁਣ ਬ੍ਰਾਂਡਸ ਜਿਹੜੇ ਉਹਨਾਂ ਦਾ ਪੇਟੈਂਟ ਹੁੰਦਾ ਕੁਛ 10 ਸਾਲਾਂ ਦਾ, ਕੁਛ ਉਹ ਜਦੋਂ ਖਤਮ ਹੋ ਜਾਂਦਾ ਫਿਰ ਹੋਰ ਬਾਕੀ ਦੀਆਂ ਕੰਪਨੀਆਂ ਵੀ ਉਹ ਦਵਾਈ ਬਣਾ ਸਕਦੀਆਂ, ਤੇ ਉਹ ਫਿਰ ਬਹੁਤ ਸਸਤੀ ਹੋ ਜਾਂਦੀ ਦਵਾਈ ਉਸ ਵੇਲੇ। ਤੇ ਫਿਰ ਉਹ ਜਿਹੜੇ ਸਸਤੇ ਆਲਟਰਨੇਟਿਵ ਉਹ ਫਿਰ GP ਪਹਿਲਾਂ ਪ੍ਰਿਸਕ੍ਰਾਈਬ ਕਰਦੇ ਆ, ਤੇ ਬ੍ਰਾਂਡ ਦਵਾਈ ਜਿਹੜੀ ਫਿਰ ਨਹੀਂ ਦਿੰਦੇ ਹੈਗੇ। ਤੇ ਇੱਦਾਂ ਹੀ ਆ, ਪਹਿਲਾਂ ਉਹ ਚੀਪਰ ਵਰਜ਼ਨ ਨਾਲ ਟਰਾਈ ਕਰਨਗੇ, ਤੇ ਜੇ ਫਿਰ ਮਹਿੰਗੀਆਂ ਦਵਾਈਆਂ ਦੀ ਲੋੜ ਪਵੇ ਫਿਰ ਉਹ ਐਂਡ ਵਿੱਚ ਜਾ ਕੇ ਉਹ ਟਰਾਈ ਕਰਦੇ ਆ। ਅਸੀਂ ਸ਼ੋਅ ਸ਼ੁਰੂ ਤੋਂ ਪਹਿਲਾਂ ਡਾਕਟਰ ਜੀ ਮੈਂ ਇੱਕ ਹੋਰ ਗੱਲ ਕਰਦਾ, ਜਦੋਂ ਮੈਂ ਤੁਹਾਨੂੰ ਕਿਹਾ ਨਾ ਜਦੋਂ ਆਪਾਂ ਸ਼ੋਅ ਸ਼ੁਰੂ ਕੀਤਾ ਕਿ ਤੁਸੀਂ ਥੋੜ੍ਹੇ ਥੱਕੇ ਲੱਗਦੇ ਹੋ, ਮੇਰੇ ਨਾਲ ਮੈਂ ਗੱਲ ਹੋ ਚੁੱਕੀ ਹੈ ਨਾ, ਮੇਰਾ ਇੱਕ ਉੱਦਾਂ ਮੈਂ ਤਾਂ ਜਨਰਲੀ ਕਿਹਾ ਸੀ, ਪਰ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਆ ਗਏ ਨਾ, ਜਦੋਂ ਤੁਸੀਂ ਸੁਸਤ ਸੀਗੇ, ਤੁਸੀਂ ਕੁਝ ਥੱਕੇ ਲੱਗਦੇ ਸੀਗੇ ਨਾ, ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਨਹੀਂ ਪਤਾ ਲੱਗਦਾ, ਲੇਕਿਨ ਲੱਗ ਜਾਂਦਾ ਲੋਕਾਂ ਨੂੰ। ਜਦੋਂ ਕੋਈ ਤੁਹਾਨੂੰ ਬੰਦਾ ਕੋਈ ਯਾਰ ਆਪਣਾ ਖਾਸ ਕਲੋਜ਼ ਤੁਹਾਨੂੰ ਦੱਸ ਦਿੰਦਾ ਨਾ, ਤੇ ਤੁਹਾਨੂੰ ਵੇਕਅਪ ਕਾਲ ਹੋਣਾ ਚਾਹੀਦਾ, ਯਾਰ ਮੈਂ ਲੱਗਦਾ ਮੈਂ ਮੇਰੇ ਚਿਹਰੇ ਤੇ ਰੌਣਕ ਥੋੜ੍ਹੀ ਚੇਂਜ ਕਰਾਂ। ਤੁਹਾਡੇ 'ਚ ਉਹ ਕੁਆਲਿਟੀ ਹੋਣੀ ਚਾਹੀਦੀ ਕਿ ਤੁਸੀਂ ਸਵਿਚ ਔਨ ਆਫ ਕਰ ਸਕੋ, ਅਗਰ ਕੋਈ ਮੇਜਰ ਪ੍ਰੋਬਲਮ ਨਹੀਂ ਹੈ। ਹਾਂਜੀ ਹਾਂਜੀ, ਇੱਦਾਂ ਹੀ ਆ ਵੀ ਜੇ ਤੁਹਾਨੂੰ ਕੋਈ ਮਾਈਨਰ ਪ੍ਰੋਬਲਮ ਆ ਤਾਂ ਉਹ ਤੁਹਾਨੂੰ ਬਿਲਕੁਲ
ਨਹੀਂ ਡਾਊਨ ਕਰਨਾ ਚਾਹੀਦਾ ਹੈਗਾ ਤੇ ਤੁਹਾਨੂੰ ਸੋਚਣਾ ਚਾਹੀਦਾ ਵੀ ਨਹੀਂ ਮੈਂ ਕਾਹਦੇ ਲਈ ਮੈਂ ਇਹਦੇ ਟੈਨਸ਼ਨ ਲੈ ਕਿਉਂ ਲੈ ਰਿਹਾ? ਕੁਛ ਹੋਣਾ ਤਾਂ ਹੈ ਨਹੀਂ ਕੋਈ ਉਹਦਾ। ਮਾੜੀ ਮੋਟੀ ਤਾਂ ਗੱਲ ਆ ਮਾੜੀ ਮੋਟੀ ਪਰ ਗੱਲ। ਉਹ ਕੁਦਰਤੀ ਆ ਸਾਡੇ ਹਿਊਮਨ ਨੇਚਰ ਐਦਾਂ ਅਸੀਂ ਹਰੇਕ ਚੀਜ਼ ਸੀਰੀਅਸ ਲੈ ਜਾਈਦੀ ਹੈ ਨਾ ਤੇ ਜ਼ਿਆਦਾ ਜਲਦੀ ਡਾਊਨ ਹੋ ਜਾਈਦਾ ਤੇ ਪਰ ਜੇ ਕੋਈ ਸੀਰੀਅਸ ਪ੍ਰੋਬਲਮ ਵੀ ਹੋਵੇ ਨਾ ਜਿੱਦਾਂ ਤੁਸੀਂ ਕਹਿੰਦੇ ਚਿਹਰੇ ਤੇ ਪਤਾ ਲੱਗ ਜਾਂਦਾ ਲੋਕੀ ਥੋੜ੍ਹੇ ਜਿਹੇ ਉਦਾਸ ਲੱਗਦੇ ਆ ਜਾਂ ਖਿਜੇ ਜਿਹੇ ਲੱਗਦੇ ਵੀ ਕੋਈ ਨਾ ਕੋਈ ਗੱਲ ਹੋਈ ਹੈ ਜ਼ਰੂਰ ਤੇ ਮੈਂ ਚਾਹੁੰਦਾ ਜਦੋਂ ਕੋਈ ਬੰਦਾ ਮਿਲੇ ਕਹਿੰਦਾ ਯਾਰ ਬੜਾ ਖੁਸ਼ ਲੱਗਦਾ ਬੇਸ਼ੱਕ ਦੀ ਤੈਨੂੰ ਆਪਣੇ ਰਿਸ਼ਤੇਦਾਰਾਂ ਨੂੰ ਲੋੜ ਨਹੀਂ ਹੈ ਖੁਸ਼ੀ ਹੁੰਦੀ ਖੁਸ਼ ਰਿਹਾ ਕਰੋ ਅੱਛਾ ਲੱਗਦਾ ਭਾਜੀ ਅੱਛਾ ਬੰਦਾ ਮਿਲਣ ਲੱਗਦਾ। ਵੱਲ ਨਹੀਂ ਦੇਖਦਾ ਅੱਛਾ ਲੱਗਦਾ ਯੂ نو ਜਿਹੜੀ ਮੈਨੂੰ ਜਿੱਦਾਂ ਲੱਗਦਾ ਨਾ ਜਦੋਂ ਤੁਸੀਂ ਬੜੇ ਸੁਸਤ ਹੁੰਦੇ ਹੋ ਬੰਦੇ ਸੁਸਤ ਬੰਦਿਆਂ ਨੂੰ ਮਿਲਦੇ ਹੋ ਤੁਸੀਂ ਵੀ ਉੱਦਾਂ ਦੇ ਹੋ ਜਾਂਦੇ ਹੋ ਜਦੋਂ ਤੁਸੀਂ ਖੁਸ਼ ਬੰਦੇ ਨੂੰ ਮਿਲਦੇ ਹੋ ਤੁਹਾਡਾ ਵੀ ਚਿਹਰਾ ਚੇਂਜ ਹੋ ਜਾਂਦਾ ਸਹੀ ਗੱਲ ਹੈ ਇਹ ਕਹਿੰਦੇ ਨੇ ਕੰਜੈਕਸ਼ਨਸ ਹੈਗੀ ਇੱਕ ਦੂਜੇ ਨੂੰ ਮਿਲ ਲੱਗਦੀ ਹੈ ਹਾਂ ਇੱਕ ਦੂਜੇ ਦੀ એનર્ਜੀ ਜਿਹੜੀ ਐਕਸਚੇਂਜ Energy, ਹੁੰਦੀ ਹੈ ਨਾ ਹਾਂ। ਤੇ ਜਦੋਂ ਤੁਸੀਂ ਉੱਥੇ ਜਾਂਦੇ ਜੇ ਉੱਥੇ ਹੁਣ ਤੁਸੀਂ ਕਿਤੇ ਗਮੀ ਵਾਲੇ ਥਾਂ ਤੇ ਜਾਂਦੇ ਹੋ ਨਾ ਲੋਕੀ ਸਾਰਿਆਂ ਨੂੰ ਗਮੀ ਹੋਈ ਹੋਵਾ ਬਿਲਕੁਲ। ਤੁਸੀਂ ਵੀ ਉੱਥੇ ਸੈਡ ਫੀਲ ਕਰਨ ਲੱਗ ਪੈਂਦੇ ਹੋ ਹਾਂਜੀ ਜਿੱਥੇ ਤੁਸੀਂ ਇੱਕ ਖੁਸ਼ এনवायरमेंट ਜਾਂਦੇ ਤੁਹਾਡੀ ਵੀ એનર્ਜੀ ਅਪ ਹੋ ਜਾਂਦੀ ਹੈ Up ਹੋ ਸੋ ਜਾਂਦੀ ਹੈ। એનર્ਜੀ ਐਕਸਚੇਂਜ ਜ਼ਰੂਰ ਹੁੰਦਾ ਹੈ એનર્ਜੀ ਇੱਕ ਦੂਜੇ ਨੂੰ ਇਫੈਕਟ ਕਰਦੀ ਹੈ ਜੇ ਬੰਦਾ ਤੁਸੀਂ ਕਿਤੇ ਮਾਹੌਲ ਤੇ ਜਾ ਕੇ ਤੁਸੀਂ ਚੇਂਜ ਹੋ ਸਕਦੇ ਹੋ ਤੇ ਉਦਾਂ ਆਮ ਵੀ ਕਰਿਆ ਕਰੋ ਭਾਜੀ ਬੜੀ ਇੰਪੋਰਟੈਂਟ ਗੱਲ ਹੈ ਵੈਸੇ ਯੂ نو ਵਨ ਐਵਰ ਯੂ ਫੀਲ ਸੈਡ ਕਈ ਦਫਾ ਵਿਦਆਊਟ ਰੀਜ਼ਨ ਤੁਸੀਂ ਸੈਡ ਫੀਲ ਕਰਦੇ ਹੋ ਜ਼ਰਾ ਸੁਸਤ ਜਿਹਾ ਕਰਦੇ ਹੋ ਯੂ نو ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਮੈਂ ਕਿਉਂ ਕਰ ਰਿਹਾ ਕਾਤੇ ਕਰਦਾ ਉਹਦੇ ਤੋਂ ਬਾਹਰ ਨਿਕਲੋ ਫਟਾਫਟ ਦੈਟਸ ਰਾਈਟ ਤੁਹਾਡਾ ਬਹੁਤ ਗੁੱਡ ਪੁਆਇੰਟ ਹੈ ਭਾਜੀ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ ਇਹ ਹੈ ਨਾ ਹਾਂ ਆਪਣੇ ਆਪ ਸੋਚਣਾ ਚਾਹੀਦਾ ਵੀ ਮੈਂ ਕਿਉਂ ਇਦਾਂ ਫੀਲ ਕਰ ਕਿਉਂ ਰਿਹਾ feel ਕਰਦਾ? ਕੀ ਫਾਇਦਾ ਇਦਾਂ ਕਰਨ ਦਾ ਹਾਂ। ਯਾ ਕਿਉਂਕਿ ਜੋ ਕੁਝ ਪ੍ਰੋਬਲਮ ਹੁੰਦਾ ਹੈ ਉਹ ਤੁਸੀਂ ਕੋਸ਼ਿਸ਼ ਤਾਂ ਕਰਦੇ ਹੱਲ ਕਰਨ ਭਾਜੀ ਦੀ ਸਾਰਾ ਤੁਹਾਡੇ ਕੋਲੋਂ ਸਿੱਖਦਾ ਸਾਰਾ ਕੁਝ ਹੌਲੀ ਹੌਲੀ ਸਮਝ ਆ ਰਹੀ ਹੈ ਥੈਂਕ ਯੂ ਅੱਛਾ ਭਾਜੀ ਅੱਜ ਕਿਹੜੇ ਮੁੱਦੇ ਤੇ ਗੱਲ ਕਰ ਰਹੇ ਆਪਾਂ ਹਾਂਜੀ ਆਪਾਂ ਅੱਜ ਗੱਲ ਕਰਨੀ ਹੈ ਆਸਟੀਓਆਰਥਰਾਈਟਿਸ ਤੇ ਓਕੇ ਤੇ ਆਸਟੀਓਆਰਥਰਾਈਟਿਸ ਇਦਾਂ ਦੀ ਇਹ ਬਿਮਾਰੀ ਆ ਵੀ ਬਹੁਤ ਹੀ ਆਮ ਹੋ ਚੁੱਕੀ ਹੈ ਇਸ ਵੇਲੇ ਹਾਂ 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 ਤੇ ਇਹ ਖਾਸ ਕਰਕੇ ਇਹ ਸ਼ੁਰੂ ਹੁੰਦੀ ਆ ਅਬਾਊਟ 40 ਸਾਲ ਤੋਂ ਉੱਪਰ ਉਮਰ ਵਿੱਚ ਤੇ ਹੁਣ ਜੇ ਤੁਸੀਂ ਜੀਪੀ ਕੋ ਜਾਂਦੇ ਆ ਤੇ ਉਹ ਕਹਿੰਦੇ ਵੀ ਤੁਹਾਨੂੰ ਆਸਟੀਓਆਰਥਰਾਈਟਿਸ ਹੋ ਗਿਆ ਡਾਇਗਨੋਸਿਸ ਕਰ ਦਿੱਤੀ ਆ ਤੇ ਉਹ ਕਹਿ ਦਿੰਦੇ ਇਹਦੀ ਵਜ੍ਹਾ ਸਾਨੂੰ ਨਹੀਂ ਪਤਾ ਕੀ ਆ ਵੇਅਰ ਐਂਡ ਟੇਅਰ ਆ ਹਾਂਜੀ ਭਾਜੀ ਇਹ ਤਾਂ ਆਮ ਵੀ ਕਹਿ ਦਿੰਦੇ ਨੇ ਬੇਸ਼ੱਕ ਪਰ ਪਹਿਲਾਂ ਥੋੜਾ ਜਿਹਾ ਐਕਸਪਲੇਨ ਕਰੋ ਕਿਉਂਕਿ ਤੁਸੀਂ ਲਫ਼ਜ਼ ਬੜਾ ਔਖਾ ਜਿਹਾ ਯੂਜ਼ ਕਰਦੇ ਹੋ ਹੈ ਕੀ ਚੀਜ਼ ਹੈ ਵਾਟ ਇਜ਼ ਇਟ ਆਸਟੀਓਆਰਥਰਾਈਟਿਸ ਇਹ ਆ ਵੀ ਜਿਹੜੇ ਸਰੀਰ ਦੇ ਜੋੜ ਆ ਜੋੜ ਹੈ। ਹਾਂ ਜੋੜ ਆ ਉਹਨਾਂ ਵਿੱਚ ਪ੍ਰੋਬਲਮ ਆ ਜਾਂਦਾ ਆ ਤੇ ਪ੍ਰੋਬਲਮ ਇਹ ਆਉਂਦਾ ਵੀ ਜੋੜ ਦੇ ਵਿਚਾਲੇ ਕੁਝ ਹੁੰਦੀ ਕਾਰਟਲੇਜ ਤੇ ਉਹ ਕਾਰਟਲੇਜ ਜਿਹੜੀ ਉਹ ਘਸ ਜਾਂਦੀ ਜਿਹੜੇ ਸਕਰੀਨ ਤੇ ਦੇਖ ਰਹੇ ਹਾਂਜੀ ਆਪਾਂ ਦੈਟਸ ਰਾਈਟ ਸੋ ਆਪਾਂ ਜੇ ਡਾਇਗਰਾਮ ਦੇਖੀਏ ਹੈ ਨਾ ਹਾਂ ਡਾਇਗਰਾਮ ਦੁਬਾਰਾ ਪਾਓ ਪਲੀਜ਼ ਥੈਂਕ ਯੂ ਥੋੜਾ ਐਕਸਪਲੇਨ ਕਰੋ ਤੇ ਸੋ ਤੁਸੀਂ ਦੇਖ ਸਕਦੇ ਇੱਕ ਉੱਤੇ ਹੱਡੀ ਹੈ ਜਿੱਦਾਂ ਗੋਡੇ ਦੀ ਹੱਡੀ ਹੁੰਦੀ ਹੈ ਨਾ ਸੋ ਇੱਕ ਉਤਲੇ ਇੱਕ ਥੱਲੇ ਦੀ ਹੱਡੀ ਹੈ ਤੇ ਇਹਦੇ ਵਿਚਾਲੇ ਲਾਈਨਿੰਗ ਲੱਗੀ ਹੋਈ ਜਿੱਥੇ ਕਾਰਟਲੇਜ ਲਿਖਿਆ ਹੈ ਕਾਰਟਲੇਜ ਹੈ ਹਾਂ ਇਹ ਉਤਲੀ ਹੱਡੀ ਵਿੱਚ ਵੀ ਕਾਰਟਲੇਜ ਹੈ ਸਾਈਡ ਤੇ ਥੱਲੇਲੀ ਜਿਹੜੀ ਹੱਡੀ ਹੈ ਉਹ ਤੇ ਵੀ ਕਾਰਟਲੇਜ ਲੱਗਾ ਹੈ ਹਾਂਜੀ ਸੋ ਇਹ ਕਾਰਟਲੇਜ ਹੈਗਾ ਜਿੱਦਾਂ ਸ਼ੌਕ ਐਬਜ਼ੌਰਬਰ ਨਹੀਂ ਹੁੰਦਾ ਹਾਂ ਹਾਂ ਤੇ ਉਹ ਹੱਡੀਆਂ ਫਿਰ ਇੱਕ ਦੂਜੇ ਨਾਲ ਰਗੜਦੀਆਂ ਨਹੀਂ ਤੇ ਥੋੜ੍ਹਾ ਕੁਸ਼ਨਿੰਗ ਇਫੈਕਟ ਪੈਂਦਾ ਹੈ ਤੇ ਇਹਦੇ ਆਲੇ ਦੁਆਲੇ ਸਾਰੇ ਜੁਆਇੰਟ ਦੇ ਲਾਈਨਿੰਗ ਲੱਗੀ ਹੁੰਦੀ ਹੈ ਹਾਂਜੀ ਜਿਹਨੂੰ ਕੈਪਸੂਲ ਕਹਿੰਦੇ ਆ ਤੇ ਲਾਈਨਿੰਗ ਦੇ ਵਿਚਾਲੇ ਮਿਊਕਸ ਮੈਂਬਰੇਨਸ ਹੁੰਦੇ ਤੇ ਫਲੂਇਡ ਹੁੰਦੀ ਆ ਫਲੂਇਡ ਹੁੰਦੀ ਉਹਦੇ ਵਿੱਚ ਫਲੂਇਡ ਹੁੰਦੀ ਦਾ ਕਿਆ ਕਮਾਲ ਦੀ ਗੱਲ ਹੈ ਲੂਬਰੀਕੇਸ਼ਨ ਕਰਦੀ ਹੈ ਨਾ ਹਾਂ ਜਿੱਦਾਂ ਕੋਈ ਵੀ ਮਸ਼ੀਨ ਹੋਵੇ ਤੁਹਾਨੂੰ ਉਹਨੂੰ ਲੂਬਰੀਕੇਸ਼ਨ ਕਰਨਾ ਪੈਂਦਾ ਨਾ ਮਸ਼ੀਨ ਨੂੰ ਜਿੱਦਾਂ ਤੁਹਾਡਾ ਕਾਰ ਦਾ ਇੰਜਨ ਆ ਉਹ 'ਚ ਆਇਲ ਪਾਉਣਾ ਪੈਂਦਾ ਨਾ ਫਿਰ ਲੂਬਰੀਕੇਸ਼ਨ ਹੁੰਦਾ ਰਹੇ ਚੱਲਦੀ ਰਹੇ ਮਸ਼ੀਨ ਨੇ ਇਸੇ ਤਰ੍ਹਾਂ ਜੁਆਇੰਟ ਦੇ ਵਿਚਾਲੇ ਜਿਹੜਾ ਹੈਗਾ ਨਾ ਤੇ ਇੱਕ ਵਾਰ ਫੇਰ ਡਾਇਗਰਾਮ ਪਾਓ ਪਲੀਜ਼ ਸੁਖਦੇਵ ਦਿਖਾਓਗੇ ਥੋੜੀ ਦੇਰ ਪਲੀਜ਼ ਹਾਂਜੀ ਸੋ ਇਸੇ ਤਰ੍ਹਾਂ ਜੁਆਇੰਟ ਦੇ ਵਿਚਾਲੇ ਜਿਹੜੀ ਫਲੂਇਡ ਆ ਉਹ ਲੂਬਰੀਕੇਸ਼ਨ ਕਰਕੇ ਰੱਖਦੀ ਆ ਹਾਂਜੀ ਸੋ ਜਿਹੜੀ ਉਤਲੀ ਪਿਕਚਰ ਹੈ ਉਹ ਸਹੀ ਜੁਆਇੰਟ ਆ ਹਾਂਜੀ ਜਿਹੜੀ ਨੀਚੇ ਦੀ ਹੈਗੀ ਪਿਕਚਰ ਉਹ ਹੈਗਾ ਜਿੱਥੇ ਜੁਆਇੰਟ ਖਰਾਬ ਹੋਇਆ ਜਿੱਥੇ ਆਸਟੀਓਆਰਥਰਾਈਟਿਸ ਹੋਇਆ ਸੋ ਉੱਥੇ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਲਾਈਨਿੰਗ ਆ ਜੋੜ ਦੇ ਆਲੇ ਦੁਆਲੇ ਉਹ ਥਿਕਨ ਕਿੱਦਾਂ ਹੋ ਜਾਂਦੇ ਉਹ ਸਾਰੀ ਥਿਕਨਿੰਗ ਹੋ ਗਈ ਉਹਦੀ ਯੈਲੋ ਰੰਗ ਦਾ ਹੋ ਗਿਆ ਨਾ ਹਾਂ 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 ਤੇ ਉਹ ਸ਼ੇਪ ਵੀ ਖਰਾਬ ਹੋ ਗਈ ਉਹਦੀ ਬਿਲਕੁਲ ਹਾਂ 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 ਤੇ ਜਿੱਥੇ ਹੱਡੀਆਂ ਦੇ ਐਂਡ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਰਟਲੇਜ ਬਿਲਕੁਲ ਕਮ ਹੋ ਗਈ ਆ ਹਾਂਜੀ ਤੇ ਹੱਡੀ ਜਿਹੜੀ ਆ ਉਹਦੇ ਸਪਰਸ ਵੀ ਬਣ ਜਾਂਦੇ ਆ ਇਹਦਾ ਮਤਲਬ ਕਿ ਥੋੜੀ ਥੋੜੀ ਹੱਡੀ ਵੱਧ ਜਾਂਦੀ ਆ ਹਾਂਜੀ ਜਿੱਦਾਂ ਇਹ ਕਿਸੇ ਆਪ ਕਹਿੰਦੇ ਹੁੰਦੇ ਖੁੰਗਾ ਜਿਹਾ ਬਣ ਗਿਆ ਨਾ ਇਦਾਂ ਬਣ ਜਾਂਦੀ ਹੈ ਤੇ ਇਹਦਾ ਫਿਰ ਦਰਦ ਪੈਂਦਾ ਹੈ ਜਦੋਂ ਹੱਡੀ ਇੱਕ ਦੂਜੇ ਦੇ ਨਾਲ ਹੱਡੀ ਲੱਗਦੀ ਹੈ ਨਾ ਉੱਥੇ ਫਿਰ ਪੇਨ ਹੁੰਦਾ ਤੇ ਉਹ ਜਿਹੜੀ ਕੈਪਸੂਲ ਜਾਂ ਲਾਈਨਿੰਗ ਉਹਦੇ ਵਿੱਚ ਇਨਫਲੇਮੇਸ਼ਨ ਸੋਜ ਪੈ ਜਾਂਦੀ ਆ ਹਾਂਜੀ ਸੋ ਜਦੋਂ ਤਾਂ ਤੁਸੀਂ ਦੇਖਦੇ ਪਏ ਉਹ ਸੋਜ ਬਹੁਤ ਹਾਰਡ ਜਿਹੀ ਆ ਇਹਦਾ ਮਤਲਬ ਉੱਥੋਂ ਹੱਡੀ ਵਧੀ ਹੋਵਾ ਜਦੋਂ ਉਹ ਸੋਜ ਪੋਲੀ ਆ ਇਹਦਾ ਮਤਲਬ ਫਲੂਇਡ ਜ਼ਿਆਦਾ ਉੱਥੇ ਪੈਦਾ ਹੋਇਆ ਸੋ ਦਿਸ ਇਜ਼ ਦਾ ਪ੍ਰੋਬਲਮ ਤੇ ਜਿੱਦਾਂ ਆਪਾਂ ਕਹਿੰਦੇ ਪਏ ਬਹੁਤ ਆਮ
ਇਹ ਬਿਮਾਰੀ ਹੋ ਚੁੱਕੀ ਅੱਜ ਕੱਲ੍ਹ। ਤੇ 40 ਪਲੱਸ ਜਾਣੀ ਕਿ ਸ਼ੁਰੂ ਹੁੰਦੀ ਹੈ ਤਕਰੀਬਨ। ਤੇ ਰੇਅਰ ਕੇਸਿਸ ਵਿੱਚ ਪਹਿਲਾਂ ਵੀ ਉਮਰ 'ਚ ਛੋਟੀ ਉਮਰ 'ਚ ਵੀ ਹੋ ਜਾਂਦੀ, ਪਰ ਮੋਸਟਲੀ 40 ਪਲੱਸ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਇਹ ਹੁਣ ਜਿਹੜਾ ਡਾਇਗਰਾਮ ਦਿਖਾਇਆ ਨੀ ਦਾ ਦਿਖਾਇਆ ਨਾ ਸਾਰਾ, ਹਾਂਜੀ ਦੈਟਸ ਰਾਈਟ। ਪਰ ਇਹ ਕਿਤੇ ਵੀ ਨੈਕ 'ਚ ਹੋ ਸਕਦੀ ਹੈ? ਹਾਂਜੀ, ਸੋ ਕੋਈ ਖਾਸ ਜੁਆਇੰਟਸ ਹੈਗੇ ਜਿੱਥੇ ਜ਼ਿਆਦਾ ਹੁੰਦੀ ਆ, ਹਾਂ ਹਾਂ ਹਾਂ, ਤੇ ਉਹ ਹੈਗਾ ਹੈ ਗੋਡਾ ਗੁੱਡ। ਜਾਂ ਹਿਪ ਜਾਂ ਧੌਣ ਜਾਂ ਲੋਅਰ ਬੈਕ ਤੇ ਉਂਗਲਾਂ, ਇੱਥੇ ਜ਼ਿਆਦਾ ਹੁੰਦੀ ਹੈ। ਜਾਂ ਹੋਰਨਾਂ ਜੋੜਾਂ 'ਚ ਵੀ ਹੋ ਸਕਦਾ, ਵੀ ਆਮ ਇੱਥੇ ਜ਼ਿਆਦਾ ਹੁੰਦੀ ਆ ਜੀ। ਥੀਸ ਆਰ ਮੇਨ ਪੁਆਇੰਟਸ ਵੇਅਰ ਇਟ ਅਕਰਸ। ਤੇ ਇਹਦਾ ਫਿਰ ਜਦ ਤੁਸੀਂ ਜੀਪੀ ਕੋਲ ਜਾਂਦੇ ਆ ਤੇ ਉਹ ਡਾਇਗਨੋਸ ਕਰਦੇ ਆ, ਉਹ ਕਹਿੰਦੇ ਹਾਂਜੀ ਆਸਟੀਓਆਰਥਰਾਈਟਿਸ ਆ ਇਹ, ਤੇ ਫਿਰ ਉਹਨਾਂ ਕੋਲ ਕੋਈ ਇਲਾਜ ਹੈ ਨਹੀਂਗਾ। ਉਹ ਤੁਹਾਨੂੰ ਫਿਰ ਪੇਨ ਕਿਲਰਸ ਦੇਣਗੇ। ਪਹਿਲਾਂ ਪੈਰਾਸੀਟਾਮੋਲ ਤੋਂ ਸ਼ੁਰੂ ਕਰਨਗੇ, ਜੇ ਪੈਰਾਸੀਟਾਮੋਲ ਨਾ ਕੰਮ ਕੀਤਾ ਜਾਂ ਕੰਮ ਕਰਨ ਤੋਂ ਹਟ ਗਿਆ, ਫਿਰ ਕੋਕੋਡਾਮੋਲ ਦੇ ਦੇਣਗੇ। ਕੋਕੋਡਾਮੋਲ ਦੇ ਵਿੱਚ ਪੈਰਾਸੀਟਾਮੋਲ ਤੇ ਨਾਲ ਕੋਡੀਨ ਹੁੰਦੀ ਆ, ਤੇ ਥੋੜ੍ਹਾ ਜਿਹਾ ਸਟਰੋਂਗਰ ਪੇਨ ਕਿਲਰ ਹੁੰਦਾ, ਤੇ ਉਹਦੇ ਨਾਲ ਫਿਰ ਪੇਨ ਕੰਟਰੋਲ ਕਰਦੇ ਰਹਿੰਦੇ ਕਈ ਸਾਲ। ਤੇ ਪ੍ਰੋਬਲਮ ਹੈਗਾ ਜਿਹੜੀ ਕੋਡੀਨ ਆ, ਉਹਦੇ ਨਾਲ ਕਬਜ਼ ਪੈ ਜਾਂਦੀ ਆ। ਹਾਂਜੀ, ਸੋ ਕਈ ਲੋਕਾਂ ਨੂੰ ਪੇਨ ਕਿਲਰ ਖਾ ਖਾ ਕੇ ਕਬਜ਼ ਪੈ ਜਾਂਦੀ ਆ, ਤੇ ਉਹ ਪੇਨ ਕਿਲਰ ਵੀ ਹੌਲੀ ਹੌਲੀ ਉਹਨਾਂ ਦਾ ਅਸਰ ਵੀ ਖਤਮ ਹੋਣ ਲੱਗ ਪੈਂਦਾ ਹੈ, ਫਿਰ ਇੰਨਾ ਅਸਰ ਨਹੀਂ ਹੁੰਦਾ ਜਿੰਨਾ ਪਹਿਲਾਂ ਹੁੰਦਾ ਸੀ। ਸੋ ਬੜਾ ਪ੍ਰੋਬਲਮ ਆ। ਤੇ ਜਦੋਂ ਫਿਰ ਕਈ ਸਾਲ ਇਹ ਲੰਘ ਜਾਂਦੇ ਆ, ਤੇ ਫਿਰ ਕਹਿੰਦੇ ਪਏ ਜਾਂ ਤਾਂ ਤੁਹਾਡੇ ਸਟੈਰੋਇਡ ਦਾ ਟੀਕਾ ਲਾ ਦਿੰਦੇ ਆ। ਹਾਂਜੀ, ਤੋ ਸਟੈਰੋਇਡ ਦਾ ਟੀਕਾ ਜਦੋਂ ਜੋੜ ਵਿੱਚ ਲਾਉਂਦੇ ਆ, ਤਾਂ ਉਹਦੇ ਨਾਲ 2-3 ਮਹੀਨੇ ਲੰਘ ਜਾਂਦੇ ਆ, ਪੇਨ ਰਿਲੀਫ ਮਿਲ ਜਾਂਦੀ ਆ। ਹਾਂਜੀ, ਕਿਉਂਕਿ ਉਹ ਫਿਰ ਜਿਹੜੀ ਸੋਜ ਪਈ ਉਹਨੂੰ ਸਪਰੈਸ ਕਰ ਦਿੰਦਾ। ਪਰ ਉਹ ਸਟੈਰੋਇਡ ਦੇ ਸਾਈਡ ਇਫੈਕਟਸ ਵੀ ਹੁੰਦੇ ਆ। ਹਾਂਜੀ, ਸਟੈਰੋਇਡ ਇੱਦਾਂ ਵੀ ਉਹ ਜਿਹੜੀਆਂ ਹੱਡੀਆਂ ਨੂੰ ਹੋਰ ਡੈਮੇਜ ਕਰਦਾ ਸਟੈਰੋਇਡ, ਜਿਹੜਾ ਲੌਂਗ ਟਰਮ ਆ। ਤੇ ਜਦੋਂ ਬਾਡੀ ਵਿੱਚ ਵੀ ਫੈਲਦਾ ਸਟੈਰੋਇਡ, ਉਹਦੇ ਹੋਰ ਵੀ ਕਈ ਸਾਈਡ ਇਫੈਕਟਸ ਹੋ ਸਕਦੇ ਆ। ਵੇਟ ਗੇਨ ਹੁੰਦਾ, ਬਾਡੀ ਵੇਟ ਫਲੋਟਿੰਗ ਗੇਨ, ਹਾਂਜੀ ਵੇਟ ਗੇਨ ਹੋ ਜਾਂਦਾ ਹੈ, ਹੋਰ ਫਲੂਇਡ ਸਰੀਰ ਵਿੱਚ ਰੁਕਣ ਲੱਗ ਪੈਂਦੀ ਆ, ਤੇ ਹੋਰ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੋ ਜਾਂਦੇ। ਇਟਸ ਨਾਟ ਪਲੇਜ਼ੈਂਟ। ਹਾਂਜੀ, ਜੇ ਤੁਸੀਂ ਜ਼ਿਆਦਾ ਡੋਜ਼ ਲੈਂਦੇ ਸਟੈਰੋਇਡਸ ਦਾ। ਡਾਕਟਰ ਜੀ, ਤੁਸੀਂ ਦੱਸਿਆ ਕਿ ਗੋਡਿਆਂ ਦਾ ਜ਼ਿਆਦਾ ਮੇਨ ਕਾਜ਼ ਹੁੰਦਾ ਹੈ, ਤੁਸੀਂ ਵੇਸਟ ਵੀ ਮੈਂਸ਼ਨ ਕੀਤਾ ਸੀਗਾ। ਹੁਣ ਤੁਹਾਨੂੰ ਪਤਾ ਕਿ ਥੋੜ੍ਹੇ ਜਿਹੇ ਮਹੀਨੇ ਹੋਏ ਕਿਸੇ ਬੰਦੇ ਦੀ ਬੜੀ ਬੈਕ ਟਰਬਲ ਹੋ ਗਈ ਸੀਗੀ, ਔਰ ਤੁਸੀਂ ਉਹਨੂੰ ਥੋੜ੍ਹੀ ਦਵਾ ਦਿੱਤੀ ਤੇ ਉਹਨੂੰ ਕਾਫੀ ਫਰਕ ਪੈ ਗਿਆ ਸੀ, ਦਿਨਾਂ 'ਚ ਹੀ ਫਰਕ ਪੈ ਗਿਆ ਸੀ। ਹਾਂਜੀ ਹਾਂਜੀ ਲੇਕਿਨ ਉਹ ਇੱਕ ਸਾਈਡ ਤੇ ਉਹਦੀ ਸੀਗੀ, ਰਾਈਟ ਵੱਲ ਕੇ ਲੈਫਟ ਵੱਲ ਸੀਗੀ, ਵਨ ਸਾਈਡ ਆਫ ਦਾ ਵੇਸਟ, ਜਿਹੜੀ ਲੱਤ ਤੇ ਜਾਂਦੀ ਸੀਗੀ, ਹਾਂਜੀ ਹਾਂਜੀ ਤੇ ਉਹ ਕਿਉਰ ਤਾਂ ਹੋ ਗਿਆ ਉਹਦਾ। ਤੇ ਇਹ ਉਹ ਚੀਜ਼ ਹੋ ਸਕਦੀ ਹੈ ਬਿਕੋਜ਼ ਜੀਪੀ ਨੇ ਡਾਇਗਨੋਸ ਨਹੀਂ ਕੀਤੀ ਗੱਲ ਹੈ। ਨਹੀਂ, ਮੇਰੇ ਖਿਆਲ ਉਹ ਫਿਰ ਮਸਲ ਪ੍ਰੋਬਲਮ ਸੀ, ਉਹ ਜਿਹੜਾ ਇੱਕਦਮ ਠੀਕ ਹੋ ਗਿਆ ਨਾ। ਇਟ ਵਾਜ਼ਨਟ ਜੁਆਇੰਟ ਪ੍ਰੋਬਲਮ। ਅੱਛਾ, ਜੁਆਇੰਟ ਪ੍ਰੋਬਲਮ? ਨਹੀਂ, ਉਹ ਮਸਲ ਪ੍ਰੋਬਲਮ ਸੀ। ਦੈਟਸ ਰਾਈਟ, ਉਹ ਫਟਾਫਟ ਠੀਕ ਹੋ ਗਿਆ। ਤੇ ਜਿਹੜਾ ਜੁਆਇੰਟ ਪ੍ਰੋਬਲਮ ਇਹ ਫਿਰ ਜ਼ਿਆਦਾ ਕਰੋਨਿਕ ਸਵੇਅਰ ਪ੍ਰੋਬਲਮ ਬਣ ਜਾਂਦਾ ਹੈ। ਹਾਂਜੀ, ਤੇ ਆਪਾਂ ਕੀ ਕਹਿ ਸਕਦੇ ਹੋਰ, ਸੋ ਇਹ ਫਿੰਗਰਸ ਜਿੱਦਾਂ ਆਪਾਂ ਦੱਸਿਆ, ਕਾਫੀ ਫਿੰਗਰਸ ਨੂੰ ਇਫੈਕਟ ਕਰਦਾ। ਤੇ ਇਹ ਫਿਰ ਫਿੰਗਰਸ ਥੋੜ੍ਹੀਆਂ ਉਹਨਾਂ ਸ਼ੇਪ ਵੀ ਖਰਾਬ ਹੋ ਜਾਂਦੀ ਉਂਗਲਾਂ ਦੀ ਕਰਕੇ। ਉਹ ਜਿਹੜੀ ਜੁਆਇੰਟ ਦੇ ਦੁਆਲੇ ਹੁੰਦੀ ਹੈ ਨਾ ਲਾਈਨਿੰਗ ਹੋਈ, ਉਹਦੇ ਵਿੱਚ ਸੋਜ ਪੈਣ ਨਾਲ, ਤੇ ਉਹ ਫਿਰ ਉੱਥੇ ਡੈਮੇਜ ਹੋ ਜਾਂਦੀ ਆ ਜਿਹੜੀ ਲਾਈਨਿੰਗ ਆ। ਹਾਂਜੀ, ਸੋ ਉਹਨੂੰ ਜੁਆਇੰਟ ਨੂੰ ਸਿੱਧਾ ਨਹੀਂ ਰੱਖ ਸਕਦੀ, ਕਈ ਵਾਰੀ ਫਿਰ ਉਂਗਲਾਂ ਬਿੰਗੀਆਂ ਵੀ ਹੋ ਜਾਂਦੀਆਂ। ਹਾਂਜੀ, ਤੇ ਭਾਜੀ ਇਹ ਜਦੋਂ ਸਪੈਸ਼ਲੀ ਜੇ ਉਂਗਲਾਂ ਦੀ ਮੈਂ ਗੱਲ ਕਰਾਂ, ਔਰ ਕਈ ਮੈਂ ਤੁਹਾਨੂੰ ਇਹ ਵੀ ਮੈਂ ਤੁਹਾਨੂੰ ਸਵਾਲ ਪੁੱਛ ਚੁੱਕਿਆ, ਬੜੀ ਦੇਰ ਹੋ ਗਈ ਹੈ, ਬੜੀਆਂ ਡਿਸਫਿਗਰ ਹੋ ਜਾਂਦੇ ਨੇ, ਔਰ ਇਨਫੈਕਟ ਫੰਕਸ਼ਨ ਵੀ ਪ੍ਰੋਪਰ ਨਹੀਂ ਕਰਦੇ ਆ, ਗਲਾਸ ਨਹੀਂ ਪਕੜ ਸਕਦੇ ਅੱਛੀ ਤਰ੍ਹਾਂ, ਕਿਉਂਕਿ ਉਹਦਾ ਦੀ ਸ਼ੇਪ ਹੀ ਹੋਰ ਹੋ ਜਾਂਦੀ ਹੈ ਨਾ। ਹਾਂਜੀ ਦੈਟਸ ਰਾਈਟ। ਸੋ ਇੱਦਾਂ ਹੀ ਉਂਗਲਾਂ ਬਿੰਗੀਆਂ ਵੀ ਹੋ ਸਕਦੀਆਂ। ਬਿਲਕੁਲ। ਤੇ ਇੱਕ ਹੋਰ ਤਰ੍ਹਾਂ ਦਾ ਆਰਥਰਾਈਟਿਸ ਹੈ ਰੂਮੇਟੋਇਡ ਆਰਥਰਾਈਟਿਸ, ਤੇ ਉਹਦੇ ਵਿੱਚ ਜ਼ਿਆਦਾ ਮਿਸਸ਼ੇਪਨ ਹੁੰਦੀਆਂ। ਅੱਛਾ, ਉਹਦੇ ਨਾਲ ਹਾਂ, ਉਹਦੇ ਵਿੱਚ ਜ਼ਿਆਦਾ ਹੁੰਦੀਆਂ। ਤੇ ਆਸਟੀਓਆਰਥਰਾਈਟਿਸ ਵੀ ਹੁੰਦੀਆਂ, ਪਰ ਇੰਨੀ ਸ਼ਕਲ ਉਹਦੀ ਸ਼ੇਪ ਨਹੀਂ ਬਦਲਦੀ ਹੈ ਜਿੰਨੀ ਰੂਮੇਟੋਇਡ ਆਰਥਰਾਈਟਿਸ। ਭਾਜੀ ਜੇ ਹੱਥਾਂ ਦਾ ਸਪੈਸ਼ਲੀ ਜੇ ਮੈਂ ਗੱਲ ਕਰਾਂ, ਕੋਈ ਸਵੇਅਰ ਕੇਸ ਹੋਵੇ, ਕਿਉਂਕਿ ਬੜੀ ਹੱਥ ਤੇ ਤੁਹਾਨੂੰ ਪਤਾ ਜਿਸਮ ਦਾ ਤਾਂ ਸਾਰਾ ਕੁਝ ਹੀ ਇੰਪੋਰਟੈਂਟ ਹੈਗਾ, ਪਰ ਕਿਉਂਕਿ ਹੱਥ ਆਪਾਂ ਕਿੱਦਾਂ ਹੁਣ ਬੜਾ ਮੈਂ ਆਪਣੇ ਆਪ ਨੂੰ ਕਿੱਦਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ, ਹਰ ਚੀਜ਼ ਤਾਂ ਅਸੀਂ ਹਰ ਯੂਜ਼ ਕਰਦੇ ਹਾਂ, ਜ਼ੁਬਾਨ ਹੋਈ, ਅੱਖਾਂ ਹੋਈਆਂ, ਨੱਕ ਹੋਇਆ, ਹੱਥ ਪੈਰ ਹੋਏ, ਲੇਕਿਨ ਜਦੋਂ ਤੁਸੀਂ ਕੰਮ ਵੀ ਕਰਦੇ ਹੱਥਾਂ ਦੇ ਨਾਲ, ਇਹਦੇ ਤੇ ਕੋਈ ਜਦੋਂ ਕਾਫੀ ਡਿਸਫਿਗਰ ਹੋ ਜਾਂਦੇ, ਕੋਈ ਇਲਾਜ ਹੈਗਾ ਤਾਂ ਕੋਈ ਠੀਕ ਹੋ ਸਕਦਾ? ਜਦੋਂ ਫਿਰ ਜ਼ਿਆਦਾ ਡਿਸਫਿਗਰ ਹੋ ਜਾਂਦੇ ਫਿਰ ਬੜਾ ਮੁਸ਼ਕਿਲ ਹੈ ਇਹਦਾ ਇਲਾਜ। ਅੱਛਾ, ਮੁਸ਼ਕਿਲ ਹੈ। ਦੈਟਸ ਰਾਈਟ ਹੀ ਹੈ। अर्ਲੀ ਸਟੇਜਸ ਫੜ ਲਓ ਨਾ, ਉੱਥੇ ਦੀ ਉੱਥੇ ਰੁਕ ਜਵੇ ਬਿਮਾਰੀ ਤਾਂ ਫਿਰ ਠੀਕ ਆ। ਹਾਂਜੀ, ਪਰ ਜਦੋਂ ਇੱਕ ਵਾਰੀ ਡੈਮੇਜ ਹੋ ਗਏ, ਫਿਰ ਉਹ ਵਾਪਸ ਲਿਆਉਣੇ ਆਲਮੋਸਟ ਇੰਪੋਸੀਬਲ ਹੋ ਜਾਂਦੇ ਆ। ਹਾਂਜੀ, ਸੋ ਵੈਰੀ ਡਿਫਿਕਲਟ। ਭਾਜੀ ਜਦੋਂ ਮੈਂ ਹਮੇਸ਼ਾ ਕਹਿੰਦਾ, ਬੜੀ ਜਾਣ ਪਛਾਣ ਆ, ਲੋਕ ਬੜੇ ਜੁੜਦੇ ਨੇ ਕਾਲ ਚੱਲ ਦੇ ਨਾਲ, ਬੜੀ ਵਾਕਫੀਅਤ ਹੋ ਜਾਂਦੀ ਹੈ, ਦੁਨੀਆ ਭਰ ਵਾਕਫੀਅਤ ਹੋ ਜਾਂਦੀ, ਜਿਨ੍ਹਾਂ ਨੂੰ ਮੈਂ ਕਦੇ ਕੋਈ ਮਿਲਿਆ ਨਾਲ ਨਹੀਂ ਨਾ, ਉਹਨਾਂ ਨਾਲ ਵੀ ਜਾਣ ਪਛਾਣ, ਕਿਉਂਕਿ ਟੀਵੀ ਤੇ ਦੇਖ ਕੇ ਬੰਦੇ ਬੜੀ ਪਿਆਰ ਮੁਹੱਬਤ ਕਰਦੇ ਨੇ, ਤੇ ਉਹ ਮੈਨੂੰ ਇਸੇ ਕਰਕੇ ਸਵਾਲ ਵੀ ਆਉਂਦੇ ਰਹਿੰਦੇ ਨੇ, ਕੋਈ ਨਾ ਕੋਈ ਆਪਣੀ ਫੁੱਟ ਜਾਂਦੀ ਹੈ ਗੱਲ
ਕਈ ਦਫਾ ਕਿਤੇ ਬੈਠੇ ਹੁੰਦੇ ਉੱਥੇ ਗੱਲ ਹੁੰਦੀ ਤਾਂ ਮੈਂ ਡਾਕਟਰ ਨੂੰ ਪੁੱਛ ਲੈਂਦਾ। ਡਾਕਟਰ ਜਦੋਂ ਇੱਕ ਕਈ ਬੰਦਿਆਂ ਦੇ ਮੈਂ ਦੇਖੇ ਜਿਹੜੇ ਕੁੜੀਆਂ ਹੁੰਦੀਆਂ ਨੇ ਨਾ, ਉਹ ਹੱਡੀ ਬਾਂਹ ਨਿਕਲ ਜਾਂਦੀ, ਬੜੀ ਸ਼ਾਰਪ ਹੋ ਜਾਂਦੀ ਆ, ਡਿਸਫਿਗਰ ਹੋ ਜਾਂਦੀ ਹੈ ਬਾਂਹ। ਹਾਂਜੀ ਹਾਂਜੀ ਦੱਸ ਉਹ ਵੀ ਹੁੰਦਾ ਨਾ? ਹਾਂ ਉਹ ਵੀ ਹੋ ਜਾਂਦਾ। ਇਜ਼ ਦਿਸ ਸਮਥਿੰਗ ਸਿਮਿਲਰ? ਉਹ ਸਿਮਿਲਰ ਆ। ਉਹ ਕੂਹਣੀਆਂ ਵਿੱਚ ਜ਼ਿਆਦਾ ਆਸਟੀਓਆਰਥਰਾਈਟਿਸ ਨਹੀਂ ਇੰਨਾ ਹੁੰਦਾ ਕੂਹਣੀਆਂ ਵਿੱਚ, ਉੱਥੇ ਜ਼ਿਆਦਾ ਰੂਮੇਟੋਇਡ ਆਰਥਰਾਈਟਿਸ। ਹਾਂਜੀ ਦੈਟਸ ਰਾਈਟ। ਤੇ ਉਹ ਵੀ ਫਿਰ ਜਿੱਦਾਂ ਤੁਸੀਂ ਕਹਿੰਦੇ ਆ ਨਾ, ਉਹ ਜਿਹੜਾ ਜੁਆਇੰਟ ਹੈ ਡੈਮੇਜ ਹੋ ਕੇ ਹੱਡੀ ਬਾਹਰ ਨੂੰ ਆ ਜਾਂਦੀ ਆ, ਤੇ ਉਹਨਾਂ ਦਾ ਬਹੁਤ ਡਿਫੀਕਲਟ ਆ ਕਰਕੇ ਉਹ ਇੱਦਾਂ ਹੁੰਦਾ ਵੀ ਸਟਿਫਨੈਸ ਬਹੁਤ ਹੋ ਜਾਂਦੀ ਉਹਨਾਂ ਦੇ, ਤੇ ਉਹ ਜੁਆਇੰਟ ਨੂੰ ਹਿਲਾਉਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ ਹੈ। ਤੇ ਨਿਸ਼ਾਨੀਆਂ ਇਹਦੀਆਂ ਇਹੀ ਹੁੰਦੀਆਂ ਆਸਟੀਓਆਰਥਰਾਈਟਿਸ ਦੀਆਂ ਵੀ ਪਹਿਲਾਂ ਜਦੋਂ ਤੁਸੀਂ ਲੰਮੇ ਪਏ ਆ ਜਾਂ ਇੱਕ ਥਾਂ ਬੈਠੇ ਆ ਤਾਂ ਬਾਹਲਾ ਪੇਨ ਨਹੀਂ ਹੁੰਦਾ ਹੈਗਾ, ਪਰ ਜਦੋਂ ਤੁਸੀਂ ਹਿੱਲਣ ਲੱਗਦੇ ਆ ਤੇ ਬਹੁਤ ਹੀ ਮਹਿਸੂਸ ਹੁੰਦਾ ਵੀ ਸਟਿਫਨੈਸ ਹੋ ਗਈ ਤੇ ਜੋੜ ਐਨ ਆਕੜ ਜਾਂਦਾ ਹੈ ਨਾ। ਜਦੋਂ ਤੁਸੀਂ ਫਿਰ ਹਿੱਲਣ ਲੱਗਦੇ ਫਿਰ ਕਾਫੀ ਤਕਲੀਫ ਹੁੰਦੀ ਆ। ਜੇ ਫਿਰ ਤੁਸੀਂ ਤੁਰਦੇ ਆ ਉਹ ਜੁਆਇੰਟ ਯੂਜ਼ ਕਰਦੇ ਆ ਤਾਂ ਪੇਨ ਹੁੰਦਾ ਰਹਿੰਦਾ ਹੈ ਜੀ। ਇਹਦੀ ਖਾਸ ਨਿਸ਼ਾਨੀ ਇਹੀ ਆ। ਤੇ ਅਸੀਂ ਫਿਰ ਇੱਥੇ ਸਪਲੀਮੈਂਟਸ ਵਰਤੀਦੇ ਆ। ਆਪਾਂ ਥੋੜਾ ਕਾਲ ਲੈ ਲਈਏ, ਮੈਂ ਤੇ ਜਾਰੀ ਰੱਖਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸਣਾ ਚਾਹੋਗੇ? ਕਿੱਥੋਂ ਬੋਲਦੇ ਹੋ, ਕੌਣ ਬੋਲਦੇ ਹੋ ਜੀ? ਅੱਛਾ, ਮੇਰਾ ਨਾਮ ਰਾਣੀ ਹੈ, ਮੈਂ ਇੱਥੇ ਸਾਊਥ ਤੋਂ ਬੋਲਦੀ ਹਾਂ। ਹਾਂਜੀ, ਸਵਾਗਤ ਕਰਦੇ ਹਾਂ। ਜਦੋਂ ਤੁਸੀਂ ਗੱਲ ਕਰੋਗੇ ਸਿੱਧਾ ਡਾਕਟਰ ਜੀ ਤੁਹਾਡੇ ਜਵਾਬ ਦੇਣਗੇ। ਬੋਲੋ ਜੀ। ਹਾਂਜੀ ਭਾਜੀ। ਅੱਛਾ ਡਾਕਟਰ ਸਾਹਿਬ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦਾ ਨਾ ਕੰਨ ਦੇ ਵਿੱਚ ਜਿੱਦਾਂ ਕਈ ਵਾਰੀ ਸਾਹ ਦੀ ਆਵਾਜ਼ ਆਉਂਦੀ ਹੈ, ਕਈ ਵਾਰੀ ਪੇਨ ਹੁੰਦੀ ਆ ਤੇ ਨੀਅਰਲੀ ਹੁਣ ਪਤਾ ਨੀਗਾ, ਉਹ ਡਾਕਟਰ ਦਵਾ ਵੀ ਲੈ ਹਟੇ ਆ, ਤੇ ਕੀ ਉਹਦਾ ਹੋ ਸਕਦਾ ਹੈ? ਹਾਂਜੀ, ਕਿੰਨਾ ਚਿਰ ਹੋ ਗਿਆ ਭੈਣ ਜੀ ਉਹਨਾਂ ਨੂੰ? ਨੀਅਰਲੀ ਸਾਲ ਤਾਂ ਹੋ ਹੀ ਗਿਆ ਆ। ਥੋੜਾ ਸੀਗਾ, ਕਈ ਵਾਰ ਤਾਂ ਕੁਝ ਵੀ ਨਹੀਂ ਹੁੰਦਾ, ਕਈ ਵਾਰੀ ਥੋੜਾ ਹੁੰਦਾ ਹੈ, ਕਈ ਵਾਰ ਜ਼ਿਆਦਾ ਹੋ ਜਾਂਦਾ। ਹਾਂਜੀ ਦੈਟਸ ਰਾਈਟ। ਸੋ ਆਪਾਂ ਇਸੇ ਗੱਲ ਬਾਰੇ ਆਪਾਂ ਕੁਝ ਤੁਹਾਡੇ ਵਿਚਾਰ ਕਰਦੇ ਸੀ ਪਹਿਲਾਂ। ਹਾਂਜੀ। ਤੇ ਜੇ ਤਾਂ ਇਦਾਂ ਆਵਾਜ਼ ਆਉਂਦੀ ਰਹਿੰਦੀ ਆ ਇਹਦਾ ਮਤਲਬ ਅੰਦਰਲੇ ਪਾਸੇ ਕੰਨ ਦੇ ਥੋੜ੍ਹੇ ਜਿਹੇ ਡੈਮੇਜ ਹੋ ਗਿਆ। ਅੱਛਾ ਜੀ। ਤੇ ਇਹਨੂੰ ਟਿਨਟਸ ਕਹਿੰਦੇ ਆ। ਹਾਂਜੀ। ਤੇ ਹੁਣ ਸਾਡੇ ਕੋਲ ਕੁਝ ਦਵਾਈਆਂ ਹੈਗੀਆਂ ਜਿਹੜੀਆਂ ਇਹ ਟ੍ਰੀਟਮੈਂਟ ਕਰਨ ਲਈ। ਅੱਛਾ ਜੀ। ਤੇ ਪਰ ਜੀਪੀ ਕੋਲ ਇਹਦੇ ਲਈ ਕੋਈ ਟ੍ਰੀਟਮੈਂਟ ਨਹੀਂ ਹੈਗੀ। ਹਾਂਜੀ। ਤੇ ਅਸੀਂ ਵੀ ਪਹਿਲਾਂ ਕਹਿ ਦਿੰਦੇ ਹੁੰਦੇ ਸੀ ਇਹਦਾ ਕੋਈ ਪੱਕਾ ਟ੍ਰੀਟਮੈਂਟ ਨਹੀਂ ਹੈਗਾ। ਹਾਂਜੀ। ਤੇ ਹੁਣ ਸਾਡੇ ਕੋਲ ਦਵਾਈਆਂ ਹੈਗੀਆਂ, ਕੁਝ ਅਸੀਂ ਡਿਵੈਲਪ ਕੀਤੀਆਂ ਤੇ ਰਿਸਰਚ ਕੀਤੀ, ਤੇ ਇਹਦਾ ਇਲਾਜ ਅਸੀਂ ਕਹਿ ਸਕਦੇ ਹਾਂ ਪਈ। ਠੀਕ ਹੈ, ਫਿਰ ਤੁਹਾਨੂੰ ਫੋਨ ਕਰਕੇ ਅਸੀਂ ਫਿਰ ਕਰ ਲਈਏ, ਹਨਾ? ਹਾਂਜੀ, ਤੁਸੀਂ ਫਿਰ ਫੋਨ ਨੰਬਰ ਲੈ ਕੇ ਚੈਨਲ ਤੋਂ ਤੇ ਕੰਟੈਕਟ ਕਰ ਲਿਓ। ਜੀ ਹੋਪ ਤੁਸੀਂ ਸ਼ੁਰੂਆਤ ਦੇ ਦੇਖਣਾ ਪ੍ਰੋਗਰਾਮ, ਅਸੀਂ ਇਹਦੇ ਬਾਰੇ ਗੱਲਬਾਤ ਕੀਤੀ ਸੀ ਚਰਚਾ। ਡਾਕਟਰ ਜੀ ਕਿਸੇ ਦਾ ਇਲਾਜ ਕਰਦੇ ਉਹਨੂੰ ਫਰਕ ਪਿਆ, ਤਕਰੀਬਨ 80% ਫਰਕ ਪੈ ਗਿਆ। ਕੋਈ ਗਰੰਟੀ ਨਹੀਂ ਹੁੰਦੀ, ਲੇਕਿਨ ਕਈ ਲੋਕਾਂ ਨੂੰ ਫਰਕ ਪੈ ਜਾਂਦਾ। ਤੇ ਮੈਂ ਹਮੇਸ਼ਾ ਕਹਿ ਦਿੰਦਾ, ਅਗਰ ਤੁਹਾਨੂੰ ਬਿਮਾਰੀ ਹੈ ਨਹੀਂ ਹੈ, ਬੜੀ ਚੰਗੀ ਗੱਲ ਹੈ। ਜੇ ਨਹੀਂ ਹੈ, ਪ੍ਰੋਗਰਾਮ ਦੇਖਿਆ ਕਰੋ, ਬੜੀ ਸਮਝ ਆਉਂਦੀ ਉਹਦੇ ਵਿੱਚ। ਡਾਕਟਰ ਜੀ ਹੁਣੀ ਮੈਸੇਜ ਹੈ, ਆਪਾਂ ਸਟੀਰੋਇਡ ਦੀ ਗੱਲ ਕਰਦੇ ਸੀ ਨਾ, ਤੇ ਉਹ ਖਾਣ ਨਾਲ ਉਹਦਾ ਜ਼ਿਆਦਾ ਕੀ ਨੁਕਸਾਨ ਹੋ ਸਕਦਾ ਉਹਦਾ? ਸੌਰੀ, ਕਾਹਦੇ ਬਾਰੇ? ਸਟੀਰੋਇਡ ਵਗੈਰਾ ਜਿਹੜੇ ਖਾਂਦੇ ਨਾ ਆਪਾਂ, ਤੁਸੀਂ ਕਹਿੰਦੇ ਨਾ। ਹਾਂਜੀ, ਇੰਜੈਕਸ਼ਨ ਜਿਹੜੇ। ਅੱਛਾ ਸਟੀਰੋਇਡ ਇੰਜੈਕਸ਼ਨ। ਹਾਂ ਹਾਂਜੀ। ਸੋ ਸਟੀਰੋਇਡ ਇੰਜੈਕਸ਼ਨ ਮੇਰਾ ਤਾਂ ਇਹ ਸਲਾਹ ਹੈ ਵੀ ਨਹੀਂ ਲਵਾਉਣੇ ਚਾਹੀਦੇ, ਕਿਉਂਕਿ ਉਹ ਟੈਂਪਰੇਰੀ ਕੰਮ ਕਰਦੇ ਆ, ਥੋੜਾ ਜਿਹਾ ਰਿਲੀਫ ਮਿਲ ਜਾਂਦਾ ਜ਼ਰੂਰ। ਇਹ ਉਦੋਂ ਲੱਗਦੇ ਨੇ ਜਦੋਂ ਐਕਸਟ੍ਰੀਮ ਕੇਸ ਹੁੰਦਾ ਨਾ। ਹਾਂਜੀ, ਲੇਟਰ ਔਨ ਲਾਉਂਦੇ ਇੱਕਦਮ 10 ਸਾਲ, ਜਦੋਂ ਪੇਨ ਕਿਲਰਸ ਨਾ ਕੰਮ ਕਰਨ, ਹਨਾ, ਤੇ ਜਾਂ ਤੁਸੀਂ ਨਹੀਂ ਸਹਿ ਸਕਦੇ ਪੇਨ ਕਿਲਰਸ, ਤੁਹਾਡੀ ਬਾਡੀ ਨਹੀਂ ਸਹਿੰਦੀ ਹੈਗੀ, ਤੇ ਫਿਰ ਉਹ ਇੰਜੈਕਸ਼ਨ ਸੁਜੈਸਟ ਕਰ ਦਿੰਦੇ ਆ ਵੀ ਨੈਕਸਟ ਸਟੈਪ ਇਹ ਆ। ਤੇ ਪਰ ਸਟੀਰੋਇਡ ਇੰਜੈਕਸ਼ਨ ਮੇਰੀ ਸਮਝ ਤਾਂ ਇਹ ਆ ਵੀ ਉਹ ਚੰਗੀ ਗੱਲ ਨਹੀਂ ਹੈਗੀ ਸਟੀਰੋਇਡ ਇੰਜੈਕਸ਼ਨ ਲਾਉਣਾ, ਕਿਉਂਕਿ ਉਹਨਾਂ ਕੋਲ ਹੋਰ ਕੋਈ ਖਾਸ ਟ੍ਰੀਟਮੈਂਟ ਨਹੀਂ ਹੈਗੀ ਇਹਦੇ ਪ੍ਰੋਬਲਮ ਬਾਰੇ। ਤਾਂ ਉਹ ਇਹੀ ਆ ਵੀ ਉਹ ਫਿਰ ਸੁਜੈਸਟ ਕਰ ਦਿੰਦੇ ਨੈਕਸਟ ਸਟੈਪ ਇਹੀ ਆ ਵੀ ਟੀਕਾ ਲਵਾ ਲਓ, 2-3 ਮਹੀਨੇ ਤੁਹਾਡੇ ਲੰਘ ਜਾਣਗੇ। ਹਾਂਜੀ, ਪਰ ਉਹ 2-3 ਮਹੀਨੇ ਬਾਅਦ ਤੁਸੀਂ ਮੁੜ ਕੇ ਫਿਰ ਉੱਥੇ ਆ ਜਾਂਦੇ ਆ। ਸੋ ਡਾਕਟਰ ਜੀ ਸਟੇਟਮੈਂਟ ਦੇ ਰਹੇ, ਕਿਉਂਕਿ ਡਾਕਟਰ ਜੀ ਜਦੋਂ ਮੈਂ ਹਮੇਸ਼ਾ ਹਰ ਸ਼ੋਅ ਕਹਿੰਦਾ ਹੁੰਦਾ ਕਿ ਬਹੁਤ ਕੁਝ ਪਤਾ ਕਰਦੇ ਨੇ, ਪਹਿਲਾਂ ਡਾਇਗਨੋਸ ਕਰਦੇ ਨੇ, ਪੇਸ਼ੈਂਟ ਦੀ ਗੱਲ ਕਰਦੇ, ਹਿਸਟਰੀ ਕਰਦੇ ਨੇ, ਹਰ ਤਰ੍ਹਾਂ ਦੀ ਫੈਮਿਲੀ ਦੀ ਗੱਲਬਾਤ ਹੁੰਦੀ ਹੈ। ਇਹ ਜਿਹੜੀ ਡਾਕਟਰ ਨੇ ਸਟੇਟਮੈਂਟ ਦਿੱਤੀ ਬੜੀ ਜਨਰਲਾਈਜ਼ ਸਟੇਟਮੈਂਟ ਹੈਗੀ ਹੈ, ਤੇ ਪੱਕਾ ਦੱਸ ਸਕਦੇ ਨੇ, ਮਿਲ ਕੇ ਦੇਖ ਕੇ ਕਰ ਸਕਦੇ ਨੇ। ਤੇ ਬਾਕੀ ਤੁਹਾਡਾ ਜੀਪੀ ਕਹਿੰਦਾ ਤੁਸੀਂ ਉਹਦੀ ਐਡਵਾਈਸ ਲਿੱਤੀ ਹੈ, ਆਮ ਸ਼ੋਅ ਕਿ ਉਹ ਵੀ ਉਹਨਾਂ ਨੇ ਤੁਹਾਨੂੰ ਅੱਛੀ ਦਵਾਈ ਦਿੱਤੀ ਹੋਣੀ ਆ, ਉਹਦੇ ਨਾਲ ਫਰਕ ਪਿਆ ਨਹੀਂ ਪਿਆ। ਹੁਣ ਡਾਕਟਰ ਜੀ ਕਈ ਦਫਾ ਜ਼ਰੂਰੀ ਨਹੀਂ ਹੁੰਦਾ ਜੇ ਇਹਦੇ ਨਾਲ ਫਰਕ ਪੈ ਸਕਦਾ, ਲੇਕਿਨ ਉਹ ਫਿਰ ਡਿਪੈਂਡੈਂਟ ਹੋ ਜਾਂਦਾ ਨਾ ਉਹਦੇ ਤੇ। ਦੈਟਸ ਰਾਈਟ। ਤੇ ਉਹ ਜਦੋਂ ਉਹਦਾ ਅਸਰ ਖਤਮ ਹੋ ਗਿਆ ਟੀਕੇ ਦਾ, ਤਾਂ ਮੁੜ ਕੇ ਫਿਰ ਤੁਹਾਡੇ ਸਿੰਪਟਮ ਆ ਜਾਣੇ, ਫਿਰ ਸਿੰਪਟਮ ਆ ਜਾਣੇ, ਫਿਰ ਦੁਬਾਰਾ ਫਿਰ ਟੀਕਾ ਲਵਾਉਣਾ ਪੈਣਾ। ਸੋ ਕਿੰਨੀ ਵਾਰੀ ਤੁਸੀਂ ਟੀਕਾ ਲਵਾਈ ਜਾਓਗੇ? ਹਾਂਜੀ, ਦੈਟਸ ਰਾਈਟ। ਸੋ ਮੈਂ ਜੀਪੀ ਦੇ ਖਿਲਾਫ ਨਹੀਂ ਕੁਝ ਵੀ ਕਹਿੰਦਾ ਹੈਗਾ, ਜੋ ਤੁਹਾਨੂੰ ਉਹ ਐਡਵਾਈਸ ਦਿੰਦੇ ਉਹ ਆਪਣੇ ਵੱਲੋਂ ਸਹੀ ਐਡਵਾਈਸ ਦਿੰਦੇ ਆ। ਬਿਲਕੁਲ ਉਹੀ ਮੈਂ ਕਹਿ ਰਿਹਾ ਨਾ। ਹਾਂਜੀ, ਕਰਕੇ ਉਹਨਾਂ ਦਾ ਇਹ ਪ੍ਰੋਟੋਕਾਲ ਹੁੰਦਾ, ਉਹਨਾਂ ਦਾ ਪ੍ਰੋਸੀਜਰ ਹੁੰਦਾ ਹੈ, ਤੇ ਉਹ ਫੋਲੋ ਕਰ ਰਹੇ। ਸੋ ਮੈਂ ਇਦਾਂ ਨਹੀਂ ਕਹਿੰਦਾ ਵੀ ਜੀਪੀ ਗਲਤ ਕਰ ਰਹੇ ਜਾਂ ਕੁਝ ਉਹ ਨਹੀਂ ਚੰਗਾ ਨਹੀਂ ਕਰ ਰਹੇ। ਇਹ ਹੈਗਾ ਕਿ ਇਹ ਤੁਸੀਂ ਗੱਲ ਸਟੇਟਮੈਂਟ ਠੀਕ ਹੋ ਸਕਦੀ ਹੈ
ਕਿ ਹਾਂ ਉਹ ਜਿਹੜਾ ਹੁੰਦਾ ਇਲਾਜ ਉਹ ਸ਼ਾਰਟ ਜਿੱਦਾਂ ਹੁਣ ਭਾਜੀ ਜਿਹੜੇ ਪੈਰਾਸੀਟਾਮੋਲ ਤੁਸੀਂ ਖਾਂਦੇ ਕੋਈ ਵੀ ਪੇਨ ਕਿਲਰ ਖਾਂਦੇ ਹੋ ਉਹ ਪਰਮਨੈਂਟ ਇਲਾਜ ਨਹੀਂ ਹੁੰਦੇ ਉਹ ਤਾਂ ਟੈਂਪਰੇਰੀ ਤੁਹਾਡੀ ਪੇਨ ਤੋਂ ਤੁਹਾਨੂੰ ਰਿਲੀਵ ਹੋ ਜਾਂਦੀ ਤੁਹਾਡੀ ਐਗਜ਼ੈਕਟਲੀ ਹਾਂਜੀ ਦੈਟਸ ਰਾਈਟ ਸੋ ਜੇ ਤੁਸੀਂ ਕੋਕੋਡਮੋਲ ਖਾਂਦੇ ਆ ਤੁਹਾਡੇ 4 ਘੰਟੇ ਰਿਲੀਫ ਮਿਲ ਜਾਂਦਾ ਪੇਨ ਬਿਲਕੁਲ ਦੈਟਸ ਜੇ ਰਾਈਟ ਖਾਈ ਜਾਓਗੇ ਉਨੀ ਦੇਰ ਉਹਦੀ ਰਿਲੀਫ ਦੇਗੀ ਆਪੇ ਕਾਲ ਹੋ ਲੈ ਲਈ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋਗੇ ਹਾਂਜੀ ਮੈਂ ਸਰਜੀਤ ਕੌਰ ਬੋਲਦੀ ਆ ਹਾਂਜੀ ਮੈਂ ਅੱਗੇ ਵੀ 2 ਵਾਰੀ ਕੀਤਾ ਡਾਕਟਰ ਸਾਹਿਬ ਨੂੰ ਪਰ ਉਹ ਜਿਹੜਾ ਹੁਣ ਦੱਸ ਕੇ ਹਟੇ ਨਾ ਇਹੀ ਪ੍ਰੋਬਲਮ ਮੇਰੇ ਕੋਲ ਪਰ ਜੀ ਤੁਹਾਡੀ ਬਾਤ ਥੋੜੀ ਮੱਧਮ ਹੋ ਗਈ ਜ਼ਰਾ ਉੱਚੀ ਬੋਲੋਗੇ ਹਾਂਜੀ ਮੈਂ ਇਹੀ ਤੁਹਾਨੂੰ ਦੱਸਣਾ ਜਿਹੜਾ ਹੁਣ ਸੈਂਪਲ ਦੱਸ ਕੇ ਹਟੇ ਆ ਨਾ ਡਾਕਟਰ ਸਾਹਿਬ ਇਹੀ ਮੇਰੇ ਮਸਲਾਂ 'ਚ ਪ੍ਰੋਬਲਮ ਹੋ ਅੱਛਾ ਹਾਂਜੀ ਤੇ ਡਾਕਟਰ ਦੀ ਦਵਾਈਆਂ ਤਾਂ ਮੈਂ ਖਾਂਦੀ ਆ ਬਾਈਪਾਸ ਵੀ ਮੇਰਾ ਹੋਇਆ ਆ ਪਰ ਬਹੁਤ ਤਕਲੀਫ ਆ ਤੁਹਾਨੂੰ ਫਿਰਨ ਦੀ ਹਾਂਜੀ ਕਿਹੜੇ ਬੈਠਿਆ ਨਹੀਂ ਦੁੱਖ ਦਾ ਕੁਝ ਵੀ ਮਸਲ ਜਿੱਦਾਂ ਫੁੱਲ ਜਾਏ ਜਾਂਦੇ ਆ ਹਾਂਜੀ ਕਿਹੜੀ ਜੋੜਾਂ ਵਿੱਚ ਪ੍ਰੋਬਲਮ ਹੈ ਭੈਣ ਜੀ ਮੇਰੇ ਤਾਂ ਟੈਗ ਤੋਂ ਲਾ ਕੇ ਥੱਲੇ ਲੱਤਾਂ ਤੱਕ ਬਹੁਤ ਪ੍ਰੋਬਲਮ ਹਾਂਜੀ ਠੀਕ ਹੈ ਸੋ ਜੇ ਤਾਂ ਜੋੜ ਵਿੱਚ ਹੋਇਆ ਉਹ ਤਾਂ ਆਪਾਂ ਉਹਦੇ ਬਾਰੇ ਕਰ ਰਹੇ ਹਾਂ ਹਨਾ ਹਾਂਜੀ ਤੇ ਜੇ ਹੋਰ ਵੀ ਕਈ ਪ੍ਰੋਬਲਮ ਨਾਲ ਹੁੰਦੇ ਕਈ ਵਾਰੀ ਮਸਲਸ ਹੁੰਦੇ ਆ ਜਾਂ ਜਿਹੜਾ ਸਪਾਈਨ ਆ ਹਨਾ ਹਾਂਜੀ ਸਪਾਈਨ ਵੀ ਮੇਰੀ ਥੋੜੀ ਖਰਾਬ ਹੋ ਗਈ ਹਾਂਜੀ ਸੋ ਕਈ ਵਾਰੀ ਸਪਾਈਨ ਦੇ ਮਣਕੇ ਜਿਹੜੇ ਆ ਤੇ ਉੱਥੇ ਨੈਰੋਇੰਗ ਹੋ ਜਾਂਦੀ ਹੈ ਜੁਆਇੰਟ ਵਿੱਚ ਤੇ ਉੱਥੇ ਫਿਰ ਕਈ ਨਾੜਾਂ ਆ ਜਿਹੜੀਆਂ ਜਾਂਦੀਆਂ ਲੱਤ ਵਿੱਚ ਨੂੰ ਜਾਂਦੀਆਂ ਤੇ ਜਦੋਂ ਉਸ ਨਾੜ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਹੈ ਨਾ ਤੇ ਉਹ ਪ੍ਰੈਸ਼ਰ ਦੇ ਨਾਲ ਦਰਦ ਉੱਥੇ ਕਾਫੀ ਪੈਂਦਾ ਲੱਤ ਵਿੱਚ ਵੀ ਦਰਦ ਜਾਂਦਾ ਹੈ ਹਾਂਜੀ ਸੋ ਇਹ ਸਿਰਫ ਇਕੱਲੀ ਦਵਾਈ ਨਾਲ ਨਹੀਂ ਠੀਕ ਹੁੰਦਾ ਤੇ ਇਹ ਪ੍ਰੈਸ਼ਰ ਰਿਲੀਫ ਕਰਨ ਲਈ ਤੁਹਾਨੂੰ ਆਸਟੀਓਪੈਥ ਕੋਲ ਵੀ ਜਾਣਾ ਪੈਂਦਾ ਆ ਤੇ ਉਹ ਥੋੜਾ ਜਿਹਾ ਫਿਰ ਤੁਹਾਨੂੰ ਮੈਨੀਪੂਲੇਟ ਕਰਕੇ ਸਪਾਈਨ ਨੂੰ ਤੇ ਉੱਥੋਂ ਪ੍ਰੈਸ਼ਰ ਥੋੜਾ ਜਿਹਾ ਰਿਲੀਵ ਕਰ ਸਕਦੇ ਆ ਹਾਂਜੀ ਇਹਨਾਂ ਨੇ ਮੇਰੇ ਟੀਕਾ ਲਾਉਣਾ ਮੋਹਲੇ ਮਹੀਨੇ 10 ਤਰੀਕ ਨੂੰ 21 ਨੂੰ ਹਸਪੀਟਲ ਵਾਲਿਆਂ ਨੇ ਹਾਂਜੀ ਤੇ ਕਾਫੀ ਇਲਾਜ ਤਾਂ ਚੈੱਕਅਪ ਤਾਂ ਕਰਦੇ ਆ ਐਕਸ-ਰੇ ਵੀ ਕੀਤੇ ਆ ਉਹਨਾਂ ਨੇ ਪਰ ਹੁਣ ਕੁਝ ਪਤਾ ਨਹੀਂ ਲੱਗਦਾ ਹਾਂਜੀ ਚਲੋ ਕੋਸ਼ਿਸ਼ ਤਾਂ ਪੂਰੀ ਕਰਦੇ ਆਪਣੇ ਵੱਲੋਂ ਤੇ ਇਹ ਟਰਾਈ ਤਾਂ ਜ਼ਰੂਰ ਕਰਨਗੇ ਜਿੰਨਾ ਵੀ ਤੁਹਾਨੂੰ ਆਰਾਮ ਦੇ ਸਕਦੇ ਆ ਪਰ ਕਈ ਵਾਰੀ ਟ੍ਰੀਟਮੈਂਟ ਨਹੀਂ ਸਕਸੈਸਫੁਲ ਹੁੰਦੇ ਕਈ ਵਾਰੀ ਸਕਸੈਸਫੁਲ ਹੋ ਜਾਂਦੇ ਆ ਇਹ ਤਾਂ ਟਰਾਈ ਕਰਕੇ ਪਤਾ ਲੱਗਦਾ ਹੈ ਥੈਂਕ ਯੂ ਭੈਣ ਜੀ ਤੁਹਾਡੀ ਕਾਲ ਕਰਨ ਦਾ ਪਲੀਜ਼ ਕੀਪ ਵਾਚਿੰਗ ਦਾ ਪ੍ਰੋਗਰਾਮ ਔਰ ਜੋ ਵੀ ਤੁਸੀਂ ਮਿਸ਼ਨ ਸਵਾਲ ਪੁੱਛਦੇ ਹੋ ਉਹ ਕਈ ਲੋਕਾਂ ਨੂੰ ਉਹਦੀ ਵੀ ਮਦਦ ਹੋ ਜਾਂਦੀ ਹੈ ਕਿਉਂਕਿ ਉਹਨਾਂ ਵੀ ਇੱਕ ਤਰ੍ਹਾਂ ਦਾ ਉਹੀ ਸੇਮ ਸਵਾਲ ਪੁੱਛਣਾ ਹੁੰਦਾ ਤੇ ਦੂਜੇ ਦੀ ਵੀ ਮਦਦ ਹੋ ਜਾਂਦੀ ਹੈ ਨਾਲ ਜੋ ਵੀ ਬਿਮਾਰੀਆਂ ਡਾਕਟਰ ਜੀ ਤੁਸੀਂ ਇੱਕ ਦੇਖਿਆ ਜਾਏ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਓ ਆਲਵੇਜ਼ ਕੋਈ ਨਾ ਕੋਈ ਬੰਦੇ ਨੂੰ ਦੁਨੀਆ ਕਿੰਨੀ ਪੋਪੂਲੇਸ਼ਨ ਹੈਗੀ ਹਰ ਤਰ੍ਹਾਂ ਦੀ ਬਿਮਾਰੀ ਬਹੁਤ ਹੈਗੀ ਬਹੁਤ ਜ਼ਿਆਦਾ ਬਹੁਤ ਬਿਮਾਰੀ ਹੈ ਭਾਜੀ ਬਹੁਤ ਬਿਮਾਰੀ ਬਹੁਤ ਜ਼ਿਆਦਾ ਕਈ ਤਾਂ ਇਦਾਂ ਦੀਆਂ ਜਿੱਦਾਂ ਆਸਟੀਓਆਰਥਰਾਈਟਿਸ ਦੀ ਆਮ ਬਿਮਾਰੀਆਂ ਬਹੁਤ ਆ ਕਈ ਅਜੀਬ ਜਿਹੀਆਂ ਬਿਮਾਰੀਆਂ ਲੋਕਾਂ ਨੂੰ ਹਾਂਜੀ ਸੋ ਸਟ੍ਰੇਂਜ ਸਿੰਪਟਮਸ ਆ ਉਹਨਾਂ ਦੇ ਪਤਾ ਹੀ ਨਹੀਂ ਕਿ ਕਿਉਂ ਇਹ ਸਿੰਪਟਮਸ ਆ ਰਹੇ ਨਾ ਜੀਪੀ ਨੂੰ ਕੁਝ ਪਤਾ ਲੱਗਦਾ ਨਾ ਸਪੈਸ਼ਲਿਸਟ ਨੂੰ ਪਤਾ ਲੱਗਦਾ ਹਾਂਜੀ ਸੋ ਇਦਾਂ ਦੀ ਬਿਮਾਰੀਆਂ ਦੇ ਵੀ ਹੈਗੀਆਂ ਜਿਹਨਾਂ ਦਾ ਕੋਈ ਪਤਾ ਹੀ ਨਹੀਂ ਡਾਕਟਰ ਮੈਂ ਵਾਪਸ ਤੁਹਾਡਾ ਥੋੜੀ ਜਿਹੀ ਹੋਰ ਸਵਾਲ ਜਵਾਬ ਕਰਦਾ ਮੇਰੇ ਜਨਰਲ ਸਵਾਲ ਹੁੰਦੇ ਨੇ ਜਿਹੜੇ ਕਿ ਉਮੀਦ ਰੱਖਦਾ ਤੁਸੀਂ ਵੀ ਘਰ ਬੈਠ ਕੇ ਸੋਚਦੇ ਹੋਣੇ ਹੋ ਤਾਂ ਮੇਰੇ ਹੁੰਦਾ ਕਿ ਮੈਂ ਖੋਜ ਕਰਦਾ ਅੱਛੀ ਤਰ੍ਹਾਂ ਕਿਉਂ ਹੁੰਦੀ ਕਾਹਤੇ ਹੁੰਦੀ ਹੈ ਹੁਣ ਡਾਕਟਰ ਦੇ ਸਾਹਿਬ ਨੇ ਸ਼ੁਰੂਆਤ ਕਿਹਾ ਸੀ ਤਕਰੀਬਨ 40 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਡਾਕਟਰ ਜੀ ਇਹ ਕਿਉਂ 40 ਸਾਲ ਤੋਂ ਬਾਅਦ ਰਫਲੀ 40 ਸਾਲ ਤੋਂ ਬਾਅਦ ਇਜ਼ਟ ਕਿਉਂ ਜਦੋਂ ਉਹਦੇ ਬਚਪਨ ਦੇ ਵਿੱਚ ਉਹਦਾ ਲਾਈਫ ਸਟਾਈਲ ਸੀਗਾ ਖਾਣ ਪੀਣ ਦਾ ਡਾਈਟ ਦਾ ਉਹਦਾ ਨਹੀਂ ਫਰਕ ਉਹਦੇ ਨਾਲ ਹੋ ਜਾਂਦਾ ਵੀਕਨੈਸ ਦੇ ਨਾਲ ਇਮਿਊਨ ਸਿਸਟਮ ਉਹਦਾ ਖਰਾਬ ਸੀਗਾ ਹਾਂਜੀ ਸੋ ਇੱਦਾਂ ਪਈ ਬਚਪਨ 'ਚ ਜਾਂ ਅਰਲੀ ਏਜ ਵਿੱਚ ਤੁਹਾਡਾ ਬਾਡੀ ਬੜੀ ਫਿੱਟ ਹੁੰਦੀ ਆ ਹਾਂਜੀ ਐਨਰਜੀ ਗੁੱਡ ਹੁੰਦੀ ਆ ਤੇ ਤੁਸੀਂ ਜੋ ਕੁਝ ਵੀ ਖਾਂਦੇ ਪੀਂਦੇ ਉਹ ਤੁਹਾਡਾ ਡਾਈਜੈਸਟ ਹੋ ਜਾਂਦਾ ਆ ਤੇ ਬਾਡੀ ਡੀਲ ਕਰ ਲੈਂਦੀ ਆ ਤੇ ਜਿੱਦਾਂ ਫਿਰ ਤੁਹਾਡੀ ਉਮਰ ਵਧੀ ਜਾਂਦੀ ਆ ਤੇ ਉਹ ਸਰੀਰ ਫਿਰ ਉਹ ਇੰਨਾ ਡੀਲ ਨਹੀਂ ਕਰ ਸਕਦਾ ਜਿਹੜੇ ਟੌਕਸਿਨਸ ਆ ਉਹ ਫਿਰ ਜਮ੍ਹਾਂ ਹੋਣ ਲੱਗ ਪੈਂਦੇ ਬਾਡੀ ਦੇ ਵਿੱਚ ਹਾਂਜੀ ਕਿਉਂਕਿ ਕੋਈ ਲਿਮਿਟ ਹੁੰਦਾ ਨਾ ਕਿੰਨੇ ਕੁ ਟੌਕਸਿਨਸ ਬਾਡੀ ਝੱਲ ਲੈਂਦੀ ਹੈ ਉਹ ਜਦੋਂ ਟੌਕਸਿਨਸ ਹੋਰ ਜਮ੍ਹਾਂ ਹੋ ਜਾਂਦੇ ਬਾਡੀ ਵਿੱਚ ਤੇ ਫਿਰ ਉਹ ਕਿਤੇ ਨਾ ਕਿਤੇ ਡਿਪੋਜ਼ਿਟ ਹੋ ਜਾਂਦੇ ਆ ਹਾਂਜੀ ਤਾਂ ਜੇ ਜੋੜਾਂ ਵਿੱਚ ਡਿਪੋਜ਼ਿਟ ਹੋ ਜਾਣ ਫਿਰ ਜੋੜਾਂ ਦਾ ਕੋਈ ਪ੍ਰੋਬਲਮ ਪੈਣ ਲੱਗ ਪੈਂਦਾ ਉੱਥੇ ਸੋਜ ਪੈਣ ਲੱਗ ਪੈਂਦੀ ਹੈ ਜੀ ਸੋ ਅਸੀਂ ਇਹ 3 ਤਰੀਕੇ ਨਾਲ ਇਹ ਟ੍ਰੀਟਮੈਂਟ ਕਰੀਦਾ ਆ ਨੰਬਰ 1 ਤਾਂ ਡਾਇਟ ਐਡਜਸਟ ਕਰੀਦੀ ਹੈ ਕਿਉਂਕਿ ਡਾਇਟ ਬਹੁਤ ਇੰਪੋਰਟੈਂਟ ਆ ਹਾਂਜੀ ਤੇ ਜੇ ਤੁਸੀਂ ਡਾਇਟ ਸਹੀ ਐਡਜਸਟ ਕਰਦੇ ਨੇ ਫਿਰ ਤੁਹਾਡੀ ਬਾਡੀ ਆਪਣੇ ਆਪ ਡੀਟੌਕਸ ਕਰਨ ਲੱਗ ਪੈਂਦੀ ਆ ਸੋ ਜਿਹੜੀ ਕੋਈ ਉੱਥੇ ਜਮ੍ਹਾਂ ਹੋਏ ਆ ਕੈਮੀਕਲਸ ਉਹ ਸਰੀਰ ਆਪਣੇ ਆਪ ਉਹਨਾਂ ਨੂੰ ਕੱਢਣ ਲੱਗ ਪੈਂਦਾ ਬਾਹਰ ਤੇ ਨਾਲ ਹੀ ਸਪਲੀਮੈਂਟਸ ਦੇਈਦੇ ਆ ਤੇ ਉਹ ਸੋਜ ਉਠਾਉਣ ਲਈ ਤੇ ਨਾਲ ਹੋਮਿਓਪੈਥਿਕ ਦਵਾਈ ਦੇਈਦੀ ਆ ਫਿਰ ਉੱਥੋਂ ਥੋੜਾ ਰਿਪੇਅਰ ਹੋਣ ਲੱਗ ਪਵੇ ਵਾਪਸ ਸੋ ਅਸੀਂ ਇਸੇ ਤਰ੍ਹਾਂ ਰਿਲੀਫ ਦੇਈਦਾ ਪੇਸ਼ੈਂਟ ਨੂੰ ਤੇ
ਕਾਫੀ ਟਾਈਮ ਉਹਨਾਂ ਨੂੰ ਖਾਣੀ ਪੈਂਦੀ ਦਵਾਈ। ਮੈਂ ਹੋਰ ਕੰਟੀਨਿਊ ਰੱਖਦੇ ਗੱਲ ਆਪਣੇ ਕੋਲ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ ਔਰ ਕਿੱਥੋਂ ਬੋਲਦੇ ਹੋ? ਮੇਰਾ ਨਾਮ ਭਿੰਦਰ ਕੌਰ ਹੈ ਜੀ। ਭੈਣ ਜੀ ਸਵਾਗਤ। ਹੁਣ ਤੁਸੀਂ ਸਿੱਧੇ ਡਾਕਟਰ ਜੀ ਨਾਲ ਗੱਲ ਲੈਸਟਰ ਕਰੋ। ਤੋਂ ਬੋਲ ਰਹੀ ਹਾਂ ਮੈਂ, ਲੈਸਟਰ ਤੋਂ। ਥੈਂਕ ਯੂ ਜੀ। ਤੁਸੀਂ ਡਾਕਟਰ ਜੀ ਨਾਲ ਗੱਲ ਕਰੋ, ਹੁਣ ਤੁਹਾਨੂੰ ਜਵਾਬ ਦੇਣਗੇ ਉਹ। ਹਾਂਜੀ, ਬੋਲੋ ਜੀ। ਹੈਲੋ ਹੈਲੋ ਜੀ, ਬੋਲੋ ਜੀ। ਡਾਕਟਰ ਸਾਹਿਬ, ਮੈਨੂੰ ਬਹੁਤ ਬਿਮਾਰੀਆਂ ਨੇ। ਭੈਣ ਜੀ ਇੰਨੀਆਂ ਗੋਡੇ ਬਿਮਾਰੀਆਂ। ਬਹੁਤ ਦੁਖਦੇ ਰਹਿੰਦੇ ਆ, ਗੋਡੇ ਹੱਥਾਂ ਨੂੰ ਜਿਵੇਂ ਹੋ ਜਾਂਦੀ ਹੈ ਨਾ, ਹੱਥ ਸੌਂ ਜਾਂਦੇ ਨੇ ਮੇਰੇ। ਹਾਂਜੀ, ਹੋਰ ਜੀ? ਹੱਥ ਬਹੁਤ ਸੌਂ ਜਾਂਦੇ। ਹੋਰ ਦੱਸੋ ਭੈਣ ਜੀ, ਕਿਹੜੀ ਕਿਹੜੀ ਜ਼ਰਾ ਛੇਤੀ ਬੋਲੋ ਕਿਉਂਕਿ ਕਾਫੀ ਮੇਰਾ ਕਾਲ। ਬਾਈਪਾਸ ਵੀ ਹੋਇਆ ਹੈ ਡਾਕਟਰ ਸਾਹਿਬ। ਅੱਛਾ ਜੀ। ਹਾਂਜੀ ਹਾਂਜੀ, ਹਾਂ, ਦੱਸੋ ਜੀ ਫਿਰ ਕੀ ਚਾਹੁੰਦੇ ਤੁਸੀਂ? ਮੈਂ ਬਸ ਸਾਹ ਬਹੁਤ ਚੜਦਾ ਮੈਨੂੰ, ਸਰਦੀਆਂ ਚ। ਹਾਂਜੀ, ਸਾਹ ਵੀ ਚੜਦਾ ਜੀ? ਹਾਂਜੀ, ਹਾਂਜੀ ਭੈਣ ਜੀ ਤੁਰ ਨਹੀਂ ਸਕਦੀ 2 ਕਰਮਾਂ ਮੈਂ। ਹਾਂਜੀ ਹਾਂਜੀ ਹਾਂਜੀ, ਬਹੁਤ ਸਾਹ ਚੜਦਾ ਮੇਰਾ। ਹਾਂ, ਠੀਕ ਹੈ ਭੈਣ ਜੀ। ਫਿਰ ਇਹ ਤਾਂ ਤੁਹਾਨੂੰ ਕਈ ਬਿਮਾਰੀਆਂ ਇਕੱਠੀਆਂ ਹੋਈਆਂ ਆ। ਹਾਂਜੀ, ਵੀ ਡਾਇਬੀਟੀਜ਼ ਆ, ਸ਼ੂਗਰ। ਅੱਛਾ ਜੀ। ਹਾਂਜੀ, ਬਹੁਤ ਇਕੱਠੀਆਂ ਹੋਈਆਂ ਬਿਮਾਰੀਆਂ। ਹਾਂਜੀ ਹਾਂਜੀ। ਸੋ ਇੱਕ ਇੱਕ ਬਿਮਾਰੀ ਪਹਿਲਾਂ ਕੰਟਰੋਲ ਕਰਨੀ ਪਏਗੀ। ਹਾਂਜੀ, ਜਿਹੜੀ ਵੀ ਸੀਰੀਅਸ ਹੋਵੇਗੀ ਮੈਂ ਉਹਦਾ। ਟੀਕਾ ਵੀ ਲਾਉਣੀ ਆ ਅੱਛਾ ਜੀ, ਇੰਸੂਲਿਨ ਦਾ ਢਿੱਡ 'ਚ। ਇੰਸੂਲਿਨ ਦਾ ਟੀਕਾ ਜਦ ਮੇਰੀ ਲੱਗਦਾ। ਸ਼ੂਗਰ ਵੱਧ ਜਾਂਦੀ ਹੈ ਹਾਂਜੀ ਫਿਰ ਹਾਂਜੀ ਟੀਕਾ ਲਾਉਣੀ ਆ ਮੈਂ ਉਹਦੇ। ਹਾਂ, ਦੈਟਸ ਰਾਈਟ। ਹਾਂਜੀ, ਚਲੋ ਫਿਰ ਇਹਦੇ ਬਾਰੇ ਫਿਰ ਵਿਚਾਰ ਕਰਾਂਗੇ। ਹੁਣ ਕਈ ਕੁਛ ਇਕੱਠਾ ਹੋਏ ਆ ਤੇ ਹਾਂਜੀ, ਬਹੁਤ ਕੁਝ ਇਕੱਠਾ ਹੋਇਆ ਹੋਇਆ ਮੇਰਾ। ਹਾਂਜੀ, ਸੋ ਇਹਦੇ ਬਾਰੇ ਹੁਣ ਆਪਾਂ ਔਨ 에ਅਰ ਕੋਈ ਖਾਸ ਸਲਾਹ ਨਹੀਂ ਦੇ ਸਕਦੇ ਹੈਗੇ। ਹਾਂਜੀ, ਮੈਂ ਘਰੇ ਵੀ ਕੀਤਾ ਤੁਹਾਡਾ ਫੋਨ ਉੱਥੇ, ਉਹ ਲੈ ਕੇ ਨੰਬਰ, ਤੁਸੀਂ ਚੱਕਿਆ ਹੀ ਨਹੀਂ। ਬਹੁਤ ਦਿਨ ਕਰਦੀ ਰਹੀ ਹਾਂ ਮੈਂ ਤਾਂ। ਹਾਂਜੀ ਹਾਂਜੀ, ਉਹ ਲਾਈਨ ਬਹੁਤ ਬਿਜ਼ੀ ਰਹਿੰਦੀ ਹੈ ਭੈਣ ਜੀ, ਤੇ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਜਦੋਂ ਖੋਲੀ ਦੀ ਲਾਈਨ। ਤੇ ਕਦੇ ਵੀ ਉਹ ਇਦਾਂ ਨਹੀਂ ਹੁੰਦਾ ਵੀ ਫੋਨ ਵਿਹਲਾ ਹੋ ਜਾਵੇ। ਸੋ ਕਈ ਵਾਰੀ ਫੋਨ ਲੱਗ ਜਾਂਦਾ, ਕਈ ਵਾਰੀ ਕਿਸੇ ਦਾ ਨਹੀਂ ਵੀ ਲੱਗਦਾ। ਹਾਂਜੀ ਭੈਣ ਜੀ, ਥੈਂਕ ਯੂ ਕਾਲ ਕਰਨ ਦਾ ਤੁਸੀਂ। ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਕਿਉਂਕਿ ਜਦੋਂ ਕਿਸੇ ਇਨਸਾਨ ਨੂੰ ਕਹਿੰਦੇ ਕਾਫੀ ਬਿਮਾਰੀਆਂ, ਇੱਕ ਬਿਮਾਰੀ ਵਨ ਐਟ ਅ ਟਾਈਮ ਇਲਾਜ ਹੋ ਸਕਦਾ ਉਹਨਾਂ ਦਾ। ਲੇਕਿਨ ਮੈਂ ਇੱਕ ਚੀਜ਼ ਕਹਾਂਗਾ, ਤੁਸੀਂ ਆਪਣੀ ਹਿੰਮਤ ਨਾ ਹਾਰੋ, ਥੋੜ੍ਹੇ ਸਟਰੋਂਗ ਰਹੋ। ਔਰ ਜੇ ਦੁਨੀਆ 'ਚ ਇਲਾਜ ਹੈਗਾ ਜਿੱਦਾਂ ਹੋਮਿਓਪੈਥ ਦਾ, ਤਾਂ ਡਾਕਟਰ ਜੀ ਜ਼ਰੂਰ ਕੋਈ ਨਾ ਕੋਈ ਰਸਤਾ ਦਿਖਾਉਣਗੇ। ਸਭ ਤੋਂ ਪਹਿਲਾਂ ਆਪਣੀ ਹਿੰਮਤ ਰੱਖੋ। ਤੇ ਡਾਕਟਰ ਸਾਹਿਬ, ਮੈਂ ਹੁਣ ਉਹਦੇ ਗੈਸ ਕਰਦਾ, ਜਿੱਦਾਂ ਭੈਣ ਜੀ ਬੋਲਦੇ ਸੀ ਪਹਿਲਾਂ ਤਾਂ ਸਾਹ ਦੀ ਗੱਲ ਕਰਦੇ ਨੇ, ਜਦੋਂ ਹੁਣ ਬੋਲ ਰਹੇ ਸੀ ਹੁਣ ਵੀ ਸਾਹ ਚੜਦਾ ਸੀ। ਸਾਹ ਚੜਦਾ, ਡਿਫਿਕਲਟ ਲੱਗਦਾ ਸੀ ਨਾ ਉਹਨਾਂ ਨੂੰ ਬਰੀਥਿੰਗ ਦਾ। ਦੈਟਸ ਰਾਈਟ। ਤੁਹਾਡੀ ਬਰੀਥਿੰਗ ਪ੍ਰੋਬਲਮ ਵੀ ਹੈਗਾ ਤੇ ਹਾਰਟ ਪ੍ਰੋਬਲਮ ਵੀ ਹੈਗਾ। ਹਾਰਟ ਪ੍ਰੋਬਲਮ ਹੈਗਾ। ਸੋ ਕਾਫੀ ਸੀਰੀਅਸ ਇਹਨਾਂ ਦੇ ਕੇਸ ਹੋਏ ਆ। ਪਰ ਡਾਕਟਰ ਸਾਹਿਬ ਹੁਣ ਬਰੀਥਿੰਗ ਦਾ ਹੈਗਾ, ਹਾਰਟ ਦਾ ਹੈਗਾ, ਔਰ ਉਹਨਾਂ ਦੇ ਇਨਸੂਲਿਨ ਵਗੈਰਾ ਲੱਗਦੀ ਹੈਗੀ ਹੈ। ਤਾਂ ਉਹ ਜਿਹੜੀ ਡਾਇਬੀਟੀ ਹੈਗੀ ਤੇ ਉਹ ਤੇ ਕਹਿੰਦੇ ਮਾਂ ਸਾਰੀ ਬਿਮਾਰੀਆਂ ਦੀ ਹੈ। ਹਾਂ, ਦੈਟਸ ਰਾਈਟ। ਸੋ ਬੜੀਆਂ ਸੀਰੀਅਸ ਡਿਜ਼ੀਜ਼ ਆ ਸਾਰੀਆਂ ਜਿੰਨੀਆਂ ਵੀ ਹੋਈਆਂ, ਤੇ ਬੜੀਆਂ ਕਰੋਨਿਕ ਆ। ਤੇ ਇਹਦਾ ਹੁਣ ਇਲਾਜ ਕਰਨਾ ਇੰਨਾ ਈਜ਼ੀ ਨਹੀਂ ਹੈਗਾ। ਬਿਲਕੁਲ। ਤਾਂ ਆਪਾਂ ਕਿਤੇ ਨਾ ਕਿਤੇ ਸ਼ੁਰੂ ਕਰਦੇ ਉਹ, ਪਰ ਕਿੰਨਾ ਟਾਈਮ ਲੱਗ ਜਾਣਾ। ਹਾਂਜੀ, ਸੋ ਜੀ ਟਾਈਮ ਵੀ ਲੱਗ ਜਾਣਾ। ਦੂਜੀ ਗੱਲ ਜਿੱਦਾਂ ਤੁਸੀਂ ਕਿਹਾ ਸੀਰੀਅਸ ਬਿਮਾਰੀਆਂ ਨੇ, ਕਿਤੋਂ ਤੋਂ ਸ਼ੁਰੂ ਕਰਨਾ ਹੀ ਹੈ ਪਹਿਲਾਂ। ਹਾਂ, ਦੈਟਸ ਰਾਈਟ, ਦੈਟਸ ਰਾਈਟ। ਸੋ ਲੌਂਗ ਟਰਮ ਹੈ ਇਹਨਾਂ ਦਾ ਲੌਂਗ ਟਰਮ ਹੈਗਾ। ਹਾਂਜੀ, ਇੱਦਾਂ ਇੱਕਦਮ ਨਹੀਂ ਠੀਕ ਹੋਣ ਵਾਲੇ, ਪਰ ਕੋਸ਼ਿਸ਼ ਕਰ ਸਕਦੇ। ਹਾਂਜੀ, ਹੁਣ ਮੇਰੇ ਦਿਮਾਗ 'ਚ ਬੜੀ ਅੱਛੀ, ਜਦੋਂ ਕਾਲਾਂ ਤੋਂ ਪਹਿਲਾਂ ਤੁਸੀਂ ਗੱਲਾਂ ਕਰਦੇ ਸੀ, ਆਪਾਂ 40 ਸਾਲ ਤੋਂ ਬਾਅਦ ਬੰਦਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਭੈਣ ਜੀ, ਜਦੋਂ ਡਾਕਟਰ ਸਾਹਿਬ ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਤੇ ਮਾਪਿਓ ਕਿੰਨੀ ਦੇਖਭਾਲ ਕਰਦੇ ਹੋ ਬੱਚੇ ਦੀ, ਕਿਸ ਤਰ੍ਹਾਂ ਉਹਨੂੰ ਰੂਮ 'ਚ ਰੱਖ ਕੇ ਕਿੱਦਾਂ ਡੈਲੀਕੇਟ ਉਹਨੂੰ ਸਟਰੋਂਗ ਕਰਦੇ ਨੇ, ਖਾਣ ਪੀਣ ਦਾ ਖਿਆਲ ਰੱਖਦੇ ਨੇ। ਜਦੋਂ ਬੱਚਾ ਥੋੜ੍ਹਾ ਰੁੜਨ ਲੱਗ ਗਿਆ, ਤੁਰਨ ਲੱਗ ਗਿਆ, ਹੌਲੀ ਹੌਲੀ ਉਹ ਜਦੋਂ ਮਾਪਿਓ ਦੀ ਉਂਗਲੀ ਛੱਡ ਦਿੰਦਾ, ਇੰਡੀਪੈਂਡੈਂਟ ਹੋ ਜਾਂਦਾ, ਉਦੋਂ ਬਾਅਦ ਉਹਦੀ ਸੇਵਾ ਖਤਮ ਹੋ ਜਾਂਦੀ ਹੈ। ਹਾਂਜੀ, ਹੁਣ ਇਸੇ ਤਰ੍ਹਾਂ ਜਦੋਂ ਇਨਸਾਨ ਨਵੀਂ ਕਾਰ ਲੈਂਦਾ, ਉਹਨੂੰ ਆਪਣੀ ਜਾਨ ਨਾਲ ਵੀ ਪਿਆਰਾ ਰੱਖਦਾ ਹੈ। ਸਾਲ 6 ਮਹੀਨਾ ਤਾਂ ਉਹਨੂੰ ਬਾਹਰ ਖੜੀ ਕਰਕੇ ਉਹ ਬਾਰੀ 'ਚੋਂ ਝਾਤੀ ਮਾਰੀ ਜਾਏਗਾ ਕਿ ਠੀਕ ਹੈਗੀ ਕਿ ਨਹੀਂ ਹੈਗੀ, ਠੀਕ ਦੇਖੀ ਜਾਂਦਾ। ਜਦੋਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਓਵਰ ਦਾ ਟਾਈਮ, ਬੱਚੇ ਦਾ ਜਨਮ ਹੋਇਆ ਹੋਵੇ, ਇਹ ਨਹੀਂ ਮੈਂ ਕਹਿੰਦਾ ਕਿ ਪਿਆਰ ਘੱਟ ਹੋ ਜਾਂਦਾ, ਲੇਕਿਨ ਸੇਵਾ ਘੱਟ ਹੋ ਜਾਂਦੀ। ਉਹ ਤਾਂ ਠੀਕ ਹੈ, ਕਿਉਂਕਿ ਬੰਦੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਂਦੇ ਨੇ। ਤੇ ਉਹ ਮੇਰਾ ਕਹਿਣ ਦਾ ਮਕਸਦ ਸਾਰੇ ਇਹ ਹੋ ਗਿਆ ਭਾਜੀ, ਅਗਰ ਜੇ ਤੁਸੀਂ ਬੱਚੇ ਨੂੰ ਕੰਟੀਨਿਊਟੀ ਉਹਦੇ ਉੱਪਰ ਰੱਖੋ, ਉਹਦਾ ਲਾਈਫ ਸਟਾਈਲ ਦਾ, ਉਹਦਾ ਡਾਈਟ ਦਾ, ਉਹਦਾ ਖਾਣ ਪੀਣ ਦਾ, ਉਹਦੀ ਐਕਸਰਸਾਈਜ਼ ਦਾ, ਉਹਦੇ ਸਪੋਰਟਸ ਦਾ, ਗੇਮਾਂ ਦਾ, ਹਰ ਤਰੀਕੇ ਨਾਲ, ਇੱਦਾਂ ਥੋੜ੍ਹਾ ਹੋ ਗਿਆ ਕਿ ਬੱਚਾ ਥੋੜ੍ਹਾ ਜਿਹਾ ਡਿਪੈਂਡੈਂਟ ਹੋ ਗਿਆ ਕਿ ਤੁਸੀਂ ਉਹਦੀ ਉਂਗਲੀ ਛੱਡ ਦੇਵੋ ਟੋਟਲੀ। ਸਮਟਾਈਮਸ ਯੂ ਗੋ ਟੂ ਗਾਈਡ ਦਮ ਟਿਲ ਕੁਆਇਟ ਲੇਟ। ਹਾਂਜੀ, ਇੱਦਾਂ ਤਾਂ ਹੈ ਭਾਜੀ, ਪਰ ਦਿਸ ਇਜ਼ ਦ ਥਿੰਗ ਹੈ ਨਾ, ਪੇਰੈਂਟਸ ਆਪਣੀ ਵੱਲੋਂ ਤਾਂ ਕੋਸ਼ਿਸ਼ ਕਰਦੇ ਜਿੰਨਾ ਕੁ ਉਹਨਾਂ ਦਾ ਸਮਝ ਆ, ਜਿੰਨਾ ਕੁ ਉਹਦੀ ਐਕਸਪੀਰੀਅੰਸ ਹੈ ਕਰਦੇ ਆ। ਪਰ ਤੁਹਾਨੂੰ ਪਤਾ ਸਾਰਿਆਂ ਦਾ ਲਾਈਫ ਸਟਾਈਲ ਬਿਜ਼ੀ ਅੱਜ ਕੱਲ੍ਹ,
ਤੇ ਖਾਸ ਕਰਕੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਇੰਡੀਆ ਤੋਂ ਆਏ ਸੀ ਇੱਥੇ, ਉਹਨੀ ਪੈਰ ਜਮਾਉਣੇ ਸੀ। ਬਿਲਕੁਲ ਭਾਜੀ, ਕਿੰਨੀ ਮਿਹਨਤ ਕੀਤੀ ਉਹਨੀ। ਹਾਂਜੀ, ਉਹਨਾਂ 'ਚ ਫਿਰ ਬੱਚੇ ਨੈਗਲੈਕਟ ਹੋ ਗਏ ਨਾ, ਹਾਂ ਥੋੜੇ ਬਹੁਤ ਨੈਗਲੈਕਟ ਹੋਏ, ਪਰ ਉਹ ਜਨਰੇਸ਼ਨ ਜਿਹੜਾ ਸੀ ਉਹ ਫਿਰ ਵੀ ਉਹਨੇ ਇੰਨਾ ਨਹੀਂ ਫੀਲ ਕੀਤਾ। ਹਾਂਜੀ, ਉਹ ਬੱਚਿਆਂ ਨੇ ਇੰਨਾ ਨਹੀਂ ਫੀਲ ਕੀਤਾ ਵੀ ਸਾਨੂੰ ਮਾਪੇ ਨੇ ਇੰਨਾ ਟਾਈਮ ਨਹੀਂ ਦਿੱਤਾ ਹੈਗਾ। ਤੇ ਹੁਣ ਜਿਹੜਾ ਇਸ ਵੇਲੇ ਜਨਰੇਸ਼ਨ ਹੈ ਬੱਚਿਆਂ ਦਾ, ਉਹ ਜ਼ਿਆਦਾ ਫੀਲ ਕਰ ਰਿਹਾ। ਹਾਂਜੀ, ਹੁਣ ਸਾਡੀ ਆਦਤ ਬਣੀ ਆ ਵੀ ਕੰਮ ਕਰਨ ਦੀ। ਹਾਂਜੀ, ਸਾਡਾ ਹੈਗਾ ਹੀ ਇਹ ਪਹਿਲਾਂ ਤੋਂ ਵੀ ਮਿਹਨਤ ਕਰਨੀ। ਹਾਂਜੀ, ਤੇ ਫਿਰ ਤੁਸੀਂ ਬੱਚਿਆਂ ਨੂੰ ਕਈ ਵਾਰੀ ਨਹੀਂ ਇੰਨਾ ਟਾਈਮ ਦੇ ਸਕਦੇ। ਪਰ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਬੱਚਿਆਂ ਦੀ, ਉਹ ਬਹੁਤ ਕੰਪਲੇਨ ਕਰਦੇ ਆ ਵੀ ਤੁਸੀਂ ਬੈਡ ਪੇਰੈਂਟਸ ਸੀਗੇ। ਹਾਂਜੀ, ਸੋ ਮਾਪੇ ਨੂੰ ਕਾਫੀ ਦੁੱਖ ਲੱਗਦਾ। ਤੇ ਕਈਆਂ ਨੇ ਮੈਨੂੰ ਦੱਸਿਆ ਵੀ ਸਾਨੂੰ ਕਹਿੰਦੇ ਵੀ ਬੱਚੇ ਸਾਨੂੰ ਕਹਿੰਦੇ ਤੁਸੀਂ ਸਾਡੇ ਬੈਡ ਪੇਰੈਂਟਸ ਸੀਗੇ, ਹੈ ਨਾ। ਪਰ ਉਹ ਬੈਡ ਕਿੱਦਾਂ ਸੀਗੇ? ਹਾਂਜੀ, ਤੇ ਉਹ ਤਾਂ ਮਿਹਨਤ ਕਰਕੇ ਬੱਚੇ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੈ, ਕਿਉਂਕਿ ਕਈ ਦਫਾ ਬੱਚੇ ਕਹਿ ਦਿੰਦੇ ਨੇ ਮਾਪਿਓ ਨੇ ਕੁਝ ਵੀ ਕੀਤਾ ਹੋਵੇ ਨਾ ਕਿ ਤੁਸੀਂ ਸਾਡੇ ਲਈ ਕੀ ਕੀਤਾ ਹੈਗਾ। ਮੈਂ ਤੁਹਾਨੂੰ ਦੱਸਦਾ ਸਟੋਰੀ, ਜਦੋਂ ਨਵੇਂ ਲੋਕ ਆਏ, ਤੁਸੀਂ ਜਿੱਦਾਂ ਗੱਲ ਕਰਦੇ ਹੋ ਨਾ, ਤੇ ਬੜੇ ਲੋਕ ਕਈ ਨੌਕਰੀ ਚਲੇ ਗਏ, ਉੱਥੇ ਵੀ ਲਾਈਫ ਬਿਜ਼ੀ ਹੋ ਜਾਂਦੀ ਹੈ, ਕਮਾਈ ਕਰਨੀ ਦਿਨ ਰਾਤ, ਕਿਉਂਕਿ ਮਕਾਨ ਲੈ ਰਹੇ, ਮੌਰਗੇਜ ਹੈਗੀ ਹੈ, ਸੈਟਲ ਹੋ ਰਹੇ ਨੇ। ਕਈ ਲੋਕਾਂ ਨੇ ਜਿਨ੍ਹਾਂ ਨੇ ਦੁਕਾਨਾਂ ਲੈ ਲਈਆਂ ਛੋਟੀਆਂ ਮੋਟੀਆਂ ਜਿਹੀਆਂ, ਭਾਜੀ ਮੈਂ ਆਪਣੀ ਅੱਖਾਂ ਨਾਲ ਦੇਖਿਆ ਔਰ ਸੁਣਿਆ ਵੀ ਉਹਨਾਂ ਦੇ ਬੱਚੇ ਪਿਛਲੇ, ਉਦੋਂ ਤਾਂ ਕੋਟ ਵਗੈਰਾ ਨਹੀਂ ਸੀ ਅਫੋਰਡ ਕਰ ਸਕਦੇ ਲੋਕ, ਹੁਣ ਤਾਂ ਮਿਲਦੇ ਆਮ ਗਵਰਨਮੈਂਟ ਦਿੰਦੀ ਹੈ। ਉਹਦੇ ਕਾਊਂਟਰ ਦੇ ਪਿੱਛੇ ਇੱਕ ਥੱਲੇ ਜਿਹੀ ਗੱਦੀ ਜਿਹੀ ਪਾ ਕੇ ਨਾ ਬੱਚੇ ਨੂੰ ਉੱਥੇ ਸਲਾ ਦਿੰਦੇ ਸੀ ਇੱਟ ਲਾ ਕੇ। ਲਓ ਜੀ, ਨਾਲ ਦੁਕਾਨ ਚਲਾਈ ਜਾ ਰਹੀ, ਨਾਲੇ ਬੱਚਾ ਕੋਲ ਪਿਆ ਰਹਿਣਾ, ਕਿਉਂਕਿ ਉਹਨੂੰ ਉੱਪਰ ਉਰੇ ਪਰੇ ਛੱਡ ਨਹੀਂ ਸੀ ਸਕਦੇ ਉਹਨੂੰ। ਏਦਾਂ ਵੀ ਬੱਚੇ ਪਾਲੇ ਨੇ। ਹੁਣ ਕੱਲ੍ਹ ਨੂੰ ਉਹ ਬੰਦਾ ਕਵੇ ਬੱਚਾ ਕਿ ਤੁਸੀਂ ਮੇਰੇ ਲਈ ਕੀ ਕੀਤਾ, ਬੱਚਾ, ਮਾਂ ਪਿਓ ਤਾਂ ਹਰ ਕਰਦੇ ਨੇ, ਸਭ ਕਰਦੇ ਨੇ। ਹਾਂਜੀ, ਹਰੇਕ ਕੋਈ ਮਾਪੇ ਜਿੰਨਾ ਵੀ ਹੁੰਦਾ ਕਰਦੇ ਆ, ਤੇ ਕਿਸੇ ਤੇ ਵੱਧ ਹੋ ਜਾਂਦਾ, ਕਿਸੇ ਤੇ ਘੱਟ ਹੋ ਜਾਂਦਾ, ਪਰ ਕੋਸ਼ਿਸ਼ ਤਾਂ ਆਪਣੇ ਵੱਲੋਂ ਕਰਦੇ ਹੀ ਆ ਸਾਰੇ ਮਾਪੇ। ਪਰ ਅੱਜ ਕੱਲ੍ਹ ਬੱਚੇ ਅਪਰੀਸ਼ੀਏਟ ਨਹੀਂ ਕਰਦੇ ਹੈਗੇ। ਹਾਂਜੀ, ਰੱਬ ਨੇ ਨਾ ਤੁਹਾਨੂੰ ਡਾਕਟਰ ਸਾਹਿਬ, ਤੁਸੀਂ ਨਾ ਕਈ ਦਫਾ ਬੈਠ ਕੇ, ਮੈਨੂੰ ਨਹੀਂ ਪਤਾ ਕਿ ਤੁਸੀਂ ਕਈ ਇਨਸਾਨ ਕਿੰਨੀ ਦਫਾ ਬੈਠ ਕੇ ਆਪਣੇ ਜਿਸਮ ਵੱਲ ਜ਼ਰਾ ਧਿਆਨ ਦਿਆ ਕਰੋ। ਡਾਕਟਰ ਸਾਹਿਬ, ਉਹਨੇ ਤੁਹਾਡੀਆਂ ਅੱਖਾਂ ਬਣਾਈਆਂ ਨੇ ਰੱਬ ਨੇ, ਉਹ ਥੋੜ੍ਹੀ ਜਿਹੀਆਂ ਅੰਦਰ ਕਰਤੀਆਂ ਨੇ, ਫੇਸ ਦੀ ਲੈਵਲ ਤੋਂ। ਇੱਥੇ ਤੁਹਾਡੇ ਉਹਨਾਂ ਦੇ ਜਿਹੜੇ ਹੱਡੀ ਹੈ ਬੜੀ ਸਟਰੋਂਗ ਰੱਖ ਦਿੱਤੀ ਹੈ, ਚੀਕ ਦੀ ਹੱਡੀ ਹੈਗੀ ਹੈ, ਉਹ ਕਿਸ ਤਰ੍ਹਾਂ ਉਹਨੇ ਡਿਜ਼ਾਈਨ ਕੀਤੀ ਹੈ ਕਿ ਜਿਹੜਾ ਡੈਲੀਕੇਟ ਹੈ ਉਹਨੂੰ ਸੇਫ ਰੱਖਿਆ ਹੋਇਆ, ਪ੍ਰੋਟੈਕਸ਼ਨ ਮਿਲ ਜਾਂਦਾ, ਪ੍ਰੋਟੈਕਸ਼ਨ ਰੱਖੀ ਹੋਈ ਹੈ। ਅਮੇਜ਼ਿੰਗ। ਤੁਸੀਂ ਦੇਖੋ ਨਾ, ਔਰ ਕੰਨਾਂ ਦਾ ਆਪਣਾ ਕੰਮ ਹੈ, ਨੱਕ ਦਾ ਆਪਣਾ ਕੰਮ ਹੈ, ਜ਼ੁਬਾਨ ਦਾ ਆਪਣਾ ਕੰਮ ਹੈਗਾ। ਜਿੱਦਾਂ ਅਸੀਂ ਸ਼ੁਰੂਆਤ ਕਹਿ ਕੇ ਹਟੇ ਡਾਕਟਰ ਸਾਹਿਬ, ਜਿੰਨੇ ਵੀ ਤੁਹਾਨੂੰ ਰੱਬ ਨੇ ਅੰਗ ਦਿੱਤੇ ਨਾ, ਛੋਟੀ ਉਂਗਲੀ ਤੋਂ ਲੈ ਕੇ ਵੱਡੀ ਤੱਕ ਹਰ ਕੰਮ ਆਉਂਦੀ ਹੈ। ਜਦੋਂ ਤੁਹਾਡੀ ਇੱਕ ਛੋਟੀ ਉਂਗਲੀ ਮਿਸ ਹੋ ਜਾਏ, ਕਿਸੇ ਹਾਦਸੇ ਨਾਲ ਕੱਟੀ ਜਾਵੇ ਨਾ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਉਹ ਕਿੱਥੇ ਕਿੱਥੇ ਤੁਸੀਂ ਯੂਜ਼ ਕਰਦੇ ਸੀ। ਜਦੋਂ ਕਰਦੇ ਤਾਂ ਪਤਾ ਨਹੀਂ ਹੁੰਦਾ ਬੰਦੇ ਨੂੰ ਕਿ ਮੈਂ ਕਿੱਥੇ ਯੂਜ਼ ਕਰਦਾ। ਦੈਟਸ ਰਾਈਟ। ਮੈਨੂੰ ਕੱਲ ਪਰਸੋਂ ਕੋਈ ਨੇ ਕਮੈਂਟ ਕੀਤੀ, ਕਹਿੰਦੇ ਯੂ ਡੋਂਟ ਨੋ ਵਾਟ ਯੂ ਗੋਟ ਅੰਟਿਲ ਯੂ ਲੂਜ਼ ਇਟ। ਇਹ ਬਹੁਤ ਸਿਆਣੀ ਗੱਲ ਹੈ, ਪੱਕੀ। ਜਦ ਤੱਕ ਤੁਹਾਡੇ ਹੱਥੋਂ ਕੁਝ ਗੁਆਚਦਾ ਨਹੀਂ ਨਾ, ਤੁਹਾਨੂੰ ਪਤਾ ਨਹੀਂ ਕਿ ਉਹਦੀ ਕੀਮਤ ਕਿਆ ਪਈ ਕੌਣ ਲੈ ਰਹੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ, ਬੋਲੋ, ਮੇਰੀ ਆਵਾਜ਼ ਆ ਰਹੀ ਹੈ ਨਾ? ਨਹੀਂ, ਉਹ ਤੇ ਉੱਥੇ ਨਹੀਂ ਆਉਂਦਾ ਪਿਆ ਨਾ, ਡਾਕਟਰ ਥੋੜੀ ਬੋਲਦੇ ਪਏ ਨੇ ਡਾਕਟਰ ਸਾਹਿਬ। ਨਹੀਂ, ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਫੋਨ ਤੇ ਗੱਲ ਕਰੀ ਜੀ। ਡਾਕਟਰ ਜੀ ਬਿਲਕੁਲ ਮੇਰੇ ਨਾਲ ਬੈਠੇ ਨੇ। ਜਦੋਂ ਮੈਂ ਤੁਹਾਡਾ ਸਵਾਗਤ ਕਰਦਾ, ਨੈਕਸਟ ਜਿਹੜਾ ਤੁਹਾਡਾ ਸਵਾਲ ਹੋਏਗਾ ਡਾਕਟਰ ਜੀ ਜਵਾਬ ਦੇਣਗੇ। ਹੁਣ ਤੁਸੀਂ ਬੋਲੋ। ਹੈਲੋ, ਹਾਂਜੀ ਬੋਲੋ। ਹੈਲੋ, ਬੋਲੋ ਜੀ। ਸਤਿ ਸ਼੍ਰੀ ਅਕਾਲ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਜੀ, ਮੈਨੂੰ ਨਾ ਜੋੜਾਂ ਤੇ ਬਹੁਤ ਦਰਦ ਹੁੰਦੀ ਹੈ। ਹਾਂਜੀ, ਇਹਦੇ ਕੋਈ ਡਾਇਗਨੋਸਿਸ ਕਰਾਈ ਜੀ? ਹਾਂਜੀ, ਉਹਨਾਂ ਨੇ ਫਿਜ਼ੀਓ ਕਰਦੇ ਆ। ਹਾਂਜੀ, ਕੀ ਦੱਸਿਆ ਵੀ ਆਰਥਰਾਈਟਿਸ ਹੈ? ਹਾਂਜੀ, ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ ਹੈਗੀ ਹੈ 70 ਹੈਗੀ ਹੈ। 70 ਹੈਗੀ ਆ। ਹਾਂਜੀ, ਫਿਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਅੱਜ, ਆਸਟੀਓਆਰਥਰਾਈਟਿਸ, ਮੇਰੇ ਕੋਲ ਇਹੀ ਹੋਣੀ ਤੁਹਾਨੂੰ, ਆਸਟੀਓਆਰਥਰਾਈਟਿਸ। ਪਤਾ ਨਹੀਂ ਕਿ ਆਰਥਰਾਈਟਿਸ ਹੈ, ਪਰ ਹਸਪੀਟਲ ਵਾਲਿਆਂ ਨੇ ਵੇਖਿਆ ਸੀ ਆਰਥਰਾਈਟਿਸ ਹੈ। ਬਿਕਾਜ਼ ਪਹਿਲਾਂ ਮੈਂ ਨਾ 1.5 ਸਾਲ ਕੋ ਹੋ ਗਿਆ, ਮਤਲਬ ਕਿ ਜਦੋਂ ਤੱਕ ਲਾਕਡਾਊਨ ਹੋਇਆ ਨਾ ਉਦੋਂ ਦਾ ਹੋਇਆ। ਪਹਿਲਾਂ ਬਿਲਕੁਲ ਠੀਕ ਸਾਂ, ਤੇ ਮੈਂ ਨਾ ਆਪਣੇ ਮੁੰਡੇ ਦੀ ਗੱਡੀ 'ਚ ਬੈਠੀ ਸਾਂ, ਤੇ ਮੈਂ ਉੱਠਣ ਲੱਗੀ ਆ ਨਾ, ਤੇ ਥੋੜੀ ਕੋ ਮੇਰੀ ਲੱਤ ਤੇ ਥੋੜੀ ਦਰਦ ਹੋਈ ਸੀ, ਤੇ ਉਦੋਂ ਤਾਂ ਮੈਨੂੰ ਸਟਾਰਟ ਹੋ ਗਿਆ ਸੀ। ਹਾਂਜੀ, ਦੈਟਸ ਰਾਈਟ। ਸੋ ਬੜੀ ਇੰਪੋਰਟੈਂਟ ਆ ਵੀ ਤੁਸੀਂ ਐਕਸਰਸਾਈਜ਼ ਥੋੜੀ ਬਹੁਤੀ ਕਰਦੇ ਰਹੋ। ਹਾਂਜੀ, ਜਿੰਨੀ ਕਿ ਹੁੰਦੀ ਹੈ। ਵੈਸੇ ਮੈਂ ਰੋਟੀ ਹਾਂਜੀ ਆਪ ਹੀ, ਦਰਦ ਬਹੁਤ ਹੁੰਦੀ ਹੈ ਜਦੋਂ ਮੈਂ ਵਾਕ ਕਰਨੀ ਆ, ਤੇ ਫਿਰ ਦਰਦ, ਐਕਸਰਸਾਈਜ਼ ਕੋਈ ਲਿਟਲ ਬਿਟ ਜਿੰਨੀ ਮੇਰੇ ਕੋ ਹੁੰਦੀ ਹੈ ਨਾ ਉਨੀ ਕਰਨੀ ਆ। ਹਾਂਜੀ, ਦੈਟਸ ਰਾਈਟ। ਸੋ ਜਿੰਨੀ ਵੀ ਹੁੰਦੀ ਤੁਸੀਂ ਉਨੀ ਕਰੋ, ਜ਼ਿਆਦਾ ਨਾ ਪੁਸ਼ ਕਰੋ ਆਪਣੇ ਆਪ ਨੂੰ, ਕਿ ਤੁਹਾਡੀ ਕੋਈ ਸਟ੍ਰੇਨ ਨਾ ਹੋ ਜਾਵੇ। ਪਰ ਹੁਣ ਨਾ ਮਤਲਬ ਕਿ ਮੁੰਡੇ ਵੀ ਦੁਖਦੇ ਪਏ ਨੇ, ਪਤਾ ਨਹੀਂ ਕਿਉਂ ਅੱਜ ਤੇ ਮੁੰਡਾ ਵੀ ਦੁਖਦਾ ਪਿਆ, ਕਿਉਂਕਿ ਉਹ ਹੋ ਸਕਦਾ ਨਾ ਆਰਥਰਾਈਟਿਸ ਜੋ ਹੈਗਾ, ਤੇ ਉਹ ਹੋ ਸਕਦਾ ਮੂਵਮੈਂਟ ਵੀ ਹੁੰਦਾ ਹੈ ਨਾ।
ਦੈਟਸ ਰਾਈਟ। ਮੁੰਡੇ 'ਚ ਵੀ ਆ ਸਕਦਾ ਆਰਥਰਾਈਟਿਸ, ਹਾਂਜੀ। ਇਹਦਾ ਵੀ ਅਸੀਂ ਇਲਾਜ ਕਰੀਦਾ। ਵੈਸੇ ਮੇਰਾ weight ਵੀ ਬਹੁਤ ਘਟ ਗਿਆ, ਵੈਸੇ ਹੋਰ ਚੀਜ਼ ਨਹੀਂ ਹੈਗੀ, ਆਰਨੀਅਨ ਟੈਸਟ ਵੀ ਉਹਨਾਂ ਨੇ ਕੀਤਾ ਸੀ ਪਰ ਉਹ ਚੀਜ਼ ਨਹੀਂ, ਹੋਰ ਦੂਸਰੀ ਚੀਜ਼ ਨਹੀਂ ਹੈਗੀ, ਮਤਲਬ ਕਿ ਇਹੋ ਹੀ ਹੈਗਾ ਜਿਹੜਾ ਜੋੜਾਂ ਜ਼ਿਆਦਾ ਗੋਡਿਆਂ ਤੇ ਦਰਦ ਹੁੰਦੀ ਹੈ। ਹਾਂਜੀ ਹਾਂਜੀ, ਫਿਰ ਆਸਟੀਓਆਰਥਰਾਈਟਿਸ ਹੈ ਮੇਰਾ ਖਿਆਲ। ਪਰ ਜਿਹੜੀ ਵੀ ਉਹਨੇ ਤੁਹਾਡੇ ਚੈੱਕਅਪ ਕੀਤੀ ਉਹ ਜ਼ਰੂਰੀ ਰਿਪੋਰਟ ਦਿੱਤੀ ਹੋਗੀ, ਤੁਸੀਂ ਰਿਪੋਰਟ ਸਾਨੂੰ ਘੱਲ ਸਕਦੇ ਹਾਂ, ਅਸੀਂ ਦੇਖ ਕੇ ਤੁਹਾਨੂੰ ਹੋਰ ਰਿਪੋਰਟ ਉਹਨਾਂ ਨੇ ਮੈਨੂੰ ਫੋਨ ਡਾਕਟਰ ਨੇ ਕੀਤਾ ਸੀ, ਕਹਿੰਦੇ ਵਾਟ ਯੂ ਥਿੰਕ, ਤੁਸੀਂ ਕੀ ਥਿੰਕ ਕਰਨੀ ਹੈ, ਪਰ ਮੈਂ ਕਿਹਾ ਮੈਂ ਨਹੀਂ, ਆਪਰੇਸ਼ਨ ਨਹੀਂ ਮੈਂ ਕਰਾਉਣਾ ਹੈਗਾ, ਕਿਉਂਕਿ ਮੇਰਾ ਨਾ ਆਪਰੇਸ਼ਨ ਕਰਨ ਵਾਸਤੇ 24 ਆਵਰ ਲੋਕੀ ਜਿਸ ਏਜ ਤੇ ਫਿਰ ਆਪਰੇਸ਼ਨ ਵੀ ਕਰਾ ਲਿਆ, ਨਾ ਠੀਕ ਹੋਇਆ ਫਿਰ। ਹਾਂਜੀ ਦੈਟਸ ਰਾਈਟ। ਸੋ ਕਈਆਂ ਨੂੰ ਸੈੱਟ ਬਹਿ ਜਾਂਦਾ ਆਪਰੇਸ਼ਨ, ਕਈਆਂ ਨੂੰ ਨਹੀਂ ਵੀ ਹਾਂਜੀ, ਪੈਂਦਾ ਪਰ ਜਿਸ ਤਰ੍ਹਾਂ ਡਿਫਿਕਲਟ ਹੈਗਾ ਬਹੁਤ ਵੋਕ ਕਰਨ ਵਾਸਤੇ ਵੀ, ਪਰ ਸਟਿਲ ਮੈਂ ਵੋਕ ਸਟਿਲ ਕਰਨੀ ਆ, ਕਿਉਂਕਿ ਮੈਂ ਕਦੀ ਮੈਂ ਆਪਣੀ ਵੈਰੀ ਇੰਡੀਪੈਂਡੈਂਟ ਪਰਸਨ ਆਇਆ। ਦੈਟਸ ਗੁੱਡ। ਹਾਂਜੀ, ਤੇ ਬਾਕੀ ਜਦੋਂ ਮੇਰਾ ਹਸਬੈਂਡ ਵੀ ਚਲਾ ਗਿਆ ਸੀ ਨਾ, ਤੇ ਉਸ ਕਰਕੇ ਮੈਨੂੰ ਬੜਾ ਇਫੈਕਟ ਹੋਇਆ। ਹਾਂਜੀ, ਜ਼ਰੂਰ ਇਫੈਕਟ ਤਾਂ ਪੈਂਦਾ ਹੀ ਆ। ਹਾਂਜੀ, ਜਿਹੜਾ ਜੀਵਨ ਸਾਥੀ ਆ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਹਾਂਜੀ, ਤੇ ਜਾਣ ਫਿਰ ਨਾਲ ਬੱਚੇ ਵੀ ਨੇ, ਬੱਚੇ ਤੇ ਚੰਗੇ ਨੇ ਵੈਸੇ, ਮੇਰੇ ਮੁੰਡੇ ਹੈਗੇ ਨੇ, 4 ਮੁੰਡੇ ਨੇ, ਕੁੜੀ ਹੈ। ਪਰ ਵੈਸੇ ਮੈਂ ਡਾਕਟਰ ਸਾਹਿਬ ਦੀ ਦਵਾਈ ਖਾਣਾ ਚਾਹੁੰਦੀ ਹਾਂ, ਵੈਸੇ ਮੈਂ ਦੂਜੀਆਂ ਦਵਾਈਆਂ ਆਪਣੀਆਂ ਇੰਗਲਿਸ਼ ਦਵਾਈਆਂ ਵੀ ਖਾਂਦੀ ਹਾਂ, ਪਰ ਹੋ ਸਕਦਾ ਇਹਦੇ ਨਾਲ ਦੇਸੀ ਦਵਾਈਆਂ ਨਾਲ ਥੋੜਾ ਫਰਕ ਪੈ ਜਾਏ ਮਤਾ। ਹਾਂਜੀ, ਫਰਕ ਜ਼ਰੂਰ ਪਊਗਾ ਜੀ। ਤੇ ਤੁਸੀਂ ਇੱਦਾਂ ਕਰਿਓ, GP ਤੋਂ ਰਿਪੋਰਟ ਲੈ ਕੇ ਮੈਨੂੰ ਭੇਜ ਦਿਓ, ਤੇ ਫਿਰ ਦੇਖ ਕੇ ਤੁਹਾਨੂੰ ਦੱਸ ਦੇਵਾਂਗੇ ਕੀ ਖਾਣਾ ਹੈ, ਕੀ ਛੱਡਣਾ ਹੈ, ਤੇ ਨਾਲ ਦੇਸੀ ਦਵਾਈਆਂ ਦੇ ਦੇਵਾਂਗੇ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਸਭ ਤੋਂ ਵੱਡੀ ਗੱਲ ਹੈ ਤੁਹਾਡੇ ਲੱਗਦੀ ਵੀ ਤੁਹਾਡੇ 'ਚ ਹਿੰਮਤ ਬਹੁਤ ਹੈਗੀ ਹੈ। ਸਭ ਤੋਂ ਸਟਰੋਂਗੈਸਟ ਚੀਜ਼ ਹੈ ਤੁਹਾਡੀ ਹਿੰਮਤ ਰੱਖੋ। ਜਿੱਦਾਂ ਤੁਸੀਂ ਦੱਸਿਆ ਤੁਹਾਡੇ ਬੱਚੇ ਨੇ, 4 ਲੜਕੇ ਨੇ, ਲੜਕੀ ਹੈ। ਸਾਰਿਆਂ ਤੋਂ ਵੱਡੀ ਤੁਹਾਡੀ ਦੁਆ ਉਹ ਹੈਗੀ ਕਿ ਜੇ ਤੁਸੀਂ ਉਹਨਾਂ ਦੀ ਤਾਰੀਫ ਕਰਦੇ ਹੋ, ਤੁਹਾਡੇ ਨਾਲ ਹੈਗੇ ਨੇ, ਤੁਹਾਡਾ ਅੱਧਾ ਦੁੱਖ ਤਾਂ ਉੱਦਾਂ ਹੀ ਘੱਟ ਹੋ ਜਾਣਾ ਚਾਹੀਦਾ ਡਾਕਟਰ ਸਾਹਿਬ। ਹਾਂਜੀ, ਬੜਾ ਫਰਕ ਪੈਂਦਾ ਫੈਮਿਲੀ ਦੇ ਨਾਲ। ਇਹਨਾਂ ਦੀ ਮੈਂਟਲ ਐਟੀਟਿਊਡ ਕਾਫੀ ਗੁੱਡ ਆ। ਹਾਂ, ਐਟੀਟਿਊਡ ਬਹੁਤ ਗੁੱਡ ਹੈ, ਐਟੀਟਿਊਡ ਬਹੁਤ ਪੋਜ਼ਿਟਿਵ ਆ। ਹਾਂਜੀ, ਵਿਚ ਹੈਲਪਸ। ਹਾਂਜੀ, ਤੇ ਇਹ ਐਕਚੁਅਲੀ ਇਹ ਜਿਹੜੀ ਆਸਟੀਓਆਰਥਰਾਈਟਿਸ ਜ਼ਿਆਦਾ ਲੇਡੀਜ਼ ਨੂੰ ਹੁੰਦੀ ਭਾਜੀ। ਰੀਅਲੀ? ਹਾਂ, ਫ੍ਰੀਕੁਐਂਸੀ ਜ਼ਿਆਦਾ ਲੇਡੀਜ਼ ਆ ਐਜ਼ ਕੰਪੇਅਰ ਟੂ ਮੈਨ। ਤੇ ਇਹਦੀ ਹੁਣ ਤੁਸੀਂ ਕਹਿਣਾ ਵੀ ਵਜ੍ਹਾ ਕੀ ਹੈ, ਕਿਉਂ ਇੱਦਾਂ ਹੁੰਦਾ ਲੇਡੀਜ਼ ਨੂੰ ਜ਼ਿਆਦਾ? ਤੇ ਮੇਰਾ ਇਹ ਸੋਚਿਆ ਵੀ ਜਦੋਂ ਲੇਡੀਜ਼ ਦੇ ਮੰਥਲੀ ਪੀਰੀਅਡਸ ਆਉਂਦੇ ਹੈ ਨਾ, ਤੇ ਉਹਨਾਂ ਦੇ ਕਾਫੀ ਵਾਈਟਲ ਜਿਹੜੇ ਨਿਊਟ੍ਰੀਐਂਟਸ ਆ, ਮਿਨਰਲਸ ਵਗੈਰਾ, ਉਹ ਲੂਜ਼ ਹੁੰਦੇ ਰਹਿੰਦੇ ਆ। ਹਾਂਜੀ, ਸੋ ਦੈਟ ਆਈ ਥਿੰਕ ਦੈਟਸ ਵਨ ਆਫ ਦ ਰੀਜ਼ਨਸ। ਰੀਅਲੀ? ਹਾਂਜੀ, ਘਾਟ ਪੈ ਜਾਂਦੀ ਹੈ। ਤੇ ਬਾਕੀ ਫਿਰ ਜਦੋਂ ਮੈਨੋਪੌਜ਼ ਆਉਂਦਾ ਆ, ਤੇ ਅਬਾਊਟ 55 ਈਅਰਸ ਓਲਡ ਅਪ ਟੂ 60 ਮੈਨੋਪੌਜ਼ ਆਉਂਦਾ, ਫਿਰ ਉਦੋਂ ਹਾਰਮੋਨਸ ਬਹੁਤ ਚੇਂਜਸ ਆਉਂਦੇ ਬੋਡੀ ਦੇ ਵਿੱਚ, ਤੇ ਉਹ ਹਾਰਮੋਨਸ ਆਊਟ ਆਫ ਬੈਲੈਂਸ ਹੋ ਜਾਂਦੇ ਆ, ਤੇ ਉਹਦਾ ਵੀ ਮੈਨੂੰ ਸ਼ੱਕ ਹੈ ਵੀ ਕੋਈ ਨਾ ਕੋਈ ਇਫੈਕਟ ਪੈਂਦਾ ਆ। ਹਾਂਜੀ, ਹੁਣ GP ਤਾਂ ਕਹਿੰਦੇ ਜਸਟ ਵੇਅਰ ਐਂਡ ਟਾਇਰ, ਹੋਰ ਕੁਝ ਨਹੀਂ ਹੈਗਾ, ਪਰ ਕੋਈ ਨਾ ਕੋਈ ਵਜ੍ਹਾ ਤਾਂ ਹੋਊਗੀ ਹੈ ਨਾ। ਬਿਲਕੁਲ, ਦੱਸ ਰਾਈਟ ਡਾਕਟਰ ਸਾਹਿਬ। ਜਦੋਂ ਵੀ ਇਹ ਗੱਲਾਂ ਤੁਸੀਂ ਲੇਡੀਜ਼ ਦੀ ਪ੍ਰੋਬਲਮ ਦੱਸਦੇ ਹੋ, ਫਿਰ ਆਦਮੀਆਂ ਦੀ, ਮੈਂ ਹੁਣ ਥੋੜ੍ਹੀ ਜਿਹੀ ਜਨਰਲਾਈਜ਼ ਗੱਲ ਕਰਦਾ, ਕੋਈ ਇੱਦਾਂ ਆਦਮੀ ਹੁੰਦਾ ਹਮੇਸ਼ਾ ਸੋਚਦਾ ਕਿ ਮੇਰੇ 'ਚ ਕੋਈ ਖਾਮੀਆਂ ਨਹੀਂ ਹੈਗੀਆਂ, ਮੇਰੇ 'ਚ ਕੋਈ ਗਲਤੀਆਂ ਨਹੀਂ ਹੈਗੀਆਂ, ਤੇ ਮੇਰੀ ਤਾਂ ਵੀ ਘਰ ਲੜਾਈ ਰਹਿੰਦੀ ਹੈ, ਪਤਾ ਨਹੀਂ ਕੀ ਗੱਲ ਹੈ। ਉਹਨੇ ਡਾਕਟਰ ਨੂੰ ਪੁੱਛਿਆ, ਤੇ ਉਹ ਕਹਿੰਦਾ ਡਾਕਟਰ ਜੀ, ਉਹ ਕਹਿੰਦਾ ਇੱਦਾਂ ਕਰ, ਤੂੰ ਆਪਣੀ ਟੀਵੀ ਦੀ ਇੱਕ ਖਾਮੀ ਕੱਢ ਦੇ, ਉਹ 5 ਮਿੰਟ ਉਹਨੇ ਤੇਰੀ 100 ਸੁਣਾ ਦੇਣੀ ਹੈ। ਕਿ ਬੰਦੇ ਨੂੰ ਖੁਦ ਦਿਖਾਈ ਨਹੀਂ ਦਿੰਦੇ ਹੁੰਦੇ ਆ। ਚਲੋ ਆਪਾਂ ਇੱਕ ਕਾਲ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਤ ਜਾਣੀ ਪਛਾਣੀ ਲੱਗਦੀ ਹੈ। ਹਾਂਜੀ ਭੈਣ ਜੀ, ਕੀ ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤਾ, ਦੇਰ ਬਾਅਦ ਆਏ ਹੋ ਲੇਕਿਨ ਦਰੁਸਤ ਆ ਗਏ। ਚਲੋ ਕਿ ਸ਼ੋਅ ਖਤਮ ਹੋਣਾ, ਲੇਕਿਨ ਫਿਰ ਵੀ ਟਾਈਮ से ਤੁਸੀਂ ਕਰ ਲਿੱਤਾ। ਕੀ ਕਹਿਣਾ ਚਾਹੁੰਦੇ ਹੋ ਭੈਣ ਜੀ? ਹਾਂਜੀ ਬੋਲੋ ਜੀ। ਮੈਨੂੰ ਲੱਗਦਾ ਲਾਈਨ ਸ਼ਾਇਦ ਡ੍ਰੌਪ ਹੋ ਗਈ ਹੈ। ਪਲੀਜ਼ ਕਾਲ ਕਰ ਲਿਓ, ਥੋੜ੍ਹਾ ਬਹੁਤਾ ਟਾਈਮ ਹੈਗਾ। ਅਗਰ ਟਾਈਮ ਹੋਇਆ ਤਾਂ ਤੁਹਾਡਾ ਕਾਲ ਪਾ ਦੇਣਗੇ, ਥਰੂ ਕਰ ਦੇਣਗੇ, ਤੇ ਕੀਪ ਕਾਲਿੰਗ। ਜੀ ਡਾਕਟਰ ਸਾਹਿਬ, ਮਤਲਬ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸ ਕੇ ਹਟਿਆ, ਇਨਸਾਨ ਨੂੰ ਆਪਣੇ ਖੁਦ ਦੇ, ਜੇ ਉਹਨੂੰ ਪਤਾ ਵੀ ਮੇਰੀ ਗਲਤੀਆਂ ਹੈ, ਤੇ ਉਹ ਕਰੇਗਾ ਕਿਉਂ? ਚਲੋ ਦੇਖੋ, ਕੋਈ ਪਰਫੈਕਟ ਤਾਂ ਹੈ ਨਹੀਂਗਾ। ਹਾਂਜੀ, ਉਹੀ ਨਾ, ਕੋਈ ਨਾ ਕੋਈ ਕਮੀ ਤਾਂ ਹਰੇਕ 'ਚ ਹੁੰਦੀ ਆ। ਇੱਦਾਂ ਜ਼ਰੂਰੀ ਨਹੀਂ ਆਪਣੀ ਔਰਤ ਦੇ ਨਾਲ, ਤੁਸੀਂ ਕਿਸੇ ਦੋਸਤ ਨੂੰ ਵੀ ਉਹਦੀ ਖਾਮੀ ਕੱਢ ਦੇਵੋ, ਉਹ ਤੁਹਾਡੀਆਂ 100 ਸੁਣਾ ਦੂ ਤੁਹਾਨੂੰ। ਸਹੀ ਗੱਲ ਆ। ਹੈ ਪਤਾ ਲੱਗ ਜਾਂਦਾ, ਬੰਦੇ ਹਿੰਮਤ ਆ ਜਾਂਦੀ, ਤੂੰ ਮੇਰੀ ਕੱਢੀਆਂ, ਮੈਂ ਤੇਰੀਆਂ ਦੱਸਦਾ। ਹਾਂਜੀ, ਦੈਟਸ ਰਾਈਟ। ਸੋ ਇਹ ਆਸਟੀਓਆਰਥਰਾਈਟਿਸ ਇੱਦਾਂ ਕਈ ਵਾਰੀ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਨਾ, ਉਹਦਾ ਵੀ ਇਫੈਕਟ ਪੈਂਦਾ ਹੈ। ਹਾਂਜੀ, ਬੋਡੀ ਦਾ ਭਾਰ ਜ਼ਿਆਦਾ ਹੋਵੇ, ਫਿਰ ਗੋਡਿਆਂ 'ਤੇ ਜ਼ਿਆਦਾ ਪ੍ਰੈਸ਼ਰ ਪੈਂਦਾ ਆ, ਤੇ ਇਹ ਵੀ ਇੱਕ ਰਿਸਕ ਫੈਕਟਰ ਹੈਗਾ ਹੈ। ਤੇ ਬਾਕੀ ਜਿੱਦਾਂ ਆਪਾਂ ਦੱਸਿਆ ਵੀ ਏਜ ਵੀ ਰਿਸਕ ਫੈਕਟਰ ਹੈਗਾ ਹੈ। ਜਦੋਂ ਤੁਸੀਂ ਇੱਕ ਏਜ ਪਹੁੰਚ ਜਾਂਦੇ, ਫਿਰ ਜ਼ਿਆਦਾ
ਪੋਸੀਬਿਲਿਟੀ ਹੋ ਜਾਂਦੀ ਹੈ ਬਿਮਾਰੀ ਦੀ। ਤੇ ਬਾਕੀ ਹੈ ਕਿਤੇ ਸੱਟ ਲੱਗ ਜਾਵੇ, ਕੋਈ ਐਕਸੀਡੈਂਟ ਹੋਇਆ ਹੋਵੇ, ਇੰਜਰੀ, ਹਾਂਜੀ, ਉਹ ਜੁਆਇੰਟ ਦੀ ਇੰਜਰੀ ਹੋਈ ਹੋਵੇ, ਫਿਰ ਤੁਹਾਡਾ ਉਹ ਰਿਸਕ ਆਸਟੀਓਆਰਥਰਾਈਟਿਸ ਬਣਨ ਦਾ ਉਸ ਜੋੜ ਵਿੱਚ ਵੱਧ ਜਾਂਦਾ ਰਿਸਕ ਫੈਕਟਰ। ਸੋ ਦਿਸ ਆਲ ਦ ਰਿਸਕ ਫੈਕਟਰਸ। ਹਾਂਜੀ ਡਾਕਟਰ, ਇਹ ਤੁਸੀਂ ਇੱਕ ਬਹੁਤ ਕਮਾਲ ਦੀ ਗੱਲ ਕੀਤੀ ਹੈ। ਸੋਸ਼ਲ ਮੀਡੀਆ ਜਦੋਂ ਤੁਸੀਂ ਕਹਿੰਦੇ ਕਿ ਜਰਾ ਬੰਦੇ ਦਾ ਭਾਰ ਹੋਵੇ, ਅਗਰ ਜੇ ਤੁਸੀਂ ਬਿਲਕੁਲ ਡਾਕਟਰ ਜੀ ਕੋਲ ਦੇਖੋ, ਮੈਂ ਕਹਿੰਦਾ ਮੈਂ ਇੰਨਾ ਹੈਰਾਨ ਹੈਗਾ ਨਾ, ਡਾਕਟਰ ਜੀ ਸੋ ਸਲਿਮ। ਹੁਣ ਕੋਈ ਜਿਹੜਾ ਜੋੜਾਂ ਦਾ ਅਗਰ ਤੁਸੀਂ ਕਾਮਨ ਸੈਂਸ ਯੂਜ਼ ਕਰੋ, ਕਦੇ ਹੋ ਹੀ ਨਹੀਂ ਸਕਦੇ, ਕਿਉਂਕਿ ਜਿਹੜੇ ਜੋੜ ਹੈਗੇ ਉਹਨਾਂ 'ਤੇ ਭਾਰ ਨਹੀਂ ਪੈ ਰਿਹਾ, ਕੋਈ ਇੱਦਾਂ ਦਾ ਜ਼ਬਰਦਸਤੀ ਨਹੀਂ ਹੋ ਰਹੀ ਹੈਗੀ। ਜਿਨ੍ਹਾਂ ਕੋ ਐਲੋਕੇਟ ਉਹ ਵੇਟ ਚੱਕ ਸਕਦੇ ਹੋ ਤੁਸੀਂ, ਉਦੋਂ ਵੀ ਘੱਟ ਦਿੱਤਾ ਉਹਨਾਂ ਨੂੰ। ਹੁਣ ਜਿਹੜਾ ਬੰਦਾ ਜਿਹੜਾ ਸਲਿਮ ਹੁੰਦਾ, ਬੇਸ਼ੱਕ ਕਹਿੰਦਾ ਮੈਂ ਬੜਾ ਲਾਈਟ ਫੀਲ ਕਰਦਾ, ਯੂ ਨੀਡ ਟੂ। ਹੁਣ ਤੁਹਾਡਾ ਬੜਾ ਸਾਰਾ ਢਿੱਡ ਨਿਕਲਿਆ ਹੋਵੇ, ਵੇਟ ਕੀਤਾ ਹੋਵੇ, ਤੁਸੀਂ ਕਿੱਦਾਂ ਕਹਿ ਸਕਦੇ ਕਿ ਮੈਂ ਲਾਈਟ ਫੀਲ ਕਰਦਾ? ਯੂ ਕੈਨਟ ਫੀਲ ਲਾਈਟ, ਯੂ ਡੋਨਟ ਫੀਲ ਲਾਈਟ, ਇਟਸ ਟਰੂ। ਹਾਂਜੀ, ਜਦ ਤੁਸੀਂ ਥੋੜ੍ਹੇ ਜਿਹੇ ਓਵਰਵੇਟ ਵੀ ਹੋਵੋਗੇ ਨਾ, ਤੇ ਤੁਸੀਂ ਆਪਣੀ ਡਾਇਟ ਐਡਜਸਟ ਕਰਕੇ ਜਾਂ ਕਿੱਦਾਂ ਵੀ ਭਾਰ ਘਟਾ ਲਓਗੇ, ਫਿਰ ਤੁਸੀਂ ਬਹੁਤ ਗੁੱਡ ਫੀਲਿੰਗ ਆਵੇ ਤੁਹਾਨੂੰ, ਯੂ ਫੀਲ ਲਾਈਟਰ ਨੈਚੁਰਲੀ। ਭਾਜੀ ਲਾਈਟਰ। ਆਪਾਂ ਟਾਈਮ ਥੋੜਾ ਦਿੰਦਾ, ਕਾਲ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਜੀ, ਡਾਕਟਰ ਸਾਹਿਬ ਨਾਲ ਗੱਲ ਕਰਨੀ। ਹਾਂਜੀ ਬੋਲੋ। ਡਾਕਟਰ ਸਾਹਿਬ ਸੁਣ ਰਹੇ, ਬੋਲੋ ਜ਼ਰਾ, ਟਾਈਮ ਜ਼ਰਾ ਫਟਾਫਟ ਜਾ ਰਿਹਾ। ਬੋਲੋ ਭੈਣ ਜੀ, ਮੈਂ ਸੁਣ। ਬੋਲੋ ਜੀ। ਡਾਕਟਰ ਸਾਹਿਬ, ਮੈਂ ਦੱਸਣਾ ਤੁਹਾਨੂੰ ਕਿ ਮੇਰੀ ਨਾ ਬੋਡੀ ਸਲੋ ਡਾਊਨ ਹੋ ਗਈ ਹੈ ਸਾਰਾ ਕੁਝ। ਹਾਂਜੀ ਹਾਂਜੀ, ਤੁਸੀਂ ਕੋਈ ਬਲੱਡ ਟੈਸਟ ਵਗੈਰਾ ਕਰਾਇਆ ਜੀ? ਕਰਵਾਇਆ ਸੀ, MRI ਸਕੈਨ ਕਰਾਇਆ ਸੀ, ਡਾਟ ਸਕੈਨ ਕਰਾਇਆ ਸੀ, ਕਹਿੰਦੇ ਪਾਰਕਿੰਸਨ ਹੈ। ਪਾਰਕਿੰਸਨ ਤੋਂ ਬਾਅਦ ਕਹਿੰਦੇ PSP ਹੈ। ਪਤਾ ਨਹੀਂ ਕੀ ਗੱਲ ਹੋਈ ਹੈ, ਸਾਰਾ ਕੁਝ ਸਲੋ ਡਾਊਨ ਹੋ ਜਾਂਦਾ, ਤੁਰਦੀਆਂ ਮਸਲ ਸਟਿਫ ਹੋ ਜਾਂਦੇ ਆ। ਹਾਂਜੀ, ਤੇ ਹਾਂ, ਸੋ ਇਹ ਤੁਹਾਡੀ ਸਟਿਫਨੈਸ ਆਉਂਦੀ ਬੋਡੀ ਦੇ ਵਿੱਚ, ਇਹਦਾ ਮਤਲਬ ਥੋੜ੍ਹਾ ਬਹੁਤਾ ਕਿਤੇ ਆਰਥਰਾਈਟਿਸ ਹੈਗਾ। ਹਾਂਜੀ ਹਾਂਜੀ, ਜਾਂ ਆਸਟੀਓਆਰਥਰਾਈਟਿਸ ਜਾਂ ਰੂਮੇਟੋਇਡ ਆਰਥਰਾਈਟਿਸ ਹੋ ਸਕਦਾ। ਗੋਡਿਆਂ ਦੇ ਦੋਹਾਂ ਦੇ ਆਪਰੇਸ਼ਨ ਹੋਏ ਸੀ ਮੇਰੇ। ਅੱਛਾ ਜੀ, ਹਾਂ, ਫਿਰ ਗੋਡੇ ਤੁਹਾਡੇ ਪਹਿਲਾਂ ਹੀ ਖਰਾਬ ਹੋ ਚੁੱਕੇ ਆਲਰੇਡੀ। ਹਾਂਜੀ, ਤੇ ਉਸ ਸਲੋ ਡਾਊਨ ਨਾਲ ਸਲੋ ਡਾਊਨ ਹੋ ਗਈ ਹੈ। ਹਾਂਜੀ, ਸੋ ਹੋ ਸਕਦਾ ਵੀ ਉਹ ਫਿਰ ਜਿਹੜੀ ਆਸਟੀਓਆਰਥਰਾਈਟਿਸ ਹੋਰ ਨਾ ਜੋੜਾਂ ਵਿੱਚ ਵੀ ਫੈਲ ਜਾਂਦੀ ਹੈ ਨਾ। ਹਾਂਜੀ, ਇਹ ਵੀ ਦੇਖਿਆ ਪਈ, ਇੱਕ ਜੋੜ ਦਾ ਜਦੋਂ ਆਪਰੇਸ਼ਨ ਕਰਾ ਲੈਂਦੇ ਆ ਤਾਂ ਉਹ ਦੂਸਰੇ ਜੋੜ ਵਿੱਚ ਚਲੀ ਜਾਂਦੀ ਬਿਮਾਰੀ, ਇਹ ਵੀ ਅਸੀਂ ਦੇਖਿਆ। ਤੇ ਜਨਰਲੀ ਤੁਹਾਡੀ ਹੈਲਥ ਕਾਫੀ ਡਾਊਨ ਲੱਗਦੀ ਹੈ, ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਤੁਹਾਡੀ ਐਨਰਜੀ ਬਹੁਤ ਕਮ ਆ। ਹਾਂਜੀ, ਆਵਾਜ਼ ਵੀ ਸਲੋ ਹੋ ਗਈ ਹੈ। ਹਾਂਜੀ, ਐਵਰੀਥਿੰਗ ਸਲੋ ਡਾਊਨ। ਹਾਂਜੀ, ਸਭ ਕੁਝ ਸਲੋ ਹੋਇਆ। ਤੇ ਤੁਸੀਂ ਥਾਇਰੋਇਡ ਚੈੱਕ ਕੀਤਾ ਸੀ ਨਹੀਂ ਤੁਹਾਡਾ? ਥਾਇਰਾਇਡ ਤਾਂ ਠੀਕ ਹੈ ਮੇਰਾ। ਅੱਛਾ ਜੀ, ਹਾਂਜੀ ਹਾਂਜੀ, ਚਲੋ ਠੀਕ ਹੈ, ਫਿਰ ਤੁਹਾਨੂੰ ਹੋਰ ਗੱਲਬਾਤ ਕਰਕੇ ਤੇ ਆਪਾਂ ਸਲਾਹ ਕਰਾਂਗੇ ਕੀ ਤੁਹਾਡਾ ਇਲਾਜ ਹੋਣਾ ਚਾਹੀਦਾ। ਹਾਂਜੀ, ਤੇ ਆਪਣੀ ਕੋਈ ਰਿਪੋਰਟ ਹੋਈ ਤਾਂ ਉਹ ਸਾਨੂੰ ਭੇਜ ਦਿਓ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦਾ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਨਾ ਉਹ ਵੀ ਕਾਮਨ ਸੈਂਸ ਵਾਲੇ ਜਨਰਲ ਨੌਲੇਜ ਹੁੰਦੀ ਹੈ, ਜਦੋਂ ਤੁਸੀਂ ਦੇਖਦੇ ਹੋ ਹਰ ਦੁਨੀਆ ਸਫਰ ਕਰਦੀ ਹੈ, ਕਈ ਫਿਰ ਵੀ ਹਿੰਮਤ ਰੱਖਦੇ, ਆਵਾਜ਼ 'ਚ ਦਮ ਹੁੰਦਾ ਹੈ। ਤੇ ਕਈ ਲੋਕ ਹੁੰਦੇ ਨੇ ਸੀਰੀਅਸ ਬਿਮਾਰੀ ਨਾ ਵੀ ਹੋਵੇ, ਥੋੜ੍ਹੀ ਜਿਹੀ ਹੁੰਦੀ ਹੈ, ਬੰਦਾ ਟੁੱਟ ਜਾਂਦਾ, ਹਾਰ ਜਾਂਦਾ ਹੈ, ਤੇ ਉਹਦੇ 'ਚ ਫਿਰ ਦਮ ਵੀ ਨਹੀਂ ਰਹਿੰਦਾ ਬੋਲਣ ਦਾ, ਆਵਾਜ਼ 'ਚ ਵੀ ਫਰਕ ਪੈ ਜਾਂਦਾ ਹੈ। ਆਪਾਂ ਕਾਲ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ਰਨਜੀਤ ਬੋਲ ਰਹੀ ਹਾਂ। ਉਹ ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਕਾਲ ਡ੍ਰੌਪ ਹੋ ਗਿਆ ਸੀ। ਹਾਂਜੀ ਬੋਲੋ ਜੀ ਸ਼ਰਨ ਜੀ, ਟਾਈਮ ਬੜਾ ਥੋੜਾ ਰਹਿੰਦਾ ਹੈ। ਹਾਂਜੀ ਬੋਲੋ। ਹਾਂਜੀ, I will be very quick। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਡਾਕਟਰ ਸਾਹਿਬ ਤੇ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਕਰ ਰਹੇ ਆ। It's a very good program. All my ladies are listening to your program and they're getting a lot of knowledge from this program and getting benefit from this program as well. Please keep up this program. It's very important for our community. Also, I would like to know what is the reason women in these days and men getting a lot of knee problems and knee operations in very early age as a 50s. I mean, our parents and grandparents used to live up to 90s and they never had a knee operation. What is the common problem in these days? Why this is going on? I would like to know the answer, so as my public and the ladies as well, please. Ranjit, thank you call ਕਰਨ ਦਾ, really appreciate ਤੁਸੀਂ ਕਾਲ ਕੀਤਾ। ਮੈਂ ਦੱਸ ਦਿੰਦਾ ਹਾਂ, ਸ਼ਰਨਜੀਤ ਜੀ ਤਾਂ ਇੰਗਲਿਸ਼ ਬੋਲਦੇ ਕਿਉਂਕਿ ਲਾਸਟ ਟਾਈਮ ਇਹਨਾਂ ਦਾ ਪ੍ਰੋਗਰਾਮ ਆਇਆ ਸੀਗਾ। ਇਹਨਾਂ ਦੇ ਬਹੁਤ ਇੰਗਲਿਸ਼ ਸਪੀਕਿੰਗ ਫਰੈਂਡ ਹੈਗੇ ਨੇ ਜੋ ਪੰਜਾਬੀ ਨਹੀਂ ਬੋਲਦੇ, ਇਸ ਕਰਕੇ ਉਹਨਾਂ ਨੇ ਸਵਾਲ ਇੰਗਲਿਸ਼ ਪੁੱਛਿਆ ਤੇ ਡਾਕਟਰ ਜੀ ਮੈਂ ਕਹਾਂਗਾ ਥੋੜਾ ਮਿਕਸ ਕਰਕੇ ਆਨਸਰ ਦੇ ਦਿਓ, ਟਾਈਮ ਬੜਾ ਥੋੜਾ ਰਹਿੰਦਾ ਜੀ। ਡਾਕਟਰ ਜੀ। ਹਾਂਜੀ, ਸੋ ਭੈਣ ਜੀ, we've been talking about this little bit already. So as we said, lifestyle is a lot to do with it, and all the toxins that are in food and environment these days,
when the toxins end up in the joints, then the joints deteriorate and begin to suffer. Also, we are affected by environmental pollution and dietary pollution as well. So also we have to change the diet so that it becomes a more alkaline diet, because acidic diet will cause deterioration in the joints. And also, as I said, ladies tend to suffer more with osteoarthritis because of they have menstrual periods every month, so lose a lot of nutrients and minerals, and also because of menopause, they undergo very lot of changes in their bodies, and the hormonal levels change and become unbalanced. So that's my thinking. Your GP will just say, well, it's just wear and tear, because they don't have any other answers for it. But as I said before, we treat it with supplements and change of diet and homeopathic medicines, and usually we get quite a good result. Very well said. Dr. Ji, Sharan Ji, I can add something to this as well. Luckily, you just mentioned about the parents live up to 90-year-old and without any serious problems. Again, agar tusi dekha jabe older parents in the older age, they had a proper food. The fresh food khande ne. I know thode paas allotment हैगा ते तुसी उत्थों भी fresh लेने हो, लेकिन the generation has changed over the fast food. The older people who are into 90s have never had the fast food. उन्होंने proper from the farm, they had it, the fresh from the farm. ਉਹ अच्छी डाइट खांदे ਸੀਗੇ ਤੇ ਹੋਪ ਤੁਹਾਨੂੰ got the answers, and next week ਵੀ ਤੁਸੀਂ ਪ੍ਰੋਗਰਾਮ ਕੁਐਸਚਨ ਦਾ ਸਵਾਲ ਕਾਲ ਕਰ ਸਕਦੇ। ਡਾਕਟਰ ਜੀ ਟਾਈਮ ਖਤਮ ਹੋ ਰਿਹਾ, ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਬਸ ਉਹੀ ਆ ਜਿੱਦਾਂ ਤੁਸੀਂ ਕਹਿੰਦੇ ਉਹ ਖੁਰਾਕ ਤੇ ਕੈਮੀਕਲਸ ਨਹੀਂ ਪਾਉਂਦੇ ਉਹਨਾਂ ਦੇ ਨਾਲ। ਬਿਲਕੁਲ, no chemicals, fast food ਨਹੀਂ ਖਾਂਦੇ, no fast foods, no sprays on the food, so all the chemicals are now coming through into our bodies. थैंक यू डॉक्टर जी वेरी मच। जिन्होंने भी कॉल किया थोड़ा शुक्राना करते हैं। प्लीज़ इसी तरह सपोर्ट करा करो। जिन्हों ने कॉल नहीं ला सके असी माफ़ी चाहांगे। प्लीज़ अगले वीक फिर थोड़े नाल मुलाकात करांगे तो डिफरेंट सब्जैक्ट असी गल्लां करते हैं। मैं शुरुआत किया सी तुसी कोई भी सब्जैक्ट ते गल करनी चाहते हो तो प्लीज़ कॉल करके सानू पहला दस दिया करो। अपने प्रोग्राम का जिदा शरण जी ने फीडबैक दिता, पीपल आर रियली बेनीफिटिंग आउट ऑफ दिस प्रोग्राम। इट्स नाइसर टू नो ਤੇ ਅਸੀਂ ਅੱਛਾ ਪ੍ਰੋਗਰਾਮ ਹੋਏਗਾ। ਫਿਰ ਨੈਕਸਟ ਵੀਕ ਫਿਰ ਤੁਹਾਡਾ ਮੁਲਾਕਾਤ ਕਰਾਂਗੇ। ਫਤਿਹ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।